ਮੈਂ ਚਾਇਕਾਨ ਅਟੈਂਡ ਕੀਤੀ ਸੀ 2 ਸਾਲ ਪਹਿਲੇ, ਜਿਹੜੀ ਵੈਰੀ ਫਸਟ ਸੀ ਉਹ ਬਾਹਰ ਲੱਗੀ ਸੀ ਟੈਂਟਾਂ 'ਚ। ਏਅਰਪੋਰਟ ਤੇ ਉਤਰਿਆ, ਉੱਥੇ ਚਲੇ ਗਏ ਸਿੱਧੇ। ਮੈਂ ਦੇਖਿਆ, ਮੈਂ ਕਿਹਾ ਇੱਕ ਨਵੀਂ ਦੁਨੀਆ ਸਟਾਰਟ ਹੋ ਰਹੀ। ਜਿਹੜਾ ਸ਼ਾਊਟ ਆਊਟ ਤੁਸੀਂ ਆਜ਼ਾਦ ਚਾਏ ਵਾਲਾ, ਸਾਕਿਬ ਅਜ਼ਹਰ, ਸਾਰੇ ਲੋਕ ਨੇ, ਸ਼ਾਹਿਦ ਜੋਈਆ ਹੈ, ਕਾਸਿਮ ਸਨਾਰਾਮੇ ਸਾਹਿਬ ਨੇ, ਇਹ ਸਾਰਿਆਂ ਨੇ ਜਿਹੜਾ ਸ਼ਾਊਟ ਆਊਟ ਦਿੱਤਾ, ਪਹਿਲੇ ਲੋਕਾਂ ਨੂੰ ਨਾ ਬੜਾ ਅਜੀਬ ਲੱਗਦਾ ਸੀ ਕਿ ਖਾਬ ਦੀਆਂ ਗੱਲਾਂ ਕਰ ਰਹੇ ਆ, ਖਿਆਲਾਂ ਦੀਆਂ ਗੱਲਾਂ ਕਰ ਰਹੇ। ਮੇਰੇ ਇੱਕ ਬਹੁਤ ਮਿਹਰਬਾਨ ਉੱਥੇ ਜਿਹੜੇ ਲੋਕਾਂ ਨੂੰ ਮੇਰੇ ਬਾਰੇ 'ਚ ਕਹਿੰਦੇ ਨੇ ਬੜੇ ਕਿ ਸਾਡੇ ਕੋਲੋਂ ਨਾ ਪੀਸ ਲੈਂਦਾ ਹੁੰਦਾ। ਬਿਲਕੁਲ ਠੀਕ ਕਹਿ ਰਿਹਾ, ਮੈਂ ਪੀਸ ਹੀ ਲੈਂਦਾ। ਸਾਰਾ ਜਿੰਨਾ ਬੰਦਾ ਬਾਹਰ ਜਾ ਰਿਹਾ ਇਹਨੂੰ ਜਾਣ ਦਿਓ, ਇਹ ਰਿਟਰਨ ਕਰੇਗਾ ਔਰ ਕਰ ਰਿਹਾ, ਇਹ ਕੰਟਰੀਬਿਊਟ ਕਰ ਰਿਹਾ। ਇਹਦੇ ਚੋਂ ਅਗਰ 10% ਨਹੀਂ ਕਰਨਗੇ ਨਾ ਤੇ ਕੋਈ ਗੱਲ, ਲੇਕਿਨ 90 ਜਿਹੜੇ ਆ ਨਾ ਉਹ ਬਾਈ ਨੇਚਰ ਦੌੜ ਹੀ ਨਹੀਂ ਸਕਦੇ ਪਾਕਿਸਤਾਨ ਤੋਂ। ਮੈਂ ਇੱਕ ਜਗ੍ਹਾ ਪੜ੍ਹਿਆ, ਥੋੜਾ ਇੱਕ ਬੰਦਾ ਅੰਦਰ ਗਿਆ ਮਸਜਿਦ 'ਚ, ਉਹਨੂੰ ਨਾਲ ਦੇ ਨੇ ਉਹਨੂੰ ਕਿਹਾ ਕਿ ਤੂੰ ਆ ਨਮਾਜ਼ ਜਿਹੜੀ ਪੜ੍ਹੀ ਗਲਤ ਪੜ੍ਹੀ ਐ, ਇਦਾਂ ਨਹੀਂ। ਉਹਨੇ ਕਿਹਾ ਹਾਂਜੀ ਬਿਲਕੁਲ। ਕਿ ਯਾਰ ਸਿਰਫ ਇੱਕੋ ਗੱਲ ਹੈ, ਮੈਂ ਸਿਰਫ ਨਾ ਹਾਜ਼ਰੀ ਇਹ ਲਵਾਉਣ ਆਇਆ ਕਿ ਯਾ ਅੱਲਾ ਮੈਂ ਗੁਨਾਹਗਾਰ ਹਾਂ, ਬਾਗੀ ਦੇ। ਮੈਂ ਸਿਰਫ ਇਹ ਕਰਨਾ ਹੁੰਦਾ ਮਸਜਿਦ ਕਿ ਮੈਂ ਸਿਰਫ ਰੱਬ ਅੱਗੇ ਮਾਫੀ ਮੰਗ। ਹੋ ਸਕਦਾ ਮੇਰੀ ਨਮਾਜ਼ ਗਲਤ, ਮੇਰੀ ਤਿਲਾਵਤ ਗਲਤ, ਮੈਂ ਕੋਈ ਨੀਅਤ ਗਲਤ ਬਣੀ, ਮੈਂ ਸਿਰਫ ਇੰਨੀ ਗੱਲ ਕਰਨਾ ਹੁੰਦਾ, ਯਾ ਅੱਲਾ ਮੈਂ ਗੁਨਾਹਗਾਰ ਹਾਂ, ਤੇਰਾ ਬਾਗੀ ਨਹੀਂ। ਸਾਰੀ ਦੁਨੀਆ ਆਪਣੇ ਬੱਚਿਆਂ ਲਈ ਕਮਾਉਂਦੀ, ਮਰ ਜਾਂਦੀ, ਫੌਤ ਹੋ ਜਾਂਦੀ, ਸਾਰਾ ਕੁਝ ਕਰਕੇ। ਅੱਜ ਦੀ ਡੇਟ 'ਚ ਇੰਨੀ ਵੱਡੀ ਅੱਲਾਹ ਤਾਲਾ ਦੀ ਨੇਮਤ। ਮੇਰੇ 3 ਬੱਚੇ ਅੱਲਾਹ ਨੇ ਦਿੱਤੇ ਸੀ, ਤਿੰਨੇ ਇੰਡੀਪੈਂਡੈਂਟ ਆਪਣੇ ਪੈਰਾਂ ਤੇ, ਮਤਲਬ ਦੇ ਡੋਂਟ ਨੀਡ ਮਾਈ ਮਨੀ। ਤੁਹਾਡੇ ਖਿਆਲ ਦੇ ਨਾਲ ਤੁਸੀਂ ਇੰਨੀ ਦੁਨੀਆ ਟਰੈਵਲ ਕਰਦੇ ਹੋ, ਚਾਈਨਾ ਨੂੰ ਦੇਖਿਆ, ਤੁਸੀਂ ਅਮਰੀਕਾ ਨੂੰ ਦੇਖਿਆ, ਤੁਸੀਂ ਯੂਕੇ ਦੀ ਮੰਡੀ ਦੇਖੀ, ਤੁਸੀਂ ਪਾਕਿਸਤਾਨ ਦੇ ਵਿੱਚ ਮੰਡੀ ਦੇਖੀ। ਤੁਹਾਨੂੰ ਕੀ ਲੱਗਦਾ ਹੈ ਕਿ ਪਾਕਿਸਤਾਨੀ ਤੇ ਬਾਕੀ ਦੁਨੀਆ ਦੇ ਜਿਹੜੀ ਯੂਥ ਹੈ, ਕੌਮ ਹੈ, ਸਾਡੇ ਕੋਲ ਕੋਈ ਤਰਕੀਬੇ ਖਾਸ ਹੈ ਵੇ ਕਿ ਅਸੀਂ ਦੁਨੀਆ ਦੇ ਵਿੱਚ ਥਰਡ ਵਰਲਡ ਤੋਂ ਅਗਲੇ 5-7 ਸਾਲਾਂ 'ਚ ਫਸਟ ਵਰਲਡ 'ਚ ਕਨਵਰਟ ਹੋ ਸਕਦੇ? ਸਭ ਤੋਂ ਪਹਿਲਾਂ ਤਾਂ ਸਰ ਮੈਂ ਆਪ ਵੀ ਚੁੱਕਿਆ ਐਜੂਕੇਸ਼ਨ ਸਿਸਟਮ 'ਚ, ਉਹਦੇ 'ਚ ਮੈਂ ਮਾਜ਼ਰਤ ਚਾਹੁੰਦਾ ਕਿ ਉਹ ਸਾਡਾ ਨਾ 50 ਸਾਲ ਪੁਰਾਣਾ ਓਲਡ ਫੈਸ਼ਨ ਦੁਨੀਆ ਦੀ ਸਾਇੰਸ ਬਦਲ ਗਈ, ਦੁਨੀਆ ਬਦਲ ਗਈ, ਸੇਲ ਦੇ ਤਰੀਕੇ, ਮੀਡੀਆ ਬਦਲ, ਹਰ ਸ਼ੈ ਬਦਲ ਗਈ। ਅਸੀਂ ਸਰ ਉੱਥੇ ਹੀ ਪਾਣੀ 'ਚ ਮਧਾਣੀ ਪਾਈ ਹੁਣ ਦੇ ਦੌਰ ਦੇ ਵਿੱਚ। ਇਹ ਅਗਰ AI ਤੇ ਬਾਕੀ ਟੂਲ ਬੱਚੇ ਨਹੀਂ ਸਿੱਖੇ, ਇੱਥੇ ਹੀ ਅੰਦਰ ਹੀ ਠੀਕ ਆ, ਪਰ ਕਿਰਾਨੇ ਦੀ ਦੁਕਾਨ। अस्सलाम वालेकुम शाहीनो। रुपये छड़ने ने ते डॉलर्स कमाने ने ते डॉलर्स दे नाल पाउंड भी कमाने ने ते पाउंड ते डॉलर कमाने किस तरह ने? ਉਹ ਕਮਾਣੇ ਨੇ ਉਹਨਾਂ ਲੋਕਾਂ ਨੂੰ ਦੇਖ ਕੇ ਜੋ ਆਲਰੇਡੀ ਡਾਲਰਸ ਤੇ ਪਾਉਂਡ ਕਮਾ ਰਹੇ ਨੇ। ਤੇ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਇੱਕ ਐਸੀ ਹਸਤੀ ਹੈ ਜਿਹੜੇ ਪਾਉਂਡ ਕਮਾ ਰਹੀ ਹੈ ਤੇ ਪਾਉਂਡ ਵੀ ਮਿਲੀਅਨਸ ਪਾਉਂਡ। ਆਹੋ, ਤੇ ਜਨਾਬ ਇਹਨਾਂ ਦੀ ਮਹੀਨੇ ਦੀ ਸੇਲ ਜਿਹੜੀ ਹੈ 3 ਮਿਲੀਅਨ ਪਾਉਂਡ ਤੋਂ ਜ਼ਿਆਦਾ ਵੇ। ਤੇ ਅਸੀਂ ਇਹਨਾਂ ਕੋਲ ਪੁੱਛਾਂਗੇ ਆਸਮ ਸਾਹਿਬ ਕੋਲੋਂ ਕਿ ਯਾਰ ਇਹ 3 ਮਿਲੀਅਨ ਪਾਉਂਡ ਦੀ ਜਿਹੜੀ ਜਰਨੀ ਹੈ ਇਹ ਕਿਸ ਤਰ੍ਹਾਂ ਤੁਸੀਂ ਇੱਥੇ ਤੱਕ ਪਹੁੰਚੇ, ਔਰ ਸਾਡੇ ਜਿਹੜੇ ਬੱਚੇ ਨੇ ਉਹ ਪਾਕਿਸਤਾਨ ਦੇ ਵਿੱਚ ਜਿਹੜੇ ਬੱਚੇ ਨੇ, ਕਿਆ ਪਾਕਿਸਤਾਨ ਦੇ ਵਿੱਚ ਰਹਿੰਦੇ ਹੋਏ ਕੋਈ ਚਲੋ ਮਿਲੀਅਨ ਪਾਉਂਡਸ ਨੂੰ ਛੱਡੋ, ਉਹ ਕੋਈ 100-200 ਪਾਉਂਡ ਬਣਾ ਸਕਦੇ ਨੇ ਜਾਂ ਇਸ ਤੋਂ ਅੱਗੇ ਜਾ ਸਕਦੇ ਨੇ, ਜਾਂ ਉਹਨਾਂ ਨੂੰ UK ਜਾਂ ਅਮਰੀਕਾ ਹੀ ਜਾਣਾ ਵੇ, ਜਾਂ ਪਾਕਿਸਤਾਨ 'ਚ ਵੀ ਉਹ ਕੰਮ ਕਰ ਸਕਦੇ ਨੇ। ਤੇ ਜਨਾਬ ਉਹਨਾਂ ਕੋਲ ਅਸੀਂ ਇਹ ਵੀ ਪੁੱਛਾਂਗੇ ਕਿ ਕੀ ਵਜ੍ਹਾ ਵੇ ਕਿ ਉਹ ਪਾਕਿਸਤਾਨ ਆਏ ਤੇ ਚਾਇਕਾਨ ਤੇ ਆਏ ਤੇ ਮੇਰੇ ਕੋਲ ਆਏ ਤੇ ਆਜ਼ਾਦ ਕੋਲ ਆਏ, ਕਿਸ ਚੀਜ਼ ਨੇ ਉਹਨਾਂ ਨੂੰ ਇੰਸਪਾਇਰ ਕੀਤਾ? ਕਿਆ ਕੋਈ ਅਸੀਂ ਮੰਜਨ ਫਰੋਸ਼ ਹਾਂ ਜਾਂ ਅਸੀਂ ਕਿਸੇ ਟਰੂ ਵਿਜ਼ਨ ਦੇ ਨਾਲ ਜਿਹੜਾ ਵੇ ਅਸੀਂ ਕੋਸ਼ਿਸ਼ ਕਰਨ ਦੇ ਹਾਂ ਕਿ ਮੁਲਕੋ ਕੌਮ ਤੇ ਸਾਡੀ ਜਿਹੜੀ ਯੂਥ ਹੈ ਉਹ ਸਾਨੂੰ ਫਾਲੋ ਕਰਦੇ ਹੋਏ ਆਪਣੀ ਈ-ਕਾਮਰਸ ਐਮਪਾਇਰਸ ਜਿਹੜੀ ਹੈ ਉਹ ਬਿਲਡ ਕਰੇ। ਤੇ ਜਨਾਬ ਬਹੁਤ ਸੇ ਸਵਾਲਾਂ ਤੋਂ ਮੈਂ ਵੈਲਕਮ ਕਰਾਂਗਾ ਆਸਮ ਸਾਹਿਬ ਨੂੰ, ਮੁਹੰਮਦ ਆਸਮ ਸਾਹਿਬ। ਸਰ अस्सलाम वालेकुम जी। ਸਰ ਵਾਲੇਕੁਮ अस्सलाम। ਸਰ ਬਹੁਤ ਸ਼ੁਕਰੀਆ ਆਸਮ ਸਾਹਿਬ। ਜਜ਼ਾਕੱਲਾ ਸਰ, ਤੁਸੀਂ ਇੱਕ ਮੈਨੂੰ ਕਾਲ ਦੇ ਉੱਤੇ ਤੁਸੀਂ ਇੱਕ ਮੇਰੀ ਵੀਡੀਓ ਵੇਖ ਕੇ ਤੁਸੀਂ UK ਤੋਂ ਪਾਕਿਸਤਾਨ ਆ ਗਏ, ਚਾਇਕਾਨ 'ਚ ਸਟਾਲ ਵੀ ਲਾਇਆ। ਤੇ ਖੈਰ ਵੈਸੇ ਚਾਇਕਾਨ ਦਾ ਕਿਹਦਾ ਤੁਹਾਡਾ ਐਕਸਪੀਰੀਅੰਸ? ਸਰ ਉਹ ਮੇਰੇ ਲਈ ਅਮੇਜ਼ਿੰਗ ਔਰ ਐਕਸੀਲੈਂਟ। ਵਾਹ। ਇਹ ਸਟਿਲ ਜਿਹੜਾ ਮੇਰੀ ਆਵਾਜ਼ ਖਰਾਬ ਹੈ, ਇਹ ਜਿਹੜੀ 3 ਦਿਨ ਉੱਥੇ ਕਵਾਲੀ ਕੀਤੀ ਨਾ ਸੀ, ਅੱਛਾ, ਇਹ ਉਹਦੀ ਵਜ੍ਹਾ ਨਾਲ ਸਰ। ਔਰ ਮੈਂ ਚਾਇਕਾਨ ਅਟੈਂਡ ਕੀਤੀ ਸੀ 2 ਸਾਲ ਪਹਿਲੇ, ਜਿਹੜੀ ਵੈਰੀ ਫਸਟ ਸੀ ਉਹ ਬਾਹਰ ਲੱਗੀ ਸੀ ਟੈਂਟਾਂ 'ਚ। ਮੈਂ ਸਿੱਧਾ ਏਅਰਪੋਰਟ ਤੇ ਉਤਰਿਆ, ਧੂੜ ਮਿੱਟੀ ਵਿੱਚ, ਧੂੜ ਮਿੱਟੀ 'ਚ ਏਅਰਪੋਰਟ ਤੇ ਉਤਰਿਆ, ਉੱਥੇ ਚਲੇ ਗਏ ਸਿੱਧੇ। ਮੈਂ ਦੇਖਿਆ, ਮੈਂ ਕਿਹਾ ਇੱਕ ਨਵੀਂ ਦੁਨੀਆ ਸਟਾਰਟ ਹੋ ਰਹੀ ਹੈ। ਇੱਕ ਵਾਰੀ 5-6 ਸਾਲ ਪਹਿਲੇ ਜਦੋਂ ਪਾਕਿਸਤਾਨ 'ਚ ਸ਼ੁਰੂ ਹੋਇਆ ਨਾ ਕੰਮ, ਮੈਂ ਉਹਦੇ ਤੋਂ ਪਹਿਲੇ ਦਾ ਸ਼ੁਰੂ ਕੀਤਾ ਸੀ ਉੱਥੇ। ਲੇਕਿਨ ਜਿਹੜਾ ਸ਼ਾਊਟ ਆਊਟ ਤੁਸੀਂ ਆਜ਼ਾਦ ਚਾਏ ਵਾਲਾ ਨੇ, ਸਾਕਿਬ ਅਜ਼ਹਰ, ਸਾਰੇ ਲੋਕ ਨੇ, ਸ਼ਾਹਿਦ ਜੋਈਆ ਹੈ, ਕਾਸਿਮ ਸਨਾਰਾਮੇ ਸਾਹਿਬ ਨੇ, ਇਹ ਸਾਰਿਆਂ ਨੇ ਜਿਹੜਾ ਸ਼ਾਊਟ ਆਊਟ ਦਿੱਤਾ ਨਾ, ਇਹ ਪਹਿਲੇ ਲੋਕਾਂ ਨੂੰ ਨਾ ਬੜਾ ਅਜੀਬ ਲੱਗਦਾ ਸੀ ਕਿ ਖਾਬ ਦੀਆਂ ਗੱਲਾਂ ਕਰ ਰਹੇ ਆ, ਖਿਆਲਾਂ ਦੀਆਂ ਗੱਲਾਂ ਕਰ ਰਹੇ। ਲੇਕਿਨ ਇਹ ਚਾਇਕਾਨ ਦੇ ਵਿੱਚ ਜਦੋਂ 12 ਵਜੇ ਗੇਟ ਬੰਦ ਹੋ ਗਿਆ ਨਾ ਸਰ, ਇਹ ਸਾਰਿਆਂ ਨੂੰ ਪਤਾ ਲੱਗ ਗਿਆ। ਵਾਹ। ਮੇਰੇ ਕੋਲ ਮੇਰੀ ਟੀਮ 'ਚ 6 ਲੜਕੇ ਸੀ ਬਾਹਰ, 7ਵਾਂ ਮੇਰਾ ਭਾਈ ਸੀ ਇੱਕ, ਉਹ ਸੀ ਨਾਲ, ਉਹ ਸਾਡੀ ਫੈਕਟਰੀ ਵੀ ਉਹ ਹੈਂਡਲ ਕਰਦਾ, 8ਵਾਂ ਮੈਂ ਸੀ। ਤੇ ਮੈਂ
ਕੋਸ਼ਿਸ਼ ਕੀਤੀ ਉਹਦੇ ਚ ਐਨਾਲਿਸਿਸ ਕਰਨ ਦੀ ਕਿ ਕੋਈ 1 ਮਿੰਟ ਐਸਾ ਹੈਗਾ ਕਿ ਜਿਹਦੇ ਚ ਅਸੀਂ ਅੰਗੇਜ ਨਾ ਹੋਈਏ ਔਰ ਉਹ ਸਾਰੀ ਅੱਛਾ ਉਹਦੇ 'ਚ ਸਭ ਤੋਂ ਵੱਡੀ ਖੂਬੀ ਇਹ ਸੀ ਕਿ 90% ਯੰਗ ਜਨਰੇਸ਼ਨ ਸੀ, ਉਹ ਨਵੇਂ ਰਸਤੇ ਲੈਣ ਆਏ ਸੀ। ਤੁਹਾਡੀ ਸ਼ਾਊਟ ਆਊਟ ਨੇ ਔਰ ਆਜ਼ਾਦ ਚਾਏਵਾਲਾ ਸਾਹਿਬ ਦੀ ਸ਼ਾਊਟ ਆਊਟ ਨੇ ਸਰ, ਇਹ ਇਨਕਲਾਬ ਉਹਨਾਂ ਨੇ ਕੀਤਾ। ਇਹ ਜਿੰਨੇ ਬੱਚੇ ਆਏ ਸੀ ਇਹਨਾਂ ਸਾਰਿਆਂ ਨੇ ਇਸ ਲਾਈਨ ਤੇ ਚੱਲਣਾ। ਜਿੱਥੇ ਤੱਕ ਹੈ ਡਾਲਰਸ ਔਰ ਪਾਊਂਡ ਦੀ, ਅਗਰ ਜਿਹੜਾ ਤੁਸੀਂ ਤੁਹਾਡੇ ਨਾਲ ਮੇਰੀ ਡਿਸਕਸ਼ਨ ਹੋਈ ਔਰ ਮੈਂ ਟੂ ਬੀ ਓਨੈਸਟ ਕਿ ਅਸੀਂ ਸਿਰਫ ਤੁਹਾਡੀ ਵਜ੍ਹਾ ਤੋਂ ਆਏ ਸੀ, ਅਦਰਵਾਈਜ਼ ਅਸੀਂ ਨਹੀਂ ਸੀ ਆਉਣਾ। ਸਾਡਾ ਮਾਡਲ ਆਰਾਮ ਨਾਲ ਚੱਲ ਰਿਹਾ। ਪਾਕਿਸਤਾਨ 'ਚ ਇੱਕ ਬੱਚਾ ਬੈਠਾ ਹੈ, ਸਾਡੇ ਕੋਲ ਸਾਰੇ ਦੇ ਸਾਰਾ ਸਾਡਾ ਜਿਹੜਾ ਹੋਲਸੇਲਰ ਆ ਜਿਹਨਾਂ ਨੂੰ ਅਸੀਂ ਦਿੰਦੇ ਹਾਂ ਨਾ ਸਮਾਨ, ਉਹ ਸਾਰੇ ਦੇ ਸਾਰੇ ਪਾਕਿਸਤਾਨੀ ਆ ਔਰ ਉਹ ਪਾਕਿਸਤਾਨ 'ਚ ਬੈਠੇ ਆ। ਵਾਹ। ਅਸੀਂ ਉਹਨਾਂ ਦੇ ਬਿਹਾਫ ਤੇ ਯੂਕੇ 'ਚੋਂ ਸਿਰਫ ਸ਼ਿਪ ਕਰਦੇ ਹਾਂ। ਉਹ ਪਾਕਿਸਤਾਨ 'ਚ ਬੈਠ ਕੇ ਈਬੇ ਤੇ ਵੇਚੇ, ਐਮਾਜ਼ੋਨ ਤੇ ਵੇਚੇ, ਐਟਸੀ ਤੇ ਵੇਚੇ, ਟਿਕਟੌਕ ਤੇ ਵੇਚੇ, ਟੀਮੂ ਤੇ ਵੇਚੇ, ਫੇਸਬੁੱਕ, ਅਸਲ ਵਿੱਚ ਇੱਥੇ ਤੁਸੀਂ ਜਿੱਥੇ ਮਰਜ਼ੀ ਵੇਚੇ। ਮੇਰੇ ਜਿਹੜੇ ਕੁਝ ਸਵਾਲਾਤ ਨੇ ਚਾਹਕਾਨ ਤੋਂ ਰਿਲੇਟਡ, ਤੁਹਾਡਾ ਖਿਆਲ ਹੈ ਵੇ ਕਿ ਜਿਹੜੀ ਕਾਨਫਰੰਸਿਸ ਲੱਗਦੀਆਂ ਨੇ, ਮਿਲਣ ਲੱਗਦੇ ਨੇ, ਕੋਈ ਫਾਇਦਾ ਵੀ ਹੈ? ਇਹਦਾ ਹਾਊਸ ਆਫਿਸ ਦਾ ਫਾਇਦਾ ਯਾਰ ਕਿਸ ਤਰ੍ਹਾਂ ਫਾਇਦਾ? ਨਹੀਂ ਸਰ ਦੇਖੋ ਨਾ, ਇਹ ਫਾਇਦਾ ਕਿਸ ਤਰ੍ਹਾਂ? ਇਹਦਾ ਫਾਇਦਾ ਸਰ ਇਸ ਤਰ੍ਹਾਂ ਕਿ ਜਿਹੜੀ ਗੱਲ ਤੁਸੀਂ ਜ਼ੁਬਾਨੀ ਦੱਸ ਰਹੇ ਹੁੰਦੇ ਨਾ, ਉਹ ਕਹਿੰਦਾ ਯਾਰ ਐਵੇਂ ਮੰਜਣ ਵੇਚ ਰਿਹਾ, ਜਿਹੜਾ ਤੁਸੀਂ ਅੱਗੇ ਲਫ਼ਜ਼ ਇਸਤੇਮਾਲ ਕੀਤਾ ਮੈਂ ਨਹੀਂ ਇਹ ਕਰਦਾ, ਤੁਸੀਂ ਚੁੱਕੇ ਕੀਤਾ ਸੀ, ਉੱਥੇ ਤੁਸੀਂ ਉਹਨੂੰ ਸਾਬਤ ਕਰਦੇ ਆ। ਸਾਨੂੰ ਉੱਥੇ ਹਰ ਬੰਦੇ ਨੇ ਸਵਾਲ ਕੀਤਾ ਵੀ ਤੁਹਾਡਾ ਮਾਡਲ ਪ੍ਰੈਕਟੀਕਲ ਕਿੱਦਾਂ? ਹੁਣ ਕਹਿੰਦਾ ਸੀ ਆ ਅਸੀਂ ਤੈਨੂੰ ਦੱਸਦੇ ਹਾਂ ਪ੍ਰੈਕਟੀਕਲ ਕਿੱਦਾਂ। ਇਹ ਅਕਾਊਂਟ ਹੈ ਤੂੰ ਬਣਾ, ਇਹ ਤੈਨੂੰ ਅਗਰ ਬਣਾਉਣਾ ਨਹੀਂ ਆਉਂਦਾ ਅਸੀਂ ਤੇਰੀ ਹੈਲਪ ਕਰਾਂਗੇ, ਠੀਕ ਹੈ, ਔਰ ਸਾਡੀ ਕੋਈ ਫੀਸ ਨਹੀਂ ਉਹਦੇ ਤੇ, ਠੀਕ ਹੈ। ਤੇਰਾ ਬੈਂਕ ਅਕਾਊਂਟ ਨਹੀਂ ਖੁੱਲਦਾ ਅਸੀਂ ਤੈਨੂੰ ਦੱਸਾਂਗੇ ਕਿੱਦਾਂ ਕਿੱਦਾਂ ਲੀਗਲ ਵੇ ਨਾਲ ਖੋਲ੍ਹਣਾ, ਠੀਕ ਹੈ। ਤੇਰਾ ਅਕਾਊਂਟ ਨਹੀਂ ਬਣਦਾ ਅਸੀਂ ਤੈਨੂੰ ਦੱਸਾਂਗੇ ਤੇਰੇ ਈਬੇ, ਐਮਾਜ਼ੋਨ, ਟਿਕਟੌਕ ਦੇ ਅਕਾਊਂਟ ਲੀਗਲੀ ਕਿੱਦਾਂ ਖੁੱਲ੍ਹਣੇ ਆ। ਅੱਛਾ। ਉਸ ਤੋਂ ਬਾਅਦ ਤੈਨੂੰ ਸੇਲ ਨਹੀਂ ਆਉਂਦੀ, ਅਸੀਂ ਤੈਨੂੰ ਉਹਦੀਆਂ ਵੀ ਟਿਪਸ ਦਾਂਗੇ। ਸਾਡੀ ਟੀਮ ਤੈਨੂੰ ਰਹਿਨੁਮਾਈ ਤੁਹਾਡੀ ਕਰੇਗੀ ਕਿ ਤੁਸੀਂ ਸੇਲਸ ਕਿੱਦਾਂ ਜਨਰੇਟ ਕਰਨੀਆਂ ਸ਼ੁਰੂ ਕਰਨੀਆਂ, ਤੁਸੀਂ ਉਹਦੀ ਰੈਂਕਿੰਗ ਕਿੱਦਾਂ ਕਰਨੀ ਹੈ। ਤੁਹਾਡਾ ਸਭ ਤੋਂ ਵੱਡਾ ਪ੍ਰੋਬਲਮ ਇਹ ਆ, ਤੁਸੀਂ ਕਹਿੰਦੇ ਹੋ ਜੀ ਮੈਂ ਹੁਣ ਥੋੜ੍ਹਾ ਜਿਹਾ ਇਨੀਸ਼ੀਅਲੀ ਇੱਕ ਪੀਸ ਹੀ ਵਿਕਦਾ। ਮੇਰੇ ਇੱਕ ਬਹੁਤ ਮਿਹਰਬਾਨ ਉੱਥੇ ਨੇ ਜਿਹੜੇ ਲੋਕਾਂ ਨੂੰ ਮੇਰੇ ਬਾਰੇ 'ਚ ਕਹਿੰਦੇ ਨੇ ਬੜੇ ਇੱਦਾਂ ਕਿ ਸਾਡੇ ਕੋਲੋਂ ਨਾ ਪੀਸ ਲੈਂਦਾ ਹੁੰਦਾ ਸੀ। ਅੱਛਾ। ਐਂਡ ਆਲਵੇਜ਼ ਆਈ ਐਪਰੀਸ਼ੀਏਟ ਦੈਮ ਕਿ ਹਾਂ ਵੀ ਬਿਲਕੁਲ ਠੀਕ ਕਹਿ ਰਿਹਾ, ਮੈਂ ਪੀਸ ਹੀ ਲੈਂਦਾ ਸੀ। ਮੈਂ ਹਰ ਬੰਦੇ ਨੂੰ ਇਹ ਦੱਸਦਾ ਕਿ ਇੱਕ ਪੀਸ ਤੋਂ ਹੀ ਮੈਂ ਸ਼ੁਰੂ ਕੀਤਾ ਸੀ। ਹਾਂ। ਤੇ ਤੁਸੀਂ ਵੀ ਇੱਕ ਪੀਸ ਤੋਂ ਹੀ ਸ਼ੁਰੂ ਕਰਨਾ। ਤੁਸੀਂ ਪਹਿਲੇ ਦਿਨ ਪੈਸੇ ਲਾ ਕੇ ਡੱਬੇ ਖਰੀਦ ਕੇ ਆਪਣੇ ਪੈਸੇ ਨਹੀਂ, ਜੇ ਉਹ ਨਾ ਵਿਕੇ ਤਾਂ ਕਿਹਨੂੰ ਦੇਣੇ ਆ? ਵਾਹ ਵਾਹ। ਤੁਸੀਂ ਜਿਹੜਾ ਪੀਸ ਵੇਚਣਾ ਨਾ ਰਾਤ ਨੂੰ 12 ਵਜੇ ਤੁਹਾਨੂੰ ਉਹ ਪੇਮੈਂਟ ਕਲੀਅਰ ਹੋ ਗਈ ਹੈ, ਤੁਸੀਂ ਉਹ ਸਵੇਰ ਸਾਡੇ ਕੋਲੋਂ ਸ਼ਿਪ ਕਰਾ ਲਓ। ਤੁਹਾਡਾ ਇੱਕ ਵਿਕ ਗਿਆ, ਤੁਹਾਡਾ 100 ਵਿਕ ਗਿਆ, ਤੁਹਾਡਾ 1000 ਵਿਕ ਗਿਆ। ਜਿੱਦਣ ਤੁਹਾਡਾ ਵੋਲੀਅਮ ਬਣਨਾ ਸ਼ੁਰੂ ਹੋ ਜਾਏ, ਸਤ ਬਿਸਮਿਲ੍ਲਾ, ਆਪਣੀ ਜਗ੍ਹਾ ਲਵੋ, ਆਪਣੇ ਵੇਅਰ ਹਾਊਸ ਲਵੋ, ਆਪਣੀ ਇੰਪੋਰਟ ਕਰੋ। ਉਹਨੇ ਦਿਨ ਇਹ ਰਿਸਕ ਨਾ ਲਵੋ, ਸਿਰਫ ਅਕਲ ਦਾ ਰਿਸਕ ਲਵੋ, ਉਹਨੂੰ ਇਸਤੇਮਾਲ ਕਰੋ, ਆਪਣੀ ਸਮਾਰਟਨੈਸ ਨੂੰ ਇਸਤੇਮਾਲ ਕਰੋ। ਵੇਚੋ, ਯੂਕੇ 'ਚ ਵੇਚੋ, ਇਟਲੀ 'ਚ ਵੇਚੋ। ਅਸੀਂ 2 ਜਗ੍ਹਾ ਦੇ ਉੱਤੇ ਇਸ ਵੇਲੇ ਦੇ ਰਹੇ ਹਾਂ। ਜ਼ਿਆਦਾ ਕਿਸੇ ਹੋਰ ਕੰਟਰੀ 'ਚ ਲੈਣਾ ਤੇ ਅਸੀਂ ਤੁਹਾਨੂੰ ਫਿਰ ਪਾਕਿਸਤਾਨ ਨੂੰ ਦੇਵਾਂਗੇ। ਉੱਥੇ ਅਸੀਂ ਤੁਹਾਨੂੰ ਇੱਕ ਪੀਸ ਵੀ ਦੇ ਸਕਦੇ ਹਾਂ, ਠੀਕ ਹੈ। ਯੂਕੇ 'ਚ ਔਰ ਇਟਲੀ 'ਚ ਅਸੀਂ ਤੁਹਾਨੂੰ ਇੱਕ ਸਿੰਗਲ ਪੀਸ ਵੀ ਦੇ ਦਾਂਗੇ, ਜਿਹੜਾ ਕਿ ਕੋਈ ਹੋਲਸੇਲਰ ਨਹੀਂ ਦਿੰਦਾ। ਔਰ ਯੂਐਸਏ 'ਚ ਅਸੀਂ ਸ਼ੁਰੂ ਕਰ ਰਹੇ ਹਾਂ। ਯੂਐਸਏ 'ਚ ਅਸੀਂ ਇਨਸ਼ਾਅੱਲਾ ਸ਼ੁਰੂ ਕਰ ਰਹੇ ਹਾਂ ਅਗਲਾ ਪ੍ਰੋਜੈਕਟ ਜਿਹੜਾ। ਉਹਦੇ ਲਈ ਸਾਰੀ ਜਿਹੜੀ ਆ ਉਹ ਤੁਹਾਡੀ ਐਫਰਟਸ ਜਿਹੜੀਆਂ ਮਾਸ਼ਾਅੱਲਾ ਤੁਸੀਂ ਆਲਰੇਡੀ ਉੱਥੇ ਇਨਫਰਾਸਟ੍ਰਕਚਰ 'ਚ ਮੌਜੂਦ ਹੋ। ਅਸੀਂ ਤਾਂ ਉਹਦੇ 'ਚ ਐਵੇਂ ਬਿਲਕੁਲ ਛੋਟਾ ਜਿਹਾ ਆਪਣਾ ਸ਼ੇਅਰ ਪਾਣਾ ਨਹੀਂ। ਲੇਕਿਨ ਜਿਹੜਾ ਚਾਹੇ ਕੌਣ ਸੀ ਨਾ ਸਰ, ਮਤਲਬ ਅਨਬਲੀਵੇਬਲ। ਮੈਂ ਹਰ ਸਾਲ ਜ਼ਿੰਦਾਬਾਦ ਆਜ਼ਾਦ, ਜ਼ਿੰਦਾਬਾਦ। ਮੈਂ ਹਰ ਸਾਲ ਕੈਂਟਨ ਜਾਂਦਾ। ਇਸ ਸਾਲ ਮੈਂ 3 ਵਾਰੀ ਚਾਈਨਾ ਗਿਆ ਆਪਣੀ ਚੀਜ਼ਾਂ ਦੀ ਸੋਰਸਿੰਗ ਲਈ, 1 ਵਾਰੀ ਕੈਂਟਨ। ਪਿਛਲੇ 4 ਸਾਲ ਤੋਂ 5 ਸਾਲ ਤੋਂ ਮੈਂ 3-4 ਸਾਲ ਜਦੋਂ ਦੀ ਕਰੋਨਾ ਤੋਂ ਬਾਅਦ ਸ਼ੁਰੂ ਹੋਇਆ, ਮੈਂ ਹਰ ਵਾਰੀ ਹੈਮਟੈਕਸ ਜਾਂਦਾ। ਯੂਕੇ ਬਰਮਿੰਗਮ ਸਾਡੇ ਐਨਈਸੀ ਐਗਜ਼ੀਬਿਸ਼ਨ ਲੱਗਦੀ, ਉੱਥੇ ਜਾਂਦਾ। ਸਰ ਇੰਨਾ ਰਸ਼ ਤੇ ਚਾਇਕਾਨ ਨੇ ਜਿਹੜਾ ਲਿਆ ਨਾ, ਇਹ ਤੇ ਕੈਂਟਨ ਨਹੀਂ ਲੈਂਦਾ ਕਿ ਗਲੀ ਚੋਂ ਲੰਘਣ ਨੂੰ ਥਾਂ ਨਾ ਹੋਵੇ। ਨੋ ਡਾਊਟ ਬੜਾ ਵੱਡਾ ਉੱਥੇ ਪੂਰੀ ਦੁਨੀਆ ਤੋਂ ਆਉਂਦਾ। ਅਸੀਂ ਇਹਨੂੰ ਸਕੇਲ ਓਨੇ ਲਈ ਕਰਨਾ, ਪਰਸੈਂਟੇਜ। ਅਸੀਂ ਪਰਸੈਂਟੇਜ ਕੱਢਣੀ ਆ। ਅਗਰ ਕੈਂਟਨ ਦੇ ਵਿੱਚ 180-90 ਮੁਲਕਾਂ ਚੋਂ ਬੰਦਾ ਆਉਂਦਾ ਤੇ ਅਸੀਂ ਤੇ ਤੁਸੀਂ ਔਰ ਆਜ਼ਾਦ ਸਾਹਿਬ ਨੇ ਤੇ ਪਾਕਿਸਤਾਨ ਚੋਂ ਇਕੱਠਾ ਕਰਨਾ ਸੀ। ਹਾਂਜੀ। ਅਗਰ ਇਹਦੀ ਰੇਸ਼ੋ ਕੱਢੋ ਨਾ ਤੇ ਤੁਹਾਡੀ ਰੇਸ਼ੋ ਤੋਂ ਉਹਦੇ ਨਾਲ 5 ਟਾਈਮਸ ਜ਼ਿਆਦਾ ਹੋਣੀ ਕਮ ਅਜ਼ ਕਮ, ਕਿ ਉੱਥੇ ਬੰਦਾ ਲੰਘਣ ਨੂੰ ਜਗ੍ਹਾ ਨਹੀਂ। ਦੇਖੋ ਤੁਸੀਂ ਇਹ ਹੀ ਕਰ ਸਕਦੇ ਸੀ, ਤੁਸੀਂ ਬੰਦੇ ਲਿਆ ਕੇ ਉੱਥੇ ਇਕੱਠੇ ਕਰ ਦਿੱਤੇ ਕਿ ਲਓ ਬਈ ਇਹ ਹੁਣ ਮੈਦਾਨ ਆ, ਇਹਨੂੰ ਹੁਣ ਦੇਖੋ, ਖੇਲੋ, ਸਿੱਖੋ, ਲਰਨ ਕਰੋ। ਉਹ ਇੱਕ ਮੌਕਾ ਦੇਣਾ, ਇੱਕ ਪਲੇਟਫਾਰਮ ਤੇ ਇਕੱਠਾ ਕਰਨਾ। ਇਹਦੇ 'ਚ ਕਮ ਅਜ਼ ਕਮ ਦੇਖੋ, ਮੇਰਾ ਖਿਆਲ ਆ 2 ਦਿਨ 'ਚ ਕਮ ਅਜ਼ ਕਮ 2 ਲੱਖ ਵਿਜ਼ਿਟਰ ਹੋਏਗਾ। ਉਹਨੇ ਆਪਣੇ ਸਾਰੇ ਸਵਾਲਾਂ ਦੇ ਜਵਾਬ ਜਿੱਥੋਂ ਉਹਨੇ ਜਿਹਦੇ ਉਹਨੂੰ ਪਸੰਦ ਆਏ ਉਹਨੇ ਉੱਥੋਂ ਲਏ ਆ। ਇਹ ਸਵਾਲਾਂ ਦੇ ਜਵਾਬ ਉਹਨੂੰ ਅਦਰਵਾਈਜ਼ ਇੱਕ ਜਗ੍ਹਾ ਤੋਂ ਇੱਦਾਂ ਨਹੀਂ ਸੀ ਮਿਲਣੇ। 300 ਸਟਾਲ ਹੈ ਅਗਰ, ਤੇ 300 ਬੰਦਾ ਆਨਸਰ ਕਰਨ ਵਾਲਾ ਅੱਗੇ ਖੜਾ। ਹਰ ਸਟਾਲ ਦੇ ਉੱਤੇ ਕਮ ਸੇ ਕਮ 5-6 ਬੰਦੇ ਆਨਸਰ ਕਰਨ ਵਾਲੇ ਖੜੇ। ਇਹ ਫੈਸਿਲਿਟੀ ਜਿਹੜੀ ਦਿੱਤੀ ਹੈ, ਇਹ ਪਾਕਿਸਤਾਨ ਦਾ ਨਵਾਂ ਏਰਾ ਹੈ। ਔਰ ਬਤੌਰ ਐਮਾਜ਼ੋਨ ਸੈਲਰ, ਮੋਰ ਦੈਨ 12 years ਆਮ ਐਨ ਐਮਾਜ਼ੋਨ ਸੈਲਰ।
ਕਿ ਪਾਕਿਸਤਾਨੀ ਵੀਏਜ਼ ਨੇ ਔਰ ਪਾਕਿਸਤਾਨੀ ਸੈਲਰਸ ਨੇ ਹਰ ਪਾਸੇ ਕਮਾਲ ਕੀਤਾ। 2 ਨੰਬਰ ਵਾਲੇ ਵੀ ਥੋੜਾ ਜਿਹਾ ਕੀਤਾ, ਲੇਕਿਨ 1 ਨੰਬਰ ਵਾਲੇ ਪਾਸੇ ਬਹੁਤ ਜ਼ਿਆਦਾ ਬਹੁਤ ਕਮਾਲ ਕੀਤਾ। ਕੀਤਾ। ਦੇਖੋ ਅਮਰੀਕਾ 'ਚ UK 'ਚ ਦੁਨੀਆ ਪਾਕਿਸਤਾਨੀ ਜਿਹੜੇ ਐਕਸਪਰਟਸ ਆ Amazon ਸਰਵਿਸਿਜ਼ ਤੇ ਗੋਰਾ ਵੀ ਲੈ ਰਹੇ ਆ, ਹਰ ਜਗ੍ਹਾ ਤੇ ਛਾਏ ਆ, ਫਾਈਵਰ ਤੇ ਇਹ ਬੈਠੇ ਆ ਸਾਰੇ, ਹਰ ਜਗ੍ਹਾ ਤੇ ਇਹ ਬੈਠੇ। ਇਹ ਜਿਹੜੀ ਸ਼ਾਊਟ ਆਊਟ ਸੀ, ਜਿਹੜੀ ਅਵੇਅਰਨੈਸ ਸੀ, ਹੁਣ ਇਹ ਲੋਕਾਂ ਤੱਕ ਚਲੀ ਗਈ ਹੈ। ਅਲਹਮਦੁਲਿਲਾ। ਸਾਡੀ ਸਭ ਤੋਂ ਵੱਡੀ ਪਾਕਿਸਤਾਨ ਦੀ ਐਡਵਾਂਟੇਜ ਆ ਸਰ, 60% ਆਬਾਦੀ ਜਿਹੜੀ ਆ ਉਹ 20-25 ਸਾਲ ਵਾਹ ਵਾਲੀ ਹੈ। ਵਾਹ ਵਾਹ ਵਾਹ, ਸੁਭਾਨ ਇਹਨਾਂ ਅੱਲਾਹ, ਨੂੰ ਡਾਇਰੈਕਸ਼ਨ ਦੇ ਰਹੇ ਤੁਸੀਂ, ਅਲਹਮਦੁਲਿਲਾ ਉਹ ਬੈਰੀਅਰ ਤੋੜੇ ਜਾ ਰਹੇ ਆ ਅਲਹਮਦੁਲਿਲਾ। ਕਿ ਜੀ ਉਹ ਮਤਲਬ ਮੈਂ ਇੱਕ ਤੁਹਾਡੀ ਮਿਸਾਲ ਅੱਜ ਵੀ ਦਿੱਤੀ ਕਿ ਤੁਹਾਨੂੰ ਇੱਕ ਬੱਚੇ ਨੇ ਸਵਾਲ ਕੀਤਾ ਕਿ ਜੀ ਮੈਂ ਨਾ ਜੁੱਤੀਆਂ ਵੇਚਣੀਆਂ, ਤੁਸੀਂ ਕਿਹਾ ਵੀ ਕਿਉਂ ਵੇਚਣੀਆਂ? ਉਹਨੇ ਕਿਹਾ ਜੀ ਮੇਰੇ ਅੱਬਾ ਜੀ ਜੁੱਤੀਆਂ ਬਣਾਉਂਦੇ। ਤੁਸੀਂ ਕਿਹਾ ਯਾਰ ਜੁੱਤੀਆਂ ਇਸ ਲਈ ਨਹੀਂ ਵੇਚਣੀਆਂ ਵੀ ਅੱਬਾ ਜੀ ਬਣਾਉਂਦੇ, ਇਹ ਦੇਖ ਕੇ ਉਹਦੇ 'ਚ ਮਾਰਜਨ ਹੈਗਾ, ਤੈਨੂੰ ਵੇਚਣਾ ਅਗਰ ਆ ਜਾਏ ਤਾਂ ਤੂੰ ਭਾਵੇਂ ਜਹਾਜ਼ ਵੇਚ ਲਾ। ਅਸਲ ਰੌਲਾ ਤੁਸੀਂ ਵੇਚਣਾ ਸਿਖਾਉਣਾ ਹੈ। ਇਹ ਰੋਜ਼ ਮਾਡਲ ਬਦਲ ਰਿਹਾ। ਕਰੋਨਾ ਤੋਂ ਪਹਿਲੇ ਮਾਡਲ ਹੋਰ ਸੀ, ਕਰੋਨਾ ਤੋਂ ਬਾਅਦ ਮਾਡਲ ਹੋਰ ਹੈ। ਹੁਣ ਅਗਰ ਇਹਦੇ ਨਾਲ ਅਸੀਂ ਰੋਜ਼ ਡਿਵੈਲਪ ਨਹੀਂ ਹੋਵਾਂਗੇ, ਮਤਲਬ ਮੈਂ ਦੇਖਿਆ ਕਿ ਅਸੀਂ 12 ਸਾਲ 'ਚ ਸਾਡਾ ਮਾਡਲ ਜ਼ਮੀਨ ਤੋਂ ਅਸਮਾਨ ਚੇਂਜ ਹੋ ਗਿਆ ਹਰ ਸ਼ੈ, ਲੇਕਿਨ ਉਹਨੂੰ ਰੋਜ਼ ਅਸੀਂ ਡਿਵੈਲਪ ਕਰ ਰਹੇ, ਅਸੀਂ ਰੋਜ਼ ਟੀਮ 'ਚ ਨਵਾਂ ਬੰਦਾ ਲੈ ਰਹੇ। ਇਹ ਹੁਣ AI ਆ ਗਈ, ਫੋਟੋ ਸ਼ੂਟ ਕਰਾਉਣ ਲਈ ਫੈਸਲਾਬਾਦ ਖਪਦੇ ਫਿਰੀਦਾ ਸੀ। UK ਦੇ ਵਿੱਚ $600 ਦੀ ਪਾਉਂਡ ਦੀ ਫੋਟੋ ਸ਼ੂਟ ਹੁੰਦਾ ਸੀ, ਫੈਸਲਾਬਾਦ 60-70 ਹਜ਼ਾਰ ਦਾ ਹੁੰਦਾ ਸੀ, ਖਪਦੇ ਫਿਰੀਦਾ ਸੀ। ਇਹ ਹੁਣ ਨਵੀਆਂ ਸਾਡੀਆਂ ਪ੍ਰੋਡਕਟ ਚਾਈਨਾ ਤੋਂ ਆਈਆਂ, ਇਹ ਆਨਲਾਈਨ ਮੇਰੀ ਟੀਮ ਨੇ ਚੁੱਕ ਕੇ ਸਾਰਿਆਂ ਦਾ ਫੋਟੋ ਸ਼ੂਟ ਬਣਾ ਲਿਆ। ਹਾਲੇ ਕੰਟੇਨਰ ਜਿਹੜਾ ਹੈ ਨਾ ਉਹ 3 ਦਿਨ ਬਾਅਦ ਲੱਗਣਾ, ਬਿਲਕੁਲ ਨਵੀਆਂ ਚੀਜ਼ਾਂ ਜਿਹੜੀਆਂ ਅਸੀਂ ਆਲਰੇਡੀ ਨਹੀਂ ਵੇਚ ਰਹੇ, ਉਹ ਸਾਰੇ ਫੋਟੋ ਸ਼ੂਟ ਮੁੰਡਿਆਂ ਨੇ AI ਤੇ ਕੱਢ ਲਏ। ਇਹ ਹੁਣ ਪਹਿਲੇ ਨਹੀਂ ਸੀ ਇਦਾਂ ਹੁੰਦਾ। ਇਹ ਜਿਹੜੀ ਨਵੀਂ ਅਸਲ ਆ ਸਰ, ਹੁਣ ਅਗਰ ਅੱਜ ਤੁਸੀਂ ਇੱਕ ਮੀਟਿੰਗ ਕਰ ਰਹੇ ਸੀ ਰਿਹਾਨ ਅੱਲਾਵਾਲਾ ਸਾਹਿਬ ਨਾਲ, ਉਹ ਮੈਂ ਜਿੰਨੀਆਂ ਚੀਜ਼ਾਂ ਸੁਣੀਆਂ ਮੇਰੇ ਲਈ ਨਵੀਆਂ ਵਾ। ਆਈ ਕਾਂਟ ਲਰਨ ਨਾਓ, ਮੈਂ ਹੁਣ ਉਹ ਲਰਨ ਨਹੀਂ ਕਰ ਸਕਦਾ। ਹੁਣ ਬਾਹਰ ਬਹਿ ਕੇ ਆਪਾਂ ਇਹਨਾਂ ਨੂੰ ਦੱਸ ਸਕਦੇ ਹਾਂ, ਇਹਨਾਂ ਨੂੰ ਥਾਪੀ ਦੇ ਸਕਦੇ, ਮੇਰਾ ਤਾਂ ਖਿਆਲ ਹੈ ਇੱਕ ਇਹਨਾਂ ਨੂੰ ਥਾਪੀ ਦੇ ਸਕਦੇ ਵੀ ਸ਼ਾਬਾਸ਼। ਤੁਸੀਂ ਬਹੁਤ ਕੁਇਕ ਲਰਨਰ ਹੋ, ਔਰ ਜਿੰਨੀ ਮਤਲਬ ਮੈਂ ਤੁਹਾਡੇ ਨਾਲ ਡਿਸਕਸ਼ਨ ਕੀਤੀ ਹੈ, ਮੈਨੂੰ ਇਹ ਲੱਗਾ ਕਿ ਤੁਸੀਂ ਤੇ ਮਤਲਬ ਤੁਹਾਨੂੰ ਦੂਸਰੀ ਦਫਾ ਨਹੀਂ, ਇੱਕ ਤੁਸੀਂ ਕੰਨ 'ਚ ਹਲਕੀ ਦੀ ਸੁਣਦੇ ਹੋ ਗੱਲ ਔਰ ਤੁਸੀਂ ਉਹਨੂੰ ਕੁਇਕਲੀ ਲਰਨ ਕਰ ਲੈਂਦੇ ਹੋ। ਤੇ ਤੁਹਾਡਾ ਕੀ ਖਿਆਲ ਹੈ ਕਿ ਆਸਿਮ ਭਾਈ ਜਿਹੜੀ ਸਾਡੀ ਯੂਥ ਦੀ ਜਿਹੜੀ ਮਾਯੂਸੀ ਹੈ, ਦੇਖੋ ਚਾਇਕਾਨ ਜਿਹੜੀ ਹੈ, ਚਾਇਕਾਨ ਦੇ ਅੰਦਰ ਇੱਕ ਦੁਨੀਆ ਹੋਰ ਸੀ, ਉਮੀਦ ਸੀ, ਹੋਪ ਸੀ, ਕਨੈਕਸ਼ਨ ਸਨ। ਇੱਕ ਦੁਨੀਆ ਪਾਕਿਸਤਾਨ ਛੱਡ ਵੀ ਰਹੀ ਹੈ, 2.5 ਲੱਖ ਬੰਦਾ ਛੱਡ ਗਿਆ। ਮੈਂ ਵੀ ਛੱਡਿਆ ਸਰ। ਤੁਹਾਡਾ ਕੀ ਖਿਆਲ ਹੈ ਕਿ ਕਿੱਥੇ ਜਰਾ ਨਹੀਂ ਸਰ, ਉਹ ਜਿਹੜਾ ਦੇਖੋ ਮੈਂ ਸਮਝਦਾ ਕੋਈ ਜਿਹੜਾ 2.5 ਲੱਖ ਬੰਦਾ ਛੱਡ ਰਿਹਾ ਨਾ, ਉਹ ਜੋ ਮਰਜ਼ੀ ਕਰ ਲਵੇ, ਉਹ ਕਿਤੇ ਨਾ ਕਿਤੇ ਪਾਕਿਸਤਾਨ ਨੂੰ ਸਟਰੈਂਥਨ ਕਰ ਰਿਹਾ ਇਨਸ਼ਾਅੱਲਾ। ਠੀਕ ਹੈ, ਠੀਕ ਹੈ। ਦੇਖੋ ਉਹ ਤੁਹਾਡਾ ਐਸੈਟ ਆ। ਠੀਕ ਹੈ। ਚਾਈਨਾ ਨੇ ਜੇ ਤਰੱਕੀ ਕੀਤੀ ਤੇ ਚਾਈਨਾ ਦੀ ਜਦੋਂ ਮੁਆਹਦਾ ਜਿਹੜਾ ਅਮਰੀਕਾ ਨਾਲ ਔਰ ਯੂਰਪ ਨਾਲ ਉਹਨਾਂ ਦਾ ਪਹਿਲਾ ਹੋਇਆ, ਉਹਨਾਂ ਨੇ ਯੂਨੀਵਰਸਿਟੀਆਂ ਦੇ ਦਾਖਲੇ ਲਏ ਸੀ ਕਿ ਸਾਡੇ ਸਟੂਡੈਂਟਸ ਨੂੰ ਯੂਨੀਵਰਸਿਟੀਆਂ 'ਚ ਐਡਮਿਸ਼ਨ ਦਿਓ। ਮੈਂ ਮੈਨਚੈਸਟਰ 'ਚ ਰਹਿੰਦਾ, ਮੇਰੇ 3 ਬੱਚੇ ਮੈਨਚੈਸਟਰ ਯੂਨੀਵਰਸਿਟੀ 'ਚੋਂ ਗ੍ਰੈਜੂਏਟ ਹੋਏ ਆ। ਮਤਲਬ UK ਦੀ ਵਨ ਆਫ ਦਾ ਬੈਸਟ ਯੂਨੀਵਰਸਿਟੀ ਹੈ, 200 ਸਾਲ ਪੁਰਾਣੀ ਹੈ। ਬਿਲਕੁਲ ਠੀਕ। ਉਹਦੇ ਬਾਹਰ ਲਿਖਿਆ ਵੀ ਇਹੀ ਹੈ, ਬਰਥ ਪਲੇਸ ਆਫ ਕੈਮੀਕਲ ਇੰਜੀਨੀਅਰਿੰਗ, ਬਾਹਰ ਬੋਰਡ ਲੱਗਿਆ। ਪਹਿਲਾ ਕੰਪਿਊਟਰ ਉੱਥੇ ਬਣਿਆ, ਉਹ ਹਾਲੇ ਵੀ ਪਿਆ ਉੱਥੇ। ਉਸ ਯੂਨੀਵਰਸਿਟੀ 'ਚ ਜਿਹੜੀ ਸਭ ਤੋਂ ਜ਼ਿਆਦਾ ਫਾਰਨਰ ਆ ਉਹ ਚਾਈਨੀਜ਼ ਨੇ, ਜਿਹੜੇ ਉੱਥੇ ਡਿਗਰੀ ਲੈਂਦੇ ਨੇ ਚਲੇ ਜਾਂਦੇ ਨੇ। ਫਿਰ ਪਾਕਿਸਤਾਨੀ ਨੇ, ਹੁਣ ਇੰਡੀਅਨ ਨੇ, ਸਾਰੇ ਮਤਲਬ ਸਾਰੇ। ਇਹ ਅਗਰ ਤੁਸੀਂ ਅੱਛਾ ਚਲੋ ਮੈਂ ਇਹਦੇ ਤੇ ਆ ਜਾਂਦਾ, ਜੇ ਤੁਸੀਂ ਬਾਹਰ ਨਾ ਭੇਜਦੇ ਤੇ ਸਾਰਾ ਐਟਮ ਬੰਬ ਕਿੱਥੋਂ ਬਣਾਉਣਾ ਸੀ? ਨਹੀਂ ਸੀ ਬਣਨਾ। ਤੁਸੀਂ ਸਾਇੰਟਿਸਟ ਬਾਹਰ ਭੇਜੇ, ਇਹ ਤੁਹਾਨੂੰ 100 ਬੰਦਾ ਅਗਰ ਬਾਹਰ ਗਿਆ ਸਰ, ਅਗਰ 10 ਬੰਦੇ ਤੁਹਾਨੂੰ ਰਿਟਰਨ ਨਹੀਂ ਨਾ ਮੁਲਕ ਨੂੰ ਦੇਣਗੇ ਤੇ 90 ਦੇਣਗੇ। ਉਹ ਰੋਕ ਹੀ ਨਹੀਂ ਸਕਦੇ। ਇਹ ਉਹਨਾਂ ਦੇ ਅੰਦਰ ਆ ਪਾਕਿਸਤਾਨ, ਮੇਰੇ ਅੰਦਰ ਆ ਪਾਕਿਸਤਾਨ। ਮੈਂ ਇੱਥੋਂ ਜੰਮ ਪਲ ਕੇ ਗਿਆ, ਮੇਰੇ ਅੰਦਰੋਂ ਅੱਜ ਵੀ ਪਾਕਿਸਤਾਨ ਨਹੀਂ ਨਿਕਲਦਾ। ਮੈਂ ਹਰ ਦੂਜੇ ਦਿਨ ਚਾਹੁੰਦਾ ਕਿ ਮੈਂ ਪਾਕਿਸਤਾਨੀ ਚੱਲ ਜਾਵਾਂ, ਮਤਲਬ ਉੱਥੇ ਆਵਾਂ ਫਿਰਾਂ ਤੁਰਾਂ, ਇੱਥੇ ਮਿਲਦਾ। ਇਹ ਤੁਹਾਨੂੰ ਰਿਟਰਨ ਕਰ ਰਹੇ ਹੋ। ਖੈਰ ਸਾਡੀ ਇਹ ਸਰਕਾਰੀ ਨਲਾਇਕੀ ਨੂੰ ਤੁਸੀਂ ਬੜੇ ਅੱਛੇ ਤਰੀਕੇ ਦੇ ਨਾਲ ਸਰ ਉਹਦੇ ਕੋਈ ਇਦਾਂ ਹੀ ਰਹਿਣੀ ਐਡਜਸਟ ਕਰਦੇ ਸਾਰੇ। ਇਹਦੇ ਪਿੱਛੇ ਅਗਰ ਅਸੀਂ ਚਾਹੀਏ ਤੇ ਇਹ ਸਰਕਾਰ ਦੇ ਪਿੱਛੇ ਕਹਿ ਦਈਏ ਵੀ ਜੀ ਠੀਕ ਆ ਕੋਈ ਨਹੀਂ ਤਾਂ ਨਾ ਸੀ ਸਰ, ਛੋਟਾ ਛੋਟਾ ਹਿੱਸਾ ਪਾਈਏ ਨਾ ਤੇ ਚੰਗਾ ਭਲਾ ਵੱਡਾ ਬਣ ਜਾਂਦਾ ਹਿੱਸਾ। ਬਿਲਕੁਲ। ਮਤਲਬ ਮੈਂ ਸਮਝਦਾ ਤੁਸੀਂ ਜਿਸ ਤਰ੍ਹਾਂ ਮਾਸ਼ਾਅੱਲਾ ਜਿੱਡੀ ਵੱਡੀ ਟੀਮ ਕ੍ਰੀਏਟ ਕੀਤੀ, ਇੱਕ ਬੰਦਾ ਬਾਹਰੋਂ ਆਉਂਦਾ ਇੱਥੇ ਕੋਈ ਆਰਡਰ ਦਿੰਦਾ, ਮੈਂ ਇੱਥੋਂ ਆਪਣੀ ਮੈਨੂਫੈਕਚਰਿੰਗ ਕਰਾਉਣਾ ਤੇ ਉੱਥੋਂ ਸਰ ਕੋਈ 150 ਬੰਦੇ ਨੂੰ ਰੋਜ਼ੀ ਮਿਲਦੀ ਹੈ ਨਾ। ਉਹ ਦੇਖੋ ਸ਼ੇਅਰ ਕਰ ਰਹੇ ਹੋ ਸਾਰਾ, ਜਿੰਨਾ ਬੰਦਾ ਬਾਹਰ ਜਾ ਰਿਹਾ ਨਾ ਇਹਨੂੰ ਜਾਣ ਦਿਓ, ਠੀਕ, ਇੱਥੇ ਪਾਬੰਦੀ ਨਾ ਲਾਓ, ਇਹ ਰਿਟਰਨ ਕਰੇਗਾ ਔਰ ਕਰ ਰਿਹਾ, ਇਹ ਕੰਟਰੀਬਿਊਟ ਕਰ ਰਿਹਾ। ਇਹਦੇ ਚੋਂ ਅਗਰ 10% ਨਹੀਂ ਕਰਨਗੇ ਨਾ ਤੇ ਕੋਈ ਗੱਲ ਨਹੀਂ, ਲੇਕਿਨ 90 ਜਿਹੜੇ ਆ ਨਾ ਉਹ ਬਾਈ ਨੇਚਰ ਦੌੜ ਹੀ ਨਹੀਂ ਸਕਦੇ ਪਾਕਿਸਤਾਨ ਤੋਂ। ਉਹਦੇ ਅੰਦਰ ਆ ਪਾਕਿਸਤਾਨ, ਉਹ ਕਿੰਨੀਆਂ ਉਹ ਨਿਕਲ ਨਹੀਂ ਸਕਦਾ। ਪਾਕਿਸਤਾਨ ਅੰਦਰ ਹੈ, ਉਹਦੇ ਅੰਦਰ, ਤੁਹਾਡੇ ਅੰਦਰ ਵੀ ਹੈ। ਅੱਛਾ ਆਸਮ ਸਾਹਿਬ, 3 ਮਿਲੀਅਨ ਪਾਉਂਡ ਅ ਮੰਥ ਐਂਡ ਕਲੈਕਟਿਵਲੀ ਦੈਟਸ 36 ਮਿਲੀਅਨ ਪਾਉਂਡਸ ਅ ਈਅਰ। 1 ਪਾਉਂਡ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ ਮੇਰਾ ਹਾਲ ਕੋਈ 38
ਕਿ ਕਰੋੜ ਰੁਪਈਆ ਬਣਦਾ ਵੇ ਤੇ ਤੁਸੀਂ ਹੁਣ ਹਿਸਾਬ ਲਾ ਲਓ ਬਾਕੀ ਕਿ 3 ਮਿਲੀਅਨ ਪਾਉਂਡ ਜਿਹੜਾ ਵੇ ਉਹ ਕਿੰਨੇ ਪੈਸੇ ਬਣਦੇ ਹੋਣਗੇ। ਕੀ ਚੀਜ਼ ਨੇ ਤੁਹਾਨੂੰ ਪਾਕਿਸਤਾਨ ਬੰਨੀ ਰੱਖਿਆ? ਸਰ ਇਹ ਜਿਹੜਾ 3 ਮਿਲੀਅਨ ਪਾਉਂਡ ਅਸੀਂ ਜਦੋਂ ਗਿਣਦੇ ਆ ਨਾ ਸਰ, ਇਟਸ ਨਾਟ ਮਾਈ ਓਨ ਪਰਸਨਲ ਸੇਲ। ਠੀਕ। ਅਸੀਂ ਜਿਹੜੇ ਨਾਲ ਬਹਾਦਰ ਤਿਆਰ ਕੀਤੇ ਨੇ, ਅਲਹਮਦੁਲਿਲਾ, ਜੋ ਮਾਡਲ ਤੁਹਾਡਾ ਹੈ ਨਾ, ਮੇਰੀ ਟੀਮ 'ਚ ਜਿੰਨੇ ਲੋਕ ਨੇ ਨਾ, ਅਲਹਮਦੁਲਿਲਾ ਮੇਰੇ ਪਾਰਟਨਰ ਨੇ। ਠੀਕ, ਅਲਹਮਦੁਲਿਲਾ। ਔਰ ਮੈਂ ਉਹਨਾਂ ਨੂੰ ਇੱਕੋ ਹੀ ਮੋਟੀਵੇਸ਼ਨ ਦਿੰਦਾ ਕਿ ਮੈਂ ਹੁਣ ਰਿਟਾਇਰਮੈਂਟ ਦੀ ਏਜ ਤੇ ਆ, ਮੈਂ ਅਗਰ ਰਿਟਾਇਰ ਹੋ ਜਾਂ ਤਾਂ ਮੈਨੂੰ ਜਿੰਨੇ ਕੁ ਜੇਬ ਖਰਚ ਚਾਹੀਦਾ ਨਾ, ਇੰਨਾ ਕੁ ਮੈਨੂੰ ਮਿਲ ਜਾਣਾ, ਮੇਰੇ ਕੋਲ ਇੰਨੇ ਕੁ ਰਿਸੋਰਸਸ ਹੈਗੇ। ਹੁਣ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਨਾ ਤੇ ਕਰੋ, ਮੈਂ ਤੁਹਾਡੇ ਨਾਲ ਖੜਾ, ਮੈਂ ਤੁਹਾਨੂੰ ਰਿਸੋਰਸਸ ਦੇ ਰਿਹਾ ਔਰ ਅਲਹਮਦੁਲਿਲਾ ਦੇ ਆਰ ਗਰੋਇੰਗ। ਹਰ ਬੱਚਾ ਸਰ ਜਿਹੜਾ ਸਾਡੇ ਕੋਲ ਸੀ ਆਇਆ 6-7 ਸਾਲ 'ਚ, ਕੋਈ ਆਪਣੀ ਮਜਬੂਰੀ ਨਾਲ ਛੱਡ ਕੇ ਗਿਆ ਹੋਵੇ ਤਾਂ ਗਿਆ ਹੋਵੇ ਸਰ, ਅਲਹਮਦੁਲਿਲਾ ਛੱਡ ਕੇ ਨਹੀਂ ਗਿਆ। ਔਰ ਸਾਰੇ ਗਰੋ ਕੀਤੇ ਸਰ। ਜਿਹੜੇ ਬੱਚੇ ਸਾਡੇ ਕੋਲ ਨਾ ਸਰ 10-10 5-5 20 ਮਤਲਬ ਬੇਸਿਕ ਬਾਹਰੋਂ ਲੈਂਦੇ ਸੀ, ਲਿਆਂਦਾ ਉਹਨਾਂ ਨੂੰ ਕਿਹਾ ਜੀ ਆ ਜਾਓ ਸਰ, ਉਹ ਸਾਰੇ ਹੀ ਹੁਣ ਮਾਸ਼ਾਅੱਲਾ ਆਪਣੇ ਆਪਣੇ ਘਰਾਂ 'ਚ ਗੱਡੀਆਂ ਚੀਜ਼ਾਂ ਦੇ ਉਹਨੂੰ ਮਾਡਲ ਹੀ ਦਿੰਦੇ ਕਿ ਯਾਰ ਇਹ ਤੂੰ ਕੰਮ ਆਪਣੇ ਲਈ ਕਰਨਾ, ਮੇਰੇ ਲਈ ਨਹੀਂ ਕਰਨਾ। ਫਿਰ ਉਹ ਦੋਸਤ ਆ ਜਿਨ੍ਹਾਂ ਨੂੰ ਅਸੀਂ ਹੋਲਸੇਲ 'ਚ ਖੜਾ ਕੀਤਾ ਤੇ ਇਹ ਸਾਰੇ ਅਗਰ ਰਲਾ ਕੇ ਐਵਰੇਜ ਅਸੀਂ ਕਰੀਏ ਨਾ ਤੇ ਇੰਨੀ ਸੇਲਸ ਮੈਂ ਸਮਝਦਾ ਕਿ ਜਿਹਦੇ 'ਚ ਸਾਡੀ ਕੰਟਰੀਬਿਊਸ਼ਨ ਹੈ। ਜਿੱਥੇ ਇੱਕ ਬੱਚਾ ਇੱਥੇ ਇੱਕ ਨਾ ਗੱਲ ਬੜੀ ਪਾਕਿਸਤਾਨ ਦੇ ਵਿੱਚ ਜਿਹੜੀ ਹੈ ਨਾ, ਮੇਰਾ ਇੱਕ ਪਾਰਟਨਰ ਹੈ, ਉਹ ਕਹਿੰਦਾ ਉਸਤਾਦ ਜੀ, ਉਹ ਮੇਰੇ ਦੋਸਤ ਵੀ ਨੇ, ਕਲਾਸ ਫੈਲੋ ਵੀ ਨੇ, ਉਹ ਕਹਿੰਦੇ ਨੇ ਉਸਤਾਦ ਜੀ 30 ਸਾਲ ਪਾਕਿਸਤਾਨ ਦੇ ਬਾਹਰ ਇੱਕ ਸਬਕ ਪੜ੍ਹਿਆ ਦਾ ਕਿ ਜਿਹੜਾ ਲੱਭੇ ਉਹਨੂੰ ਵੱਢ ਦੋ। ਠੀਕ ਹੈ, ਜਿਹੜਾ ਲੱਭੇ ਉਹਨੂੰ ਵੱਢ ਦੋ। ਤੁਹਾਡੇ ਇੱਥੇ ਆ ਕੇ ਨਾ ਤੁਸੀਂ ਇੱਕ ਉਲਟਾ ਸਬਕ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਹੋ। ਤੇ ਮੈਂ ਦੇਖਣਾ ਆਸਮ ਭਾਈ ਕਿ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ ਕਿ ਇਨਸਾਨ ਦਾ ਜਿਹੜਾ ਢਿੱਡ ਹੈ ਨਾ, ਕਬਰ ਦੀ ਮਿੱਟੀ ਦੇ ਇਲਾਵਾ ਨਹੀਂ ਭਰਦਾ। ਦੇਖੋ ਤੁਹਾਨੂੰ, ਤੁਸੀਂ ਮੇਰਾ ਮਾਡਲ ਦੇਖ ਰਿਹਾ, ਸਮਝ ਰਹੇ ਹੋ, ਮੈਂ ਮੇਰੇ ਮਤਲਬ ਬੇਸ਼ੁਮਾਰ ਪਾਰਟਨਰਸ ਨਾਲ ਮਿਲ ਵੀ ਰਹੇ ਹੋ, ਤੁਸੀਂ ਮੇਰੀ ਇਨਵਾਇਰਨਮੈਂਟ 'ਚ ਆਏ ਹੋ, ਰਹਿ ਰਹੇ ਹੋ, ਦੇਖ ਰਹੇ ਹੋ। ਇਸੇ ਤਰ੍ਹਾਂ ਮੈਂ ਤੁਹਾਡੇ ਪਾਰਟਨਰਸ ਨੂੰ ਮਿਲਿਆ। ਤੁਸੀਂ ਕੀ ਸਮਝਦੇ ਹੋ ਕਿ ਤੁਸੀਂ ਕਿਉਂ ਇਹ ਕਰ ਰਹੇ ਹੋ? ਕਿਉਂ ਤੁਸੀਂ ਚਾਹ ਰਹੇ ਹੋ ਕਿ ਬਈ ਬਸ ਮੇਰਾ ਤਾਂ ਗੁਜ਼ਾਰਾ ਹੈ ਵੇ, ਮੇਰੇ ਪਾਰਟਨਰਸ ਬਣ ਜਾਣ, ਉਹ ਗੱਡੀਆਂ ਲੈ ਲੈਣ, ਉਹ ਅੱਗੇ ਲੈ ਲਈਆਂ ਉਹਨਾਂ ਨੇ ਸਰ, ਲੈ ਲਈਆਂ ਨੇ ਨਾ, ਉਹ ਬਾਹਰ ਵੀ ਚਲੇ ਗਏ, ਤੁਸੀਂ ਤੁਹਾਡਾ ਬਾਹਰ ਵੀ ਰਹਿ ਰਹੇ ਨੇ, ਬ੍ਰਿਟਿਸ਼ ਪਾਸਪੋਰਟ ਵੀ ਲੈ ਰਹੇ ਨੇ। ਕੀ ਵਜ੍ਹਾ ਹੈ ਦੀ ਸਰ? ਇਹ ਹੁਣ ਨਾ ਹਰ ਬੰਦੇ ਦੀ ਆਪਣੀ ਆ। ਮੈਂ ਸਮਝਦਾ ਕਿ ਸਾਰੇ ਇਹਦੇ ਤੇ ਨਾ ਮੈਂ ਬਿਲਕੁਲ ਬੈਕ ਐਂਡ ਤੇ ਜਾਂਦਾ। ਠੀਕ ਹੈ, ਮੈਂ ਸ਼ਫਾਕ ਅਹਿਮਦ ਸਾਹਿਬ ਨੂੰ ਬਹੁਤ ਸੁਣਦਾ ਰਿਹਾ, ਹਰ ਕਿਤਾਬ ਉਹਨਾਂ ਦੀ ਪੜ੍ਹਦਾ ਰਿਹਾ। ਮੈਂ ਇੱਕ ਜਗ੍ਹਾ ਤੇ ਜਿੱਥੋਂ ਮੇਰੀ ਲਾਈਨ ਆਫ ਡਾਇਰੈਕਸ਼ਨ ਚੇਂਜ ਹੋਈ, ਉਹ ਇੱਕ ਜਗ੍ਹਾ ਤੇ ਇੱਕ ਵਾਕਿਆ ਉਹਨਾਂ ਦੀ ਕਿਤਾਬ 'ਚੋਂ ਜਾਂ ਜ਼ਾਵੀਆ 'ਚ ਸੁਣਾਉਂਦੇ ਆ ਜਾਂ ਬੁੱਕ 'ਚ ਹੈ। ਉਹ ਕਹਿੰਦੇ ਜੀ ਕਿ ਮੈਂ ਇੱਕ ਰਕਸ਼ੇ 'ਚ ਗਿਆ ਕਿਸੇ ਜਗ੍ਹਾ ਤੇ, ਲਾਹੌਰ ਟਰੈਵਲ ਕੀਤਾ, ਉੱਥੇ ਜਾ ਕੇ ਮੇਰੇ 4.5 ਰੁਪਏ ਕਿਰਾਇਆ ਬਣਿਆ। ਮੈਂ ਉਹ ਇਦਾਂ ਜੇਬ 'ਚੋਂ ਪੈਸੇ ਕੱਢੇ, 4.5 ਇਕੱਠੇ ਕਰਨੇ ਸ਼ੁਰੂ ਕੀਤੇ, ਰਕਸ਼ੇ ਵਾਲੇ ਨੂੰ ਦੇਣ ਲੱਗਾ ਤੇ ਮੇਰੀ ਹੱਥਾਂ 'ਚ ਇੱਕ 5 ਦਾ ਨੋਟ ਵੀ ਫੜਿਆ ਸੀ। ਉਹ ਰਕਸ਼ੇ ਵਾਲਾ ਮੈਨੂੰ ਕਹਿੰਦਾ ਯਾਰ ਆਹ 5 ਦਾ ਨੋਟ ਹੀ ਦੇ ਦੇ, ਤੂੰ ਕਿਹੜਾ ਕੋਲੋਂ ਦੇਣਾ, ਰੱਬ ਦੇ ਦਿੱਤੇ 'ਚੋਂ ਦੇਣਾ। ਸਾਰੇ ਦਿੱਤੇ ਵਿੱਚੋਂ ਦੇਣਾ ਜਿਹੜਾ ਇੱਕ ਐਸੀ ਵੱਡੀ ਸਾਇੰਸ ਆ। ਮੈਂ ਜ਼ਿੰਦਗੀ 'ਚ ਦੇਖਿਆ ਸਰ, ਨਾ ਕਦੀ ਕੋਈ ਕੰਮ ਰੁਕਿਆ, ਜਿਹੜੀ ਖੁਆਇਸ਼ ਕੀਤੀ ਉਹ ਪੂਰੀ ਹੋਈ। ਤੇ ਸਰ ਵੰਡੋ, ਇਹ ਤੁਹਾਨੂੰ ਮਲਟੀਪਲਾਈ ਹੋ ਕੇ ਮਿਲਣਾ ਹੀ ਮਿਲਣਾ। ਜੇ ਹਜ਼ੂਰ ਫਰਮਾ ਗਏ ਆ ਕਿ ਵੰਡ ਦਵੋ, ਰੱਬ ਕਹਿੰਦਾ ਮੈਂ ਇਹਨੂੰ ਮਲਟੀਪਲਾਈ ਕਰ, ਰੱਬ ਨੂੰ ਸਰ ਆ ਸ਼ਾਮ ਨੂੰ ਕਰਜ਼ਾ ਰੱਬ ਨੂੰ ਚੜਾ ਦਿਓ, ਰੱਬ ਦੇ ਸਿਰ ਕਰੀ ਜਾਓ, ਉਹਨੇ ਮੋੜਨਾ ਹੀ ਮੋੜਨਾ। ਉਹ ਰੱਬ ਬੰਦਾ ਤਾਂ ਨਹੀਂ ਨਾ ਵੀ ਉਹਨੇ ਗਿਣ ਕੇ ਮੋੜਨੇ, ਨਹੀਂ, ਉਹਦੀ ਸ਼ਾਨ ਹੀ ਨਹੀਂ, ਉਹ ਨਹੀਂ ਰੱਖਦਾ ਸਰ, ਉਹਦੀ ਸ਼ਾਨ ਹੀ ਨਹੀਂ ਨਾ ਮੋੜਨਾ ਗਿਣ ਕੇ। ਅੱਛਾ, ਦੂਜੀ ਗੱਲ ਸਰ, ਜੇ ਸਾਡੇ ਜੈ ਗੁਨਾਹਗਾਰ ਨੂੰ ਰੱਬ ਨਿਵਾਸਦਾ ਹੈ ਤੇ ਸਰ ਹੁਣ ਇਹ ਦੇਖਣਾ ਤਾਂ ਨਹੀਂ ਸਾਡਾ ਬਣਦਾ ਕਿ ਆਹ ਬੱਚਾ ਸੀ, ਇਹਨੂੰ ਚਲਾਉਣਾ ਕਿ ਨਹੀਂ ਚਲਾਉਣਾ, ਇਹਨੂੰ ਚਲਾਉਣਾ ਕਿ ਨਹੀਂ ਚਲਾਉਣਾ। ਸਰ ਉਹ ਸਾਨੂੰ ਕਿਹੜਾ ਉਹਨੇ ਦੇਖ ਕੇ ਦਿੱਤਾ, ਉਦਾਂ ਹੀ ਦਿੱਤਾ ਨਾ ਸਰ। ਤੇ ਕੋਈ ਕੰਮ ਨਹੀਂ ਰੁਕਿਆ ਸਰ। ਅੱਲਾਹ ਤਾਲਾ ਨੇ ਪ੍ਰਦੇਸ ਗਿਆ ਸੀ ਸਰ, ਖੁਦਾ ਸ਼ਾਹ ਦਾ ਕੋਈ ਉੱਥੇ ਭੈਣ ਭਰਾ ਨਹੀਂ ਸੀ, ਕੋਈ ਅਜ਼ੀਜ਼ ਰਿਸ਼ਤੇਦਾਰ ਨਹੀਂ ਸੀ, ਦੂਰ ਤੇ ਦੋਸਤ ਅਹਿਬਾਬ ਸੀ। ਉੱਥੇ ਅੱਲਾਹ ਨੇ ਸਵਾਬ ਪੈਦਾ ਕਰ ਦਿੱਤੇ। ਅੱਲਾਹ, ਮੇਰੇ ਵਾਲਾ ਸਾਹਿਬ ਨੇ ਇੱਕੋ ਹੀ ਲਫ਼ਜ਼ ਕਿਹਾ, ਅੱਲਾਹ ਜਾਂ ਨਸੀਬ ਕਰੇ ਫੌਤ ਹੋ। ਕਹਿੰਦੇ ਯਾਰ ਜਾ, ਜਿਹੜਾ ਰੱਬ ਪਾਕਿਸਤਾਨ ਆ ਉਹੀ ਰੱਬ ਉੱਥੇ ਆ, ਜਿਹੜਾ ਰੱਬ ਪਾਕਿਸਤਾਨ 'ਚ ਉਹੀ ਉੱਥੇ ਆ। ਤੇ ਸਰ ਹੁਣ ਕਿੰਨੇ ਕੁ ਦਿਨ ਰਹਿ ਗਏ ਸਰ, ਆਖਰੀ ਰੀਲਾਂ। ਇਹ ਜਿਹੜੇ ਬੰਦਿਆਂ ਨੂੰ ਖੜੇ ਕਰੋਗੇ ਨਾ ਸਰ, ਇਹ ਜ਼ਰੂਰ ਉੱਤੋਂ ਮੰਨਣ ਨਾ ਮੰਨਣ, ਇਹ ਅੰਦਰੋਂ ਤੁਹਾਨੂੰ ਦੁਆ ਜ਼ਰੂਰ ਦੇਣਗੇ। ਨਾ ਦੇਣ ਲੋੜ ਕਰਦੇ ਆ। ਤੁਸੀਂ ਜਿੱਥੇ ਹਾਜ਼ਰੀ ਲਵਾਉਣੀ ਸੀ ਉੱਥੇ ਲਵਾਤੀ ਹੈ ਮਿੱਟੀ। ਉਹ ਵੀ ਇੱਕ ਮੈਂ ਉਹ ਛੋਟਾ ਮਤਲਬ ਹਾਜ਼ਰੀ ਦਾ ਤਰੀਕਾ ਹੈ ਕਿ ਉਹ ਮੈਂ ਇੱਕ ਜਗ੍ਹਾ ਪੜ੍ਹਿਆ ਥੋੜ੍ਹਾ ਜਿਹਾ ਕਿ ਉਹ ਇੱਕ ਬੰਦਾ ਅੰਦਰ ਗਿਆ ਮਸਜਿਦ 'ਚ, ਉਹਨੇ ਅੰਦਰ ਨਾਲ ਦੇ ਨੇ ਉਹਨੂੰ ਕਿਹਾ ਕਿ ਤੂੰ ਆ ਨਮਾਜ਼ ਜਿਹੜੀ ਪੜ੍ਹੀ ਗਲਤ ਪੜ੍ਹੀ ਹੈ, ਇੱਦਾਂ ਨਹੀਂ ਇੱਦਾਂ ਕਰਨੀ।
ਉਹਨੇ ਕਿਹਾ ਹਾਂਜੀ ਬਿਲਕੁਲ ਇੱਦਾਂ ਹੀ ਆ। ਉਹਨੇ ਕਿਹਾ ਯਾਰ ਸਿਰਫ ਇੱਕੋ ਹੀ ਗੱਲ ਆ, ਮੈਂ ਸਿਰਫ ਨਾ ਹਾਜ਼ਰੀ ਇਹ ਲਵਾਉਣ ਆਇਆ ਕਿ ਯਾ ਅੱਲਾ ਮੈਂ ਗੁਨਾਹਗਾਰ ਆ, ਬਾਗੀ ਨਹੀਂ ਆ। ਹਾਏ ਹਾਏ। ਮੈਂ ਮੈਂ ਸਿਰਫ ਇਹ ਕਰਨਾ ਹੁੰਦਾ ਮਸਜਿਦ ਕਿ ਮੈਂ ਸਿਰਫ ਰੱਬ ਅੱਗੇ ਮਾਫੀ ਮੰਗਣਾ। ਮੈਨੂੰ ਨਹੀਂ ਹੋ ਸਕਦਾ ਮੇਰੀ ਨਮਾਜ਼ ਗਲਤ ਹੋਏ, ਮੇਰੀ ਤਿਲਾਵਤ ਗਲਤ ਹੋਏ, ਮੈਂ ਕੋਈ ਨੀਅਤ ਗਲਤ ਬੰਨੀ ਹੋਵੇ, ਲੇਕਿਨ ਮੈਂ ਸਿਰਫ ਇੰਨੀ ਗੱਲ ਕਰਨਾ ਹੁੰਦਾ ਮਸਜਿਦ ਕਿ ਯਾ ਅੱਲਾ। ਅੱਛਾ, ਮੈਂ ਜਦੋਂ ਦੁਆ ਮੰਗਦਾ ਮੈਂ ਇਹ ਕਹਿੰਦਾ ਕਿ ਯਾ ਅੱਲਾ ਮੈਂ ਗੁਨਾਹਗਾਰ ਹਾਂ, ਤੇਰਾ ਬਾਗੀ ਨਹੀਂ ਹੈ। ਤੇ ਇਹ ਸਰ ਇਹਨਾਂ ਨੂੰ ਨਹੀਂ ਵੰਡਾਂਗੇ ਸਰ ਨਾਲ ਤਾਂ ਲੈ ਕੇ ਨਹੀਂ ਜਾਣੇ, ਨਾਲ ਤਾਂ ਨਹੀਂ ਲੈ ਕੇ ਜਾਣੇ। ਇਹਦੀ ਅੱਲਾਹ ਤਾਲਾ ਨੇ ਜਜ਼ਾ ਕਿੰਨੀ ਦਿੱਤੀ ਹੈ ਸਰ, ਮੈਂ ਬਿਆਨ ਹੀ ਨਹੀਂ ਕਰ ਸਕਦਾ। ਸਾਰੀ ਦੁਨੀਆ ਆਪਣੇ ਬੱਚਿਆਂ ਲਈ ਕਮਾਉਂਦੀ, ਮਰ ਜਾਂਦੀ, ਫੌਤ ਹੋ ਜਾਂਦੀ, ਸਾਰਾ ਕੁਝ ਕਰ ਕਰਕੇ। ਅੱਜ ਦੀ ਡੇਟ 'ਚ ਸਰ ਇੰਨੀ ਵੱਡੀ ਅੱਲਾਹ ਤਾਲਾ ਦੀ ਨਿਮਤ ਆ। ਮੇਰੇ 3 ਬੱਚੇ ਅੱਲਾਹ ਨੇ ਦਿੱਤੇ ਸੀ, ਤਿੰਨੇ ਇੰਡੀਪੈਂਡੈਂਟ ਆਪਣੇ ਪੈਰਾਂ 'ਤੇ ਆ। ਮਤਲਬ ਦੇ ਡੋਂਟ ਨੀਡ ਮਾਈ ਮਨੀ, ਦੇ ਐਬਸੋਲੂਟਲੀ ਡੋਂਟ ਨੀਡ ਮਾਈ ਮਨੀ। ਔਰ ਮੈਨੂੰ ਕਹਿੰਦੇ ਜੀ ਤੁਸੀਂ ਕਿਉਂ ਕੰਮ ਕਰਦੇ? ਮੈਂ ਕਿਹਾ ਯਾਰ ਮੈਂ ਇਹਨਾਂ ਨੂੰ ਇੰਜੋਏ ਕਰਦਾ। ਹੁਣ ਇੱਕ ਵਕਤ ਸੀ ਮੈਂ ਰੋਜ਼ੀ ਆਪਣੀ ਮਜ਼ਦੂਰੀ ਲਈ ਕਰਦਾ ਸੀ, ਆਪਣੇ ਖਰਚੇ ਚੀਜ਼ਾਂ ਫੈਮਿਲੀ ਪਾਲਣ ਲਈ ਕਰਦਾ ਸੀ। ਹੁਣ ਉਹ ਪਲ ਗਏ ਆ। ਹੁਣ ਮੈਂ ਆਪਣੇ ਇੰਜੋਏ ਕਰਨ ਲਈ ਕਰਦਾ, ਟਰੈਵਲ ਕਰਦਾ, ਘੁੰਮਦਾ ਫਿਰਦਾ, ਖਰਚਦਾ। ਤੁਹਾਨੂੰ ਬੱਚਿਆਂ ਨੂੰ ਖੜਾ ਕੀਤਾ ਸਰ। ਮੋਰ ਦੈਨ 20 ਉਹ ਲੋਕ ਆ ਜਿਹੜੇ ਮੇਰੇ ਨਾਲ ਪਾਰਟਨਰ ਆ, ਜਿਹੜੇ ਉਹ ਵੀ ਖੜੇ ਆ। ਉਹਨਾਂ ਨੂੰ ਕਹਿੰਦੇ ਹਾਂ ਵੱਧ ਅੱਗੇ, ਹੋਰ ਦੱਸ ਕੀ ਤੂੰ ਕਰ, ਤੂੰ ਘਰ ਜ਼ੋਰ ਲਾ, ਅਸੀਂ ਤੇਰੇ ਪਿੱਛੇ ਖੜੇ ਹਾਂ। ਸਾਡੇ ਪਿੱਛੇ ਜ਼ਾਹਰਾ ਸਾਡੇ ਉਸ ਵੇਲੇ ਇਨਫਰਾਸਟ੍ਰਕਚਰ ਇਦਾਂ ਨਹੀਂ ਸੀ ਜਦੋਂ ਅਸੀਂ ਬਾਹਰ ਨਵੇਂ ਗਏ। ਹਾਂਜੀ, ਆਪਣਾ ਰਸਤਾ ਆਪ ਕੱਢਿਆ। ਲੇਕਿਨ ਸਰ ਜਿਹੜੇ ਹੁਣ ਮੌਜੂਦ ਸਾਡੇ ਕੋਲ ਆਏ ਆ, ਜਿਹੜਾ ਰਸਤਾ ਅਸੀਂ ਕੱਢ ਦਿੱਤਾ ਆ, ਉਹਦੇ ਤੇ ਤਾਂ ਉਹਨਾਂ ਨੂੰ ਕਹਿੰਦੇ ਸਪੀਡ ਨਾ ਲੰਘੋ, ਅੱਗੇ ਜਾ ਕੇ ਆਪਣਾ ਆਪ ਬਣਾਇਓ, ਇੱਥੋਂ ਸਪੀਡ ਨਾ ਲੰਘੋ, ਤਾਂ ਕਿ ਇੱਥੇ ਟਾਈਮ ਜ਼ਾਇਆ ਨਾ ਹੋਏ ਜਿਹੜੇ ਅਸੀਂ 10 ਸਾਲ ਜ਼ਾਇਆ ਕੀਤੇ। ਜੋ ਅਸੀਂ ਖੱਚਾ ਮਾਰਦੇ ਰਹੇ ਹਾਂ ਯਾਰ, 10 ਸਾਲ ਲੱਗੇ ਇਸ ਕੰਮ ਨੂੰ ਨਾ ਤਜਰਬੇ ਕਰਦੇ ਆ। ਮੈਨੂੰ 20 ਸਾਲ ਲੱਗੇ, 22 ਸਾਲ ਹੋ ਗਏ ਇਦਾਂ ਬਿਲਕੁਲ ਕਿ ਈ-ਕਾਮਰਸ ਦੇ ਵਿੱਚ ਆਉਂਦੇ। ਮਤਲਬ ਇਮੇਜਿਨ ਕਰੋ 2004 ਚ ਅਸਮ ਮੈਂ eBay ਤੇ ਵੇਚਣ ਡਿਆ ਸੀ। ਬਿਲਕੁਲ ਇਦਾਂ ਮਾਸ਼ਾਅੱਲਾ। ਇਮੇਜਿਨ ਕਰੋ 2004 ਚ ਮੈਂ 2007 ਚ eBay ਛੱਡ ਦਿੱਤਾ ਸੀ। ਇਦਾਂ ਬਿਲਕੁਲ ਮੈਂ ਯਾਰ ਮੈਂ ਨਹੀਂ ਅੱਜ ਤੱਕ ਕੰਮ ਕਰਨਾ, ਕਿਉਂਕਿ ਇਹ ਕੀ ਤਰੀਕਾਕਾਰ ਹੈ। ਮੈਨੂੰ ਇਹਨਾਂ ਨੇ ਇੱਕ ਈਮੇਲ ਪਾਈ ਕਿ ਜੀ ਤੇਰਾ ਅਕਾਊਂਟ ਹਾਈ ਰਿਸਕ ਅਕਾਊਂਟ ਹੈ, ਅਸੀਂ ਕਲੋਜ਼ ਕਰ ਰਹੇ ਹਾਂ। ਮੈਂ ਕਿਹਾ ਲਾਨਤ ਪਾਓ ਨਾ ਉੱਤੇ, ਇਹਦਾ ਅਲਟਰਨੇਟਿਵ ਕੀ ਹੈ? ਤੇ ਉਸ ਦਾ ਮੈਂ ਇੱਕ ਸੋਲੂਸ਼ਨ ਕੱਢ ਲਿਆ। ਖੈਰ ਉਹ ਨਾ ਦੇਖੋ ਬੰਦਿਆਂ ਕੋਲ ਕੀ ਖੈਰ ਮੰਗਣੀ, ਮਿੱਟੀ ਕੋਲ ਕੀ ਖੈਰ ਮੰਗਣੀ। ਉਹ ਵੀ ਮਿੱਟੀ, ਅਸੀਂ ਵੀ ਮਿੱਟੀ, ਸਾਰੇ ਮਿੱਟੀ। ਤੇ ਜਿੰਨਾ ਕੋਲ ਇਹ ਅਜ਼ਾਨਾਂ ਬੰਦ ਨਾ ਕਰੋ। ਮੁਝੇ ਹੈ ਹੁਕਮੇ ਅਜ਼ਾਨ। ਦੇਖੋ ਅਸੀਂ ਸਿਰਫ ਅਜ਼ਾਨ ਦੇਣੀ ਹੈ। ਹੁਣ ਅੱਗੇ ਅਗਲੇ ਬੰਦੇ ਦਾ ਅਜ਼ਾਨ ਨਹੀਂ ਅਸੀਂ ਇਕੱਲੀ ਦਿੰਦੇ। ਮੈਂ ਜਿਹੜੇ ਬੱਚੇ ਆਉਂਦੇ ਮੈਂ ਉਹਨਾਂ ਨੂੰ ਕਹਿੰਦਾ, ਜਿਹੜੇ ਸਾਡੇ ਕੋਲ ਸਾਡੀ ਟੀਮ ਦਿੰਦੇ, ਮੈਂ ਉਹਨਾਂ ਨੂੰ ਕਹਿੰਦਾ ਕਿ ਅਸੀਂ ਸਿਰਫ ਤੁਹਾਨੂੰ ਨਾ ਦੁਆ ਨਹੀਂ ਦਿੰਦੇ, ਇਹ ਜਾਨ ਛੁਡਾਉਣ ਵਾਲੇ, ਅਸੀਂ ਨਾਲ ਦਵਾ ਵੀ ਦੇ ਰਹੇ। ਅਸੀਂ ਤੈਨੂੰ ਕਹਿ ਰਹੇ ਤੂੰ ਵੇਚ, ਤੇਰੀ ਜਗ੍ਹਾ ਤੇ ਸ਼ਿਪ ਕਰਾਂਗੇ। ਨਹੀਂ ਮੈਂ ਤੇ ਹੁਣ ਤੂੰ ਵੇਚ ਕੇ ਸਾਡੇ ਹਿੱਸਾ ਸਾਨੂੰ ਦੇਣਾ। ਇੰਨਾ ਅਰਸਾ ਪੜ੍ਹਾਉਣ ਤੋਂ ਬਾਅਦ ਮੈਂ ਹਿਸਾਬ ਲਾਇਆ ਕਿ ਪਾਕਿਸਤਾਨ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਨਾ, ਲੋਕੀ ਕਹਿੰਦੇ ਨੇ ਜੀ ਤੁਸੀਂ ਈ-ਕਾਮਰਸ ਤੇ ਮੋਟੀਵੇਟ ਕਰੀ ਜਾਂਦੇ ਹੋ। ਉਹ ਮੇਰੀ ਮੋਟੀਵੇਸ਼ਨਲ ਵੀਡੀਓਜ਼ ਦੇਖਦੇ ਨੇ, ਉੱਥੇ ਜਿਹੜੀ ਮੇਰੀ 4-4 ਘੰਟੇ ਦੀ ਟ੍ਰੇਨਿੰਗ ਵੀਡੀਓਜ਼ ਕੋਈ ਨਹੀਂ ਦੇਖਦਾ। ਇਸ ਨਤੀਜੇ ਤੇ ਪਹੁੰਚਿਆ ਇੱਕ ਹੱਥ 'ਚ ਰੱਖਣਾ ਸਿਲੇਬਸ, ਇੱਕ ਹੱਥ 'ਚ ਰੱਖਣਾ ਡੰਡਾ ਚਾਹੀਦਾ। ਕਿਉਂਕਿ ਇਹਦੇ ਬਗੈਰ ਨਹੀਂ ਅਸੀਂ ਇਹ ਕੌਮ ਲਿਖ ਪੜ੍ਹ ਨਹੀਂ ਸਕਦੀ। ਖੈਰ ਅਸਮ ਮੈਂ ਵਾਪਸ ਆਉਣਾ ਵਾ ਤੇ ਤੁਹਾਡੇ ਖਿਆਲ ਦੇ ਨਾਲ ਤੁਸੀਂ ਇੰਨੀ ਦੁਨੀਆ ਟਰੈਵਲ ਕਰਦੇ ਹੋ, ਚਾਈਨਾ ਨੂੰ ਦੇਖਿਆ, ਤੁਸੀਂ ਅਮਰੀਕਾ ਨੂੰ ਦੇਖਿਆ, ਤੁਸੀਂ ਯੂਕੇ ਦੀ ਮੰਡੀ ਦੇਖੀ, ਤੁਸੀਂ ਪਾਕਿਸਤਾਨ ਦੇ ਵਿੱਚ ਮੰਡੀ ਦੇਖੀ। ਤੁਹਾਨੂੰ ਕੀ ਲੱਗਦਾ ਹੈ ਕਿ ਪਾਕਿਸਤਾਨੀ ਤੇ ਬਾਕੀ ਦੁਨੀਆ ਦਾ ਜਿਹੜੀ ਯੂਥ ਹੈ, ਕੌਮ ਹੈ, ਸਾਡੇ ਕੋਲ ਕੋਈ ਤਰਕੀਬੇ ਖਾਸ ਹੈ ਵੇ ਕਿ ਅਸੀਂ ਦੁਨੀਆ ਦੇ ਵਿੱਚ ਥਰਡ ਵਰਲਡ ਤੋਂ ਅਗਲੇ 5-7 ਸਾਲਾਂ 'ਚ ਫਸਟ ਵਰਲਡ 'ਚ ਕਨਵਰਟ ਹੋ ਸਕਨੇ ਆ? ਉਹ ਸਾਰੇ ਇਹਨਾਂ ਦੀ ਟ੍ਰੇਨਿੰਗ ਹੀ ਹੈ। ਸਭ ਤੋਂ ਪਹਿਲਾਂ ਤਾਂ ਸਰ ਮੈਂ ਆਪ ਵੀ ਚੁੱਕਿਆ ਐਜੂਕੇਸ਼ਨ ਸਿਸਟਮ 'ਚ ਰਿਹਾ, ਤੇ ਉਹਦੇ 'ਚ ਮੈਂ ਮਾਜ਼ਰਤ ਚਾਹੁੰਦਾ ਕਿ ਉਹ ਸਾਡਾ ਨਾ 50 ਸਾਲ ਪੁਰਾਣਾ 올ਡ ਫੈਸ਼ਨਡ ਸਿਲੇਬਸ ਹੈ, ਦੁਨੀਆ 'ਚ ਮੁੱਕ ਚੁੱਕਾ। ਉਹ ਮੁੱਕ ਚੁੱਕਾ। ਜਿਹੜਾ ਸਾਇੰਸ ਬਦਲ ਗਈ, ਦੁਨੀਆ ਬਦਲ ਗਈ, ਸੇਲ ਦੇ ਤਰੀਕੇ ਬਦਲ ਗਏ, ਮੀਡੀਆ ਬਦਲ, ਹਰ ਸ਼ੈ ਬਦਲ ਗਈ। ਅਸੀਂ ਸਰ ਉੱਥੇ ਹੀ ਪਾਣੀ 'ਚ ਮਧਾਣੀ ਪਾਈ ਹੈ। ਤੇ ਜਿਹੜੇ ਆ ਤੁਸੀਂ ਕਹਿੰਦੇ ਬਾਹਰ ਬੰਦੇ, ਮੈਂ ਸਮਝਦਾ ਉਹ ਜਾਂਦੇ ਆ ਨਾ ਜਿਹੜੇ, ਉਹਨਾਂ ਨੇ ਕੋਈ ਨਾ ਕੋਈ ਚੇਂਜਸ ਹੀ ਕੀਤੀਆਂ, ਮੁਲਕ ਨੂੰ ਫਾਇਦਾ ਹੀ ਪਹੁੰਚਾਇਆ, ਨੁਕਸਾਨ ਕਿਸੇ ਨੇ ਨਹੀਂ ਪਹੁੰਚਾਇਆ। ਅੱਛਾ। ਔਰ ਜਿਹੜੀ ਤੁਸੀਂ ਸ਼ਾਊਟ ਆਊਟ ਕਰ ਰਹੇ ਹੋ ਕਿ ਯੈਸ, ਹੁਣ ਦੇ ਦੌਰ ਦੇ ਵਿੱਚ ਇਹ ਅਗਰ AI ਤੇ ਬਾਕੀ ਟੂਲਸ ਬੱਚੇ ਨਹੀਂ ਸਿੱਖਣਗੇ ਤੇ ਸਰ ਇਹ ਹੁਣ ਫੇਰ ਇੱਥੇ ਹੀ ਅੰਦਰ ਹੀ ਠੀਕ ਆ, ਪਰ ਕਿਰਾਨੇ ਦੀ ਦੁਕਾਨ ਤੇ ਬਹਿ ਜਾਓ। ਅਸਲ ਮੇਰੇ ਬੱਚੇ ਸਕੂਲ ਨਹੀਂ ਜਾਂਦੇ ਔਰ ਤੁਸੀਂ ਇੱਕ ਮੇਰੇ ਬੱਚੇ ਨੂੰ ਥੱਲੇ, ਮੈਂ ਆਈ ਐਪਰੀਸ਼ੀਏਟ, ਮੈਂ ਉਹ ਬੱਚੇ ਦੀ ਜਿਹੜੀ ਉਹਨੇ ਉਹ ਪ੍ਰੋਜੈਕਟ ਕੀਤਾ, ਮੈਂ 12 ਸਾਲ ਦਾ ਬੱਚਾ ਜਿਹੜਾ, ਉਹਦੀ ਜਿਹੜੀ ਇਸ ਵੇਲੇ ਦੀ ਜਿਹੜੀ ਸਕਿੱਲ ਔਰ ਨੌਲੇਜ ਆ, ਉਹ ਟੈਕਨੀਕਲੀ ਮੈਂ ਸਮਝਦਾ ਉਹ ਪਾਕਿਸਤਾਨ ਵਾਲਾ ਜਿਹੜਾ MSc ਵਾਲਾ ਬੰਦਾ ਵਾ, PhD ਵਾਲਾ, ਉਹਦੋਂ ਵੀ ਜ਼ਿਆਦਾ ਵਾ, ਕਿਉਂਕਿ ਉਹ ਪ੍ਰੈਕਟੀਕਲੀ ਜਾਣਦਾ ਔਰ ਉੱਥੇ ਇਹੀ ਪੜ੍ਹਾਇਆ ਜਾਂਦਾ। ਬਾਹਰ ਪੜ੍ਹਾਇਆ ਨਹੀਂ ਜਾਂਦਾ, ਉਹਨੂੰ ਸਿਖਾਇਆ ਜਾਂਦਾ ਕਿ ਪੜ੍ਹਨਾ ਕਿੱਦਾਂ।
ਪ੍ਰੋਜੈਕਟ ਸੋਲਵਿੰਗ, ਪ੍ਰੋਬਲਮ ਸਾਲਵਿੰਗ ਪੜ੍ਹਾਈ ਜਾਂਦੀ ਹੈ ਔਰ ਉਹੀ ਸਿਖਾਈ ਜਾਂਦੀ ਹੈ। ਅੱਛਾ, ਤੁਹਾਨੂੰ ਮੈਂ ਮਜ਼ੇ ਵਾਲੀ ਗੱਲ ਦੱਸਾਂ, ਮੇਰਾ ਇੱਕ ਬੇਟਾ ਡਾਕਟਰ ਹੈ, ਉਹਦੀ ਜਿਹੜੀ 5 ਸਾਲ ਦੀ ਮੈਨਚੈਸਟਰ ਯੂਨੀਵਰਸਿਟੀ ਦੇ ਵਿੱਚ ਜਿਹੜੀ ਮੈਡੀਕਲ ਦੀ ਤਾਲੀਮ ਹੈ, ਉਹਦੇ ਵਿੱਚ ਵੀ ਕਿਤਾਬਾਂ ਹੈ ਨਹੀਂ। ਹਾਂ, ਬਹੁਤ ਉਹ ਪਹਿਲੇ ਦਿਨ ਤੋਂ ਪ੍ਰੋਬਲਮਸ ਕੇਸ ਸਟੱਡੀ ਹੈ, ਪਹਿਲੇ ਦਿਨ ਤੋਂ ਕੇਸ ਸਟੱਡੀ ਹੈ, ਕੋਰਸ ਵਰਕ ਨਹੀਂ ਹੈਗਾ। ਬ੍ਰਿਟਿਸ਼ ਦਾ ਹੀ ਹੈ ਨਾ। ਹਾਂਜੀ, ਕੋਰਸ ਵਰਕ ਨਹੀਂ ਹੈਗਾ। ਉੱਥੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਨ੍ਹਾਂ ਦਾ ਕੋਰਸ ਵਰਕ ਵੀ ਹੈ, ਉਹਨਾਂ ਦੀ ਪ੍ਰੋਬਲਮ ਉਹ ਕੇਸ ਸਟੱਡੀ, ਪਹਿਲੇ ਦਿਨ ਤੋਂ ਕੇਸ ਸਟੱਡੀ ਹੈ। ਵਾਹ, ਕਿ ਤੁਸੀਂ ਹੁਣ ਸਾਲਵ ਕਰਨਾ ਕੇਸ। ਤੇ ਜਿਹੜੇ ਸਕੂਲ 'ਚ ਵੀ ਆ, ਉਹ ਪਹਿਲੇ 6 ਜਿਹੜੇ ਆ ਸਕੂਲ ਦੇ ਵਿੱਚ ਉਹਨੂੰ ਪ੍ਰੋਬਲਮ ਸੋਲਵਿੰਗ ਹੀ ਸਿਖਾਉਂਦੇ ਆ ਸਰ। ਅੱਛਾ ਆਸਮ ਭਾਈ, ਕੋਈ ਕਿਤਾਬ ਨਹੀਂ ਜਿਹੜੀ ਰੱਟਣੀ ਹੈ। ਪਾਕਿਸਤਾਨ ਦੇ ਵਿੱਚ ਉਹਨੂੰ ਤੁਸੀਂ ਕਿਹਾ ਕਿ ਜੀ ਜਿਹੜੇ ਬਾਹਰ ਜਾ ਰਹੇ ਨੇ ਮੁਲਕ ਨੂੰ ਬਿਲਡ ਕਰਨਗੇ, ਜਿਹੜੇ ਆਲਰੇਡੀ ਪਾਕਿਸਤਾਨੀ ਓਵਰਸੀਜ਼ ਐਸਟੈਬਲਿਸ਼ਡ ਨੇ, ਹਾਂਜੀ, ਔਰ ਉੱਥੇ ਬੜੀ ਐਮਪਾਇਰਸ ਰੱਖਦੇ ਨੇ, ਬਿਲਕੁਲ ਹੈਗੇ ਨੇ, ਰੱਖਦੇ ਨੇ ਸਰ, ਰੱਖਦੇ ਨੇ, ਲੇਕਿਨ ਪਾਕਿਸਤਾਨ ਨੂੰ ਉਹ ਨਹੀਂ ਕਰਦੇ, ਨਾ ਪਾਸਪੋਰਟ ਤੋਂ, ਨਾ ਆਪਣੇ ਐਕਸੈਂਟ ਤੋਂ, ਬਲਕਿ ਨਾ ਵੀ ਤੁਹਾਡਾ ਖਿਆਲ ਹੈ ਵੇ ਕਿ ਤੁਹਾਨੂੰ ਉਹਨਾਂ ਨੂੰ ਕੀ ਪੈਗਾਮ ਹੈ ਕਿ ਮੁਲਕ ਦਾ ਕੋਈ ਸਰ ਬਹੁਤ ਸਾਰੇ ਕਰਦੇ ਵੀ ਆ। ਉਹ ਜਿਹੜੇ ਨਹੀਂ ਕਰਦੇ ਨਾ, ਉਹਨਾਂ ਨੂੰ ਤੁਸੀਂ ਕਹਿ ਹੀ ਸਕਦੇ ਹੋ, ਤੇ ਉਹਨਾਂ ਦੇ ਕੋਲ ਇਹਦੀਆਂ ਰੀਜ਼ਨਸ ਹੈ ਨੇ, ਉਹਨਾਂ ਦੇ ਕੋਲ ਇਹਦੀਆਂ ਪਰਸਨਲ ਰੀਜ਼ਨ, ਮਤਲਬ ਮੇਰੇ ਲਈ ਨਾ 100 ਪਰਸਨਲ ਰੀਜ਼ਨਸ ਆ ਪਾਕਿਸਤਾਨ ਨੂੰ ਡਿਸਲਾਈਕ ਕਰ ਲਈ, ਲੇਕਿਨ ਉਹ 100 ਨਾਲੋਂ ਇੱਕ ਵੱਡੀ ਰੀਜ਼ਨ ਇਹ ਹੈ ਕਿ ਮੈਂ ਇੱਥੇ ਜੰਮਿਆ ਪੜਿਆ ਸੀ, ਮੇਰੀ ਇਹ ਮਿੱਟੀ ਹੈ। ਵਾਹ ਵਾਹ ਵਾਹ, ਠੀਕ। ਮਤਲਬ ਜ਼ਾਤੀ ਮੇਰੇ 100 ਮਸਾਇਲ ਆ ਪਾਕਿਸਤਾਨ ਨਾਲ, ਬਿਲਕੁਲ ਠੀਕ, ਲੇਕਿਨ ਇਹਦਾ ਨਾਲੋਂ ਸਭ ਤੋਂ ਵੱਡਾ ਜਿਹੜੀ ਰੀਜ਼ਨ ਆ ਉਹ ਇਹ ਆ ਕਿ ਮੈਂ ਪਾਕਿਸਤਾਨੀ ਆ। ਮੈਂ ਜਦੋਂ ਸਾਡਾ BSc ਦਾ ਐਡਮਿਸ਼ਨ ਹੋਣ ਲੱਗਾ ਨਾ, ਮੈਨੂੰ ਇੱਕ ਗੱਲ ਯਾਦ ਆ ਗਈ। ਡਾਕਟਰ ਮਹਿਫੂਜ਼ ਸਾਹਿਬ ਸਾਨੂੰ ਕੈਮਿਸਟਰੀ ਪੜ੍ਹਾਉਂਦੇ ਸੀ, ਠੀਕ। ਹੁਣ ਆਮ ਨਾਟ ਸ਼ੋਰ ਕਿ ਉਹ ਹੈ ਨਹੀਂ, ਕਿ ਅੱਲਾਹ ਤਾਲਾ ਉਹਦੇ ਲਈ ਸਾਵਧਾਨੀਆਂ ਕਰੇ। ਉਹ ਦਾਖਲਾ ਕਮੇਟੀ ਦੀ ਮੀਟਿੰਗ ਹੋ ਰਹੀ ਸੀ ਜਦੋਂ FSC ਕੀਤੀ, BSc ਦੇ ਐਡਮਿਸ਼ਨ ਹੋਣੇ ਸੀ। ਉਹ ਕਹਿੰਦੇ ਯਾਰ ਆ ਜਿਹੜੇ ਵੀ ਆਪਣੇ ਕਾਲਜ ਦੇ ਸਾਰੇ ਸਟੂਡੈਂਟ ਆ, ਇਹਨਾਂ ਨੂੰ ਐਡਮਿਸ਼ਨ ਦੇ ਦਿਓ। ਮੈਂ ਸਾਈਡ ਤੇ ਲੈਬ 'ਚ ਬੈਠਾ ਸੀ ਕਿਸੇ ਕੰਮ ਲਈ ਜਾਂ ਕਿਸੇ ਗੱਲ ਲਈ, ਉਹ ਕੱਲ ਉਹਨਾਂ ਦੀ ਮੇਰੇ ਕੰਨ 'ਚ ਪੈ ਰਹੀ ਸੀ। ਉਹਨਾਂ ਨੇ ਕਿਹਾ, ਇੱਕ ਵਿੱਚੋਂ ਪ੍ਰੋਫੈਸਰ ਬੋਲਦੇ ਕਿ ਆ ਜਿਹੜੇ ਸਪਲੀ ਵਾਲੇ ਸਟੂਡੈਂਟ ਆ, ਇਹਨਾਂ ਦਾ ਕੀ ਕਰਨਾ? ਉਹਨਾਂ ਨੇ ਕਿਹਾ ਜਿਹੜੇ ਗੌਰਮੈਂਟ ਕਾਲਜ ਦੇ ਸਪਲੀ ਵਾਲੇ ਸਟੂਡੈਂਟ ਆ ਨਾ, ਇਹਨਾਂ ਨੂੰ ਵੀ ਐਡਮਿਸ਼ਨ ਦੇ ਦਿਓ। ਅੱਛਾ, ਆਪਣੇ ਕਾਲਜ ਦੇ ਆ ਬੱਚੇ, ਇਹਨਾਂ ਨੂੰ ਵੀ ਦੇ ਦਿਓ। ਤੇ ਉਹ ਡਾਕਟਰ ਸਾਹਿਬ ਕਹਿੰਦੇ, ਮੈਂ ਉਹ ਸਾਹਿਬ ਯਾਰ ਇਹ ਸਾਡਾ ਹੀ ਗੰਦ ਆ, ਇਹ ਆਪਾਂ ਹੀ ਸੰਭਾਲਣਾ, ਜਿਹੜੇ ਫੇਲ ਹੋਏ ਇਹ ਉਹਨੇ ਕਿ ਸਾਡਾ ਗੰਦ ਆਪਾਂ ਹੀ ਸੰਭਾਲਣਾ। ਇਹ ਹੱਸਣ ਲੱਗ ਪਏ ਨਾਲੇ। ਤੇ ਸਰ ਅਗਰ ਨਹੀਂ, ਇਹ ਮੁਲਕ ਦੇ ਵਿੱਚ ਅਗਰ ਕੋਈ ਪ੍ਰੋਬਲਮ ਆ, ਠੀਕ ਹੈਗਾ, ਪਰ ਇਹਨੂੰ ਸਾਹਮਣੇ ਅਸੀਂ ਸਾਫ਼ ਕਰਨਾ ਨਾ। ਚਾਈਨੀਜ਼ ਨੇ ਤਾਂ ਨਹੀਂ ਆ ਕਰਨਾ, ਉਹਨਾਂ ਨੇ ਨਹੀਂ ਕਰਨਾ, ਅਮਰੀਕਨ ਨੇ ਤਾਂ ਨਹੀਂ ਕਰਨਾ। ਨਹੀਂ ਸਰ, ਉਹਨਾਂ ਨੇ ਅਗਰ ਉਹ ਆ ਗਏ, ਉਹਨਾਂ ਨੇ ਤਾਂ ਸਾਨੂੰ ਜੁੱਤੀਆਂ ਲਾਉਣੀਆਂ ਕਿ ਅਸੀਂ ਕਾਬਲ ਐਸੇ ਆ। ਹਾਂਜੀ, ਇਹਨੂੰ ਸਾਫ਼ ਅਸੀਂ ਆਪੇ ਹੀ ਕਰਨਾ ਸਰ। ਅੱਛਾ ਆਸਮ ਭਾਈ, 100 ਗਿਲੇ ਹੋਣਗੇ ਜ਼ਾਤੀ, ਲੇਕਿਨ ਸਰ ਇਹਦੇ ਐਂਡ ਤੇ 100 ਗੱਲਾਂ ਦੀ ਕੋਈ ਗੱਲ ਜਿਹੜੀ ਨਾ ਕਿ ਅਸੀਂ ਹੈਗੇ ਤਾਂ ਪਾਕਿਸਤਾਨੀ ਨੇ, ਸਾਰੇ ਅੰਦਰ ਉਹ ਮਿੱਟੀ ਹੈ, ਉਹ ਬੋਲਦੀ ਹੈ। ਆਸਮ ਇਹ ਸਾਡਾ ਜਿਹੜਾ ਓਵਰਸੀਜ਼ ਪਾਕਿਸਤਾਨੀ ਹੈ, ਉਹ ਉੱਥੋਂ ਜਿਹੜਾ ਅਮਰੀਕਾ ਦੀ ਜਾਂ ਯੂਰਪ ਦੀ ਉਹ ਜਿਹੜੀ ਉਹ ਕਹਿ ਲਓ ਕਿ ਮਧਾਨੀ ਵੱਜਦੀ ਹੈ, ਤੇ ਬੰਦਾ ਬੰਦੇ ਦਾ ਪੁੱਤਰ ਬਣਦਾ ਉੱਥੇ ਜਾ ਕੇ। ਹਾਂਜੀ, ਬਣਦਾ, ਠੀਕ ਹੈ। 12 ਘੰਟੇ 18 ਘੰਟੇ ਕੰਮ ਕਰਨਾ ਪੈਂਦਾ ਹੈ, ਉਹਨੂੰ ਪਤਾ ਲੱਗਦਾ, ਯੈਸ, ਠੀਕ ਹੈ ਨਾ। ਉਹ ਸਾਰੀਆਂ ਗੋਡਾਂ ਦੇ ਗਿੱਟਿਆਂ ਦੇ ਵਿੱਚ ਹੀ ਵੜੀਆਂ, ਜਿਹੜੇ ਮਾਂ ਦੇ ਪਰਾਠੇ ਤੇ ਜਿਹੜਾ ਮੱਖਣ ਇਹਨੂੰ ਨਿਕਲਦਾ, ਗੋਰਾ ਕੱਢਦਾ। ਹਾਂਜੀ, ਠੀਕ ਹੈ। ਉਹ ਅਗਰ ਐਕਸਪੀਰੀਅੰਸ ਉੱਥੋਂ ਦਾ ਓਵਰਸੀਜ਼ ਪਾਕਿਸਤਾਨੀ ਕਨੈਕਟ ਕਰ ਲੇ ਪਾਕਿਸਤਾਨ ਦੀ ਯੂਥ ਨੂੰ, ਤੁਹਾਡਾ ਕੀ ਖਿਆਲ ਹੈ ਕਿ ਕਿਆ ਕੋਈ ਇਨਕਲਾਬ ਆ ਸਕਦਾ? ਬਿਲਕੁਲ ਆਏਗਾ ਸਰ, ਬਿਲਕੁਲ ਆਏਗਾ। ਅਗਰ ਜਿਵੇਂ ਅਸੀਂ ਤੁਸੀਂ ਲੱਗੇ ਹੋ, ਅੱਲਾ ਖੈਰ ਕਰੇਗਾ ਸਰ। ਅਸੀਂ ਚਲੋ ਬਹੁਤ ਨਹੀਂ, ਆਪਣੀ ਜ਼ਾਤ ਤੱਕ ਕੋ 5-10 ਨੂੰ ਤਾਂ ਸਿੱਧਾ ਕਰ ਦੇਾਂਗੇ ਨਾ, ਤੇ ਇੱਦਾਂ ਹੀ ਜੇ ਮਤਲਬ ਹੋਰ ਹੋ ਜਾਣਗੇ ਤੇ ਕਾਫੀ ਸਾਰੀ ਤਾਦਾਦ ਬਣ ਜਾਏਗੀ। ਇਹ ਮਤਲਬ ਇਬਤਦਾ ਤੇ ਕਰੀਏ ਨਾ ਸਾਰੇ। ਦੇਖੋ, ਮੈਂ ਸਾਰੀ ਕੌਮ ਨਹੀਂ ਬਦਲ ਸਕਦਾ, ਤੁਸੀਂ ਨਹੀਂ ਬਦਲ ਸਕਦੇ, ਕੋਈ ਵੀ ਨਹੀਂ ਬੰਦਾ ਬਦਲ ਸਕਦਾ ਇੱਕ। ਸੋ ਉਹ ਨਾ, ਉਹ ਅਸੀਂ ਇਹਨੂੰ ਇਬਤਦਾ ਤੇ ਕਰੀਏ ਨਾ, ਜਿੰਨਾ ਕੁ ਹੋ ਸਕਦਾ ਉਹਨਿਆਂ ਕੁ ਨੂੰ ਕਹੀਏ ਕਿ ਯਾਰ ਹੈ ਕਰ। ਅੱਛਾ, ਇਹ ਮਜ਼ੇ ਵਾਲੀ ਗੱਲ ਆ ਸਰ। ਇਹਦੇ ਲਈ ਇਹ ਨਹੀਂ ਕਿ ਅਸੀਂ ਇਹ ਕੋਈ ਚੈਰਿਟੀ ਕਰ ਰਹੇ ਜਾਂ ਫੀਸ ਬਿੱਲ ਲਾ, ਨਾ ਨਾ ਨਾ। ਦੇਖੋ, ਇਹਦਾ ਬੈਨੀਫਿਟਸ ਅਲਟੀਮੇਟਲੀ ਸਾਨੂੰ ਵੀ ਮਿਲ ਰਿਹਾ ਹੁੰਦਾ, ਲੇਕਿਨ ਅਸੀਂ ਉਹਨੂੰ ਦੱਸਦੇ ਹਾਂ, ਉਹਨੂੰ ਕਹਿੰਦੇ ਯਾਰ ਇਹ ਕੰਮ ਕਰ, ਅਸੀਂ ਇਹਦੇ 'ਚ ਤੈਨੂੰ ਸਾਰੀ ਸਪੋਰਟ ਦਿੰਦੇ ਹਾਂ, ਤੈਨੂੰ ਉਹ ਟੂਲ ਦਿੰਦੇ ਹਾਂ, ਉਹ ਰਿਸੋਰਸਿਸ ਦਿੰਦੇ ਜਿਹੜੇ ਹਾਲੇ ਤੂੰ ਅਫੋਰਡ ਨਹੀਂ ਕਰ ਰਿਹਾ, ਨਹੀਂ ਕਰ ਸਕਦਾ ਇਸ ਵੇਲੇ ਪ੍ਰੈਜ਼ੈਂਟਲੀ। ਤੇਰੇ ਕੋਲ ਉਹ ਰਿਸੋਰਸਿਸ ਔਰ ਉਹ ਟੂਲਸ ਨਹੀਂ ਹੈਗੇ, ਇਹ ਟੂਲਸ ਤੈਨੂੰ ਅਸੀਂ ਦੇ ਦਿੰਦੇ। ਤੇ ਜੇ ਤੂੰ ਕੰਮ ਕਰ ਸਕਦਾ ਤੇ ਹਾਂ, ਸੱਤ ਬਿਸਮਿਲ੍ਲਾ ਵੀ, ਆਹ ਘੋੜਾ ਤੇ ਆਹ ਮੈਦਾਨ, ਦੌੜ ਦੌੜ ਦੌੜ, ਆਹ ਘੋੜਾ ਵੀ ਤੈਨੂੰ ਦੇ ਦਿੱਤਾ, ਮੈਦਾਨ ਵੀ ਦੇ ਦਿੱਤਾ, ਹੁਣ ਇਹਦੇ ਤੇ ਬਹਿ ਕੇ ਸਵਾਰੀ ਕਰਕੇ ਦੌੜਾਉਣਾ ਤਾਂ ਤੂੰ ਆ, ਇਹ ਤੇਰੇ ਥਾਂ ਅਸੀਂ ਨਹੀਂ ਦੌੜਾ ਸਕਦੇ। ਅੱਛਾ ਅਸਲ ਵਿੱਚ ਤੁਸੀਂ ਪਾਕਿਸਤਾਨ ਦੀ ਬਹੁਤ ਸਾਰੇ ਯੂਥ ਵੇ, ਮੇਰੇ ਨੂੰ ਵੀ ਲੋਕ ਦੇਖਦੇ ਨੇ, ਤੁਹਾਡਾ ਕੀ ਖਿਆਲ ਹੈ ਕਿ ਕੁਝ 2-3 ਰੀਜ਼ਨਸ ਦੱਸੋ ਕਿ ਜਿਹਦੀ ਵਜ੍ਹਾ ਨਾਲ ਸਾਡੀ ਯੂਥ ਜਿਹੜੀ ਹੈ, ਬੱਚੇ ਆਪਣੀ ਪ੍ਰੈਕਟੀਕਲ ਲਾਈਫ 'ਚ ਕਾਮਯਾਬ ਨਹੀਂ ਹੋ ਪਾਉਂਦੇ, ਔਰ 2-3 ਰੀਜ਼ਨਸ ਦੱਸੋ ਕਿ ਉਹ ਕਰ ਲੈਣ ਤੇ ਕਾਮਯਾਬ ਹੋ ਜਾਣਗੇ? ਸਰ, ਕਾਮਯਾਬੀ ਦਾ ਸਭ ਤੋਂ ਵੱਡਾ ਮੈਂ ਇੱਕ ਜਿਹੜਾ ਦੱਸਦਾ, ਜਿਹੜਾ ਟੈਲੈਂਟ ਪਾਕਿਸਤਾਨ 'ਚ ਜੁਗਾੜ। ਓਏ ਹੋਏ ਹੋਏ, ਜੀਨੀਅਸ।
ਜੁਗਾੜ ਉਹਦੀ ਵਜ੍ਹਾ এনवायरमेंट ਉਹਨਾਂ ਨੂੰ ਜੁਗਾੜ ਸਿਖਾਉਂਦਾ। ਜਿਹੜੇ ਸਾਡੇ ਬੱਚੇ ਨੇ ਉੱਥੇ ਇਹਨਾਂ ਨੂੰ ਇੱਕ ਸਿਸਟਮ ਸਟ੍ਰੀਮਲਾਈਨਡ ਮਿਲਦਾ, ਮਿਹਨਤੀ ਬੱਚਾ ਜਿਹੜਾ ਉਹਦੇ 'ਚ ਜਾਂਦਾ। ਉੱਥੇ ਬਹੁਤ ਸਾਰੇ ਦੋਸਤ ਬਤੌਰ ਚੁੱਕੇ ਮੈਂ ਯੂਨੀਵਰਸਿਟੀ 'ਚ 16 ਸਾਲ ਪੜ੍ਹਾਉਂਦਾ ਰਿਹਾ, ਉਹ ਦੋਸਤ ਬਹੁਤ ਸਾਰੇ ਉੱਥੇ ਕਰਦੇ ਕਿ ਚੋਈ ਸਾਹਿਬ ਕੋਈ ਮਸ਼ਵਰਾ ਦੇਵੋ ਪੜ੍ਹਾਈ ਦਾ। ਮੈਂ ਉਹਨੂੰ ਕਹਿੰਦਾ ਯਾਰ ਇਹ ਬੱਚੇ ਤੁਹਾਡੇ ਸਿਰਫ ਸਿਸਟਮ ਨਾਲ ਜੁੜੇ ਰਹਿਣ, ਕੋਈ ਐਕਸਟਰਾ ਆਰਡੀਨਰੀ ਨਹੀਂ। ਮੈਂ ਆਪਣੇ ਬੱਚਿਆਂ ਦੀ ਮਿਸਾਲ ਦਿੰਦਾ ਕਿ ਨਥਿੰਗ ਐਕਸਟਰਾ ਆਰਡੀਨਰੀ। ਅਸੀਂ ਤਾਂ ਮਜ਼ਦੂਰੀ 'ਚ ਸਰ ਵੇਲ ਨਹੀਂ ਸੀ ਲੱਗਦਾ, ਅਸੀਂ ਉਹਨਾਂ ਨੂੰ ਕੀ ਕਰਨਾ ਸੀ ਪੜ੍ਹਾਉਣਾ। ਸਾਡੀ ਤਾਂ ਸਰਵਾਈਵਲ ਦੀ ਜੰਗ ਸੀ 10-12 ਸਾਲ। ਅਸੀਂ ਤੇ ਉਹਨਾਂ ਨੂੰ ਉਹ ਸਿਰਫ ਇਹ ਧਿਆਨ ਰੱਖੋ ਕਿ ਇਹ ਬੱਚਿਆਂ ਦੀ ਕੰਪਨੀ ਕੀ ਹੈ, ਠੀਕ ਹੈ ਬਸ, ਕਿਉਂਕਿ ਉੱਥੇ ਮਾਹੌਲ ਆ ਜੋ ਇਹਨਾਂ ਦੇ ਦੋਸਤ ਕਿਹੜੇ ਆ, ਤੇ ਤੀਜਾ ਇਹ ਸਿਸਟਮ ਨਾਲ ਜੁੜੇ ਆ, ਇਹ ਰੋਜ਼ ਸਕੂਲੇ ਕਾਲਜ ਟਾਈਮ ਨਾਲ ਜਾਂਦੇ। ਇਹਨਾਂ ਦੀ ਜਦੋਂ ਮਹੀਨੇ 2 ਮਹੀਨੇ ਬਾਅਦ ਪੇਰੈਂਟ ਮੀਟਿੰਗ ਹੁੰਦੀ ਉੱਥੇ ਜਾਓ, ਟੀਚਰ ਕੋਲ ਇਹਦੀ ਰਿਪੋਰਟ ਲਵੋ, ਸਿਸਟਮ ਇਹਨਾਂ ਨੂੰ ਆਪੇ ਹੀ ਲੈ ਜੂ ਚੁੱਕ ਕੇ ਔਰ ਲੈ ਜਾਂਦਾ 100% ਲੈ ਜਾਂਦਾ। ਜਿਹੜਾ ਬੱਚਾ ਸਿਸਟਮ ਨਾਲ ਜੁੜਿਆ ਆ ਸਿਸਟਮ ਉਹਨੂੰ ਉੱਤੇ ਲੈ ਜਾਂਦਾ। ਇਹ ਤੇ ਹੋ ਗਈ ਯੂਕੇ ਵਾਲੀ ਗੱਲ। ਇੱਥੇ ਜਿਹੜੇ ਬੱਚੇ ਆ ਸਾਡੇ ਇਹ ਜਗਾੜੂ ਨੇ, ਇਹ ਪ੍ਰੋਬਲਮ ਸੋਲਵਿੰਗ ਜਿਹੜੀ ਇਹ ਕਰ ਸਕਦੇ ਆ ਉਹ ਨਹੀਂ ਕਰ ਸਕਦੇ। ਉਹ ਤੇ ਸਟ੍ਰੇਟ ਫਾਰਵਰਡ ਤੇ ਖੜਾ ਹੋ ਜਾਏਗਾ ਕਿ ਆ ਹੁਣ ਮਤਲਬ ਇਹ ਤੇ ਅੱਗੇ ਇਦਾਂ ਨਹੀਂ ਹੁੰਦੀ, ਇੱਥੇ ਤੇ ਅੱਗੇ ਇਦਾਂ ਨਹੀਂ ਹੁੰਦੀ ਇਹ ਰੂਲ। ਸਾਡੇ ਬੱਚੇ ਸਰ IQ ਬਹੁਤ ਹੈ, ਬਹੁਤ IQ ਆ। ਉਹਦੀ ਵਜ੍ਹਾ ਇਹਨੂੰ ਪਹਿਲੇ ਦਿਨ ਹੀ ਸਰ ਕੰਪੀਟੀਸ਼ਨ ਮਿਲਦਾ ਮਹੱਲੇ, ਪਹਿਲੇ ਤੇ ਸਕੂਲ 'ਚ ਸਰ ਉਹਨੇ 30-40 ਦੇ ਵਿੱਚੋਂ ਲੜ ਝਗੜ ਕੇ ਆਪਣਾ ਆਪ ਵਿੱਚ ਕਲਾਸ 'ਚ ਮਨਵਾਉਂਦਾ। ਉੱਥੇ ਹਰ ਬੱਚੇ ਦੀ ਆਪਣੀ, ਉਹਨੂੰ ਕੋਈ ਬੰਦਾ ਓਏ ਵੀ ਨਹੀਂ ਕਹਿੰਦਾ, ਉਹ ਪੈਂਪਰ ਕੀਤਾ ਜਾਂਦਾ। ਇਹ ਜਿਹੜਾ ਯੂਥ ਨਿਕਲਦਾ ਬੱਚਾ, ਇਹਦੇ ਵਿੱਚੋਂ 50% ਬੱਚੇ ਉਹ ਆ ਜਿਨ੍ਹਾਂ ਨੇ ਆਪਣਾ ਆਪ ਮਹੱਲੇ 'ਚ ਹੀ ਮਨਵਾ ਲਿਆ ਹੋਇਆ, ਸਕੂਲੇ ਮਨਵਾ ਲਿਆ। ਇਹਦੇ ਅੰਦਰ ਟੈਲੈਂਟ ਆ, ਉਹਦਾ ਕੌਨਫੀਡੈਂਸ ਲੈਵਲ ਉਹ ਬਣ ਗਿਆ ਆ, ਉਹ ਇਹ ਅੱਗੇ ਜਾਏ। ਇਹਨੂੰ ਸਿਰਫ ਤੁਸੀਂ ਇਹ ਦੇਖਣਾ ਵੀ ਇਹਦੇ ਕੋਲੋਂ ਨਿਸ਼ਾਨਾ ਲਵਾਉਣਾ ਕਿੱਥੇ, ਇਹਨੂੰ ਸਿਰਫ ਸਟ੍ਰੀਮਲਾਈਨ ਕਰਨਾ ਸਿੱਧੇ ਪਾਸੇ। ਨਾ ਵਾਲੀ ਵਜ੍ਹਾ ਇਹ ਆ ਕਿ ਅਸੀਂ ਇਹਨਾਂ ਨੂੰ ਗਾਈਡੈਂਸ ਹੀ ਨਹੀਂ ਦੇ ਸਕਦੇ। ਅਸੀਂ ਇਹਨਾਂ ਨੂੰ ਜੋ ਪੜ੍ਹਾ ਰਹੇ ਹਾਂ, ਅਸੀਂ ਇਹਨਾਂ ਨੂੰ ਜੋ ਦੇ ਰਹੇ ਹਾਂ ਸਰ, ਉਹ ਤਾਂ ਸਾਰਾ ਬਿਜ਼ਨਸ ਆ ਸਰ, ਉਹ ਸਾਰਾ ਝੂਠ ਆ। ਅਸੀਂ ਤੇ ਇਹਨਾਂ ਨੂੰ ਜਿਹੜਾ ਉਹ ਸਿਲੇਬਸ ਕਿਤਾਬਾਂ ਦਿੱਤੀਆਂ, ਜਾਂ ਤੇ ਉਹ ਸਾਡੇ ਮਾਹੌਲ ਦੀਆਂ ਨਹੀਂ, ਜਾਂ ਉਹ ਸਾਡੀਆਂ ਨਹੀਂ, ਤੇ ਜਾਂ ਉਹ 50 ਸਾਲ ਪੁਰਾਣੀਆਂ। ਹਾਏ ਹਾਏ ਹਾਏ, ਕੋਕ ਦੀ ਸਟੱਡੀ ਸਾਨੂੰ ਪੜ੍ਹਾਉਂਦਾ MBA ਦੇ ਵਿੱਚ ਕੀ ਤੁੱਕ। ਅੱਛਾ, ਦੂਜਾ ਅਲਮੀਆਂ ਪੜਾਉਣ ਵਾਲੇ ਮੇਰੇ ਵਰਗੇ ਸਰ ਸਾਰੇ, ਸੌਰੀ ਟੂ ਸੇ, ਜਿਹਨੇ ਉਹ ਬਿਜ਼ਨਸ ਪੜਾਉਣ ਵਾਲੇ ਉਹ ਆ ਜਿਹਨੇ ਕਦੀ ਬਿਜ਼ਨਸ ਪੜ੍ਹਿਆ ਹੀ ਨਹੀਂ। ਅੱਲਾ ਮਾਫ ਕਰੇ। ਉਹਨੇ ਪੜ੍ਹਿਆ ਜ਼ਰੂਰ ਆ, ਉਹਨੇ ਕਦੀ ਪ੍ਰੈਕਟੀਕਲੀ ਕੀਤਾ ਨਹੀਂ, ਉਹਨੇ ਵੀ ਕਿਤਾਬਾਂ ਪੜ੍ਹੀਆਂ ਆ। ਤੇ ਇਹ ਸਾਡੇ ਫੇਲੀਅਰ ਦੀ ਸਭ ਤੋਂ ਵੱਡੀ ਵਜ੍ਹਾ ਜਿਹੜਾ ਨਾ, ਉਹ ਸਾਡਾ ਐਜੂਕੇਸ਼ਨ ਸਿਸਟਮ ਅਪ ਟੂ ਡੇਟ ਨਹੀਂ ਹੈ। ਉਹ ਅੱਜ ਦੇ ਪ੍ਰੋਬਲਮ। ਅੱਛਾ, ਤੁਸੀਂ ਉੱਥੇ ਵੀ ਦੇਖੋ ਨਾ ਸਰ, ਜਿਹੜੀ ਉਹਨਾਂ ਦੀ ਅੱਧੀ ਸਾਰੀ ਕੌਮ ਆ ਉਹ ਤੇ ਅਪ੍ਰੈਂਟਿਸਸ਼ਿਪ ਦੇ ਵਿੱਚ ਜਾਂਦੀ ਹੈ। ਯਾਰ ਅਪ੍ਰੈਂਟਿਸਸ਼ਿਪ ਦਾ ਕਨਸੈਪਟ ਪਾਕਿਸਤਾਨ ਦੇ ਵਿੱਚ ਵੀ ਤੇ ਹੈ ਸੀ ਨਾ। ਉਹ ਨਹੀਂ ਸਰ ਜੀ, ਉਹਦੇ ਵਿੱਚ ਕੁਛ ਨਹੀਂ ਨਾ, ਉਹ ਨਹੀਂ ਕੀਤਾ ਜਾਂਦਾ ਨਾ, ਉਹਨੂੰ ਸਮਝਿਆ ਹੀ ਨਹੀਂ ਜਾਂਦਾ, ਉਹਨੂੰ ਉਹਦੇ ਤੇ ਕੋਈ ਤਵੱਜੋ ਹੀ ਨਹੀਂ। ਉਹਦੀ ਵਜ੍ਹਾ ਕਿ ਉਹ ਸਾਰਾ ਬੰਦਾ ਉੱਥੋਂ, ਉਹਨਾਂ ਦੀ ਵਰਕਫੋਰਸ ਨਿਕਲ ਰਹੀ। ਮੈਨੇਜਰ ਉਹਨਾਂ ਦੇ ਵੀ 5-6% ਹੁੰਦੇ। ਮੈਂ ਉਹਨਾਂ ਦੇ ਪ੍ਰਾਇਮਰੀ ਸਕੂਲ ਸਿਸਟਮ ਨੂੰ ਜਾਂਦਾ ਰਿਹਾ ਆਪਣੇ ਬੱਚਿਆਂ ਲਈ ਸਕੂਲੇ, ਮੈਂ ਦੇਖਿਆ ਵੀ 5 ਟੇਬਲ ਲੱਗੇ ਆ ਸਕੂਲੇ, 5 ਟੇਬਲਾਂ ਦੇ 5 ਗਰੁੱਪ ਬੈਠੇ ਆ, ਕਲਾਸ ਇੱਕੋ ਹੀ ਆ, ਸੈਕਸ਼ਨ ਇੱਕੋ ਹੀ ਆ, 30 ਦੀ ਸੈਕਸ਼ਨ ਹੁੰਦਾ, 5 ਗਰੁੱਪ ਜਾਂ 6 ਟੇਬਲ ਅੰਦਰ ਲੱਗੇ। ਉਹ ਜਦੋਂ ਟੀਚਰਾਂ ਨਾਲ ਦੋਸਤੀ ਹੋ ਗਈ, ਗੱਪਸ਼ਪ ਹੋਈ, ਹੁਣ ਹਰ ਉਹਦੇ 'ਚ ਇੱਕ ਪਹਿਲਾ ਟੌਪ ਵਾਲਾ, 2 ਮਿਡਲ ਵਾਲੇ ਆ, 2 ਲੋਅਰ ਮਿਡਲ ਵਾਲੇ ਗਰੁੱਪ ਆ, ਇੱਕ ਬਿਲਕੁਲ ਆਖਰੀ ਗਰੁੱਪ ਆ। ਉਹਨੇ ਕਿਹਾ ਜਿਹੜਾ ਆਖਰੀ ਗਰੁੱਪ ਆ ਨਾ, ਇਹਨਾਂ ਨੇ ਮਤਲਬ ਗੌਰਮੈਂਟ ਨੂੰ ਵੀ ਪਤਾ, ਸਕੂਲ ਨੂੰ ਵੀ ਪਤਾ, ਇਹ ਸਿਰਫ ਇਹਨਾਂ ਨੂੰ ਅੱਗੇ ਲਿਜਾਣਾ, ਇਹਨਾਂ ਨੂੰ ਸਾਰਾ ਦਿਨ ਅੰਗੇਜ ਰੱਖਣਾ, ਹਲਕੇ ਫੁਲਕੇ ਜਿਹੇ ਟੈਸਟ ਲੈਣੇ, ਇਹ ਸਾਰਿਆਂ ਨੇ GCSE ਕਰਨੀਆਂ। ਉਸ ਤੋਂ ਬਾਅਦ ਇਹਨਾਂ ਨੇ ਛੋਟੇ ਛੋਟੇ ਕੋਈ ਸਟੋਰਾਂ 'ਤੇ ਕੰਮ ਕਰੇਗਾ, ਕੋਈ ਹੋਰ ਕੁਝ ਕਰੇਗਾ। ਇਹ ਜਿਹੜੀ ਮਿਡਲ ਕਲਾਸ ਆ, ਇਹ ਸਾਰੀ ਕਲੈਰੀਕਲ ਜੌਬ, ਸਾਰੀ ਮਿਡਲ ਜੇ ਜੌਬ, ਅਪ੍ਰੈਂਟਿਸਸ਼ਿਪ, ਸਾਰਾ ਇਹ ਕਰੇਗਾ। ਇੱਕ ਟੌਪ ਵਾਲਾ ਗਰੁੱਪ ਆ, ਉਹ ਕਹਿੰਦੇ ਜੀ ਇਹ ਮੈਨੇਜਰੀਅਲ ਕੇਡਰ ਦੇ ਬੱਚੇ ਆ, ਇਹਨਾਂ ਨੇ ਮੁਲਕ ਨੂੰ ਕਮਾ ਕੇ ਦੇਣਾ। ਸਾਰਿਆਂ ਦਾ ਉਸ ਕਲਾਸ ਦੇ ਅੰਦਰ, ਉਸ ਸੈਕਸ਼ਨ ਦੇ ਅੰਦਰ ਟੈਸਟ ਅਲੱਗਾ, ਉਹ ਟੀਚਰ ਉਹਨਾਂ ਦੀ ਅਸੈਸਮੈਂਟ ਅਲੱਗ ਕਰ ਰਿਹਾ। ਵਾਹ ਵਾਹ ਵਾਹ। ਉਹਦਾ ਬੱਚਾ ਜਿਹੜਾ ਆਖਰੀ ਗਰੁੱਪ ਵਾਲਾ, ਉਹਨੂੰ ਟੌਪ ਵਾਲੇ ਕੋਲੋਂ ਸ਼ਰਮਿੰਦਾ ਨਹੀਂ ਕਰਾ ਰਿਹਾ। ਠੀਕ, ਉਹਦਾ ਆਪਣਾ ਟੈਸਟ, ਉਹਦਾ ਆਪਣਾ ਟੈਸਟ। ਉਹ ਉੱਥੋਂ ਉਹਨਾਂ ਨੇ ਪਹਿਲੇ ਜਿਹੜੀ ਪ੍ਰਾਇਮਰੀ ਸਕੂਲ 'ਚ ਸਿਰਫ ਇਹ ਹੁੰਦੀ ਆ ਕਿ ਯਾਰ ਇਹਨਾਂ ਦੀ ਉਸ ਟੀਚਰ ਉਹਨਾਂ ਨੂੰ ਅਬਜ਼ਰਵ ਕਰਦਾ, ਉਹਨਾਂ ਨੂੰ ਲਹਿਦਾ ਟਰੀਟ ਕਰਦਾ। ਤੁਹਾਡਾ ਬੱਚਾ ਬਾਹਰੋਂ ਗਿਆ ਹੈ, ਉਹ 6 ਮਹੀਨੇ ਬਾਅਦ ਉਸ ਕਲਾਸ 'ਚ ਗਿਆ, ਉਹ ਤਾਂ ਉਸ ਬੱਚੇ ਨੂੰ ਉਸ ਤਰ੍ਹਾਂ ਟਰੀਟ ਕਰੇਗਾ ਵੀ ਇਹ ਬੱਚਾ ਇਹਨਾਂ ਨਾਲੋਂ 6 ਮਹੀਨੇ ਕੈਰੀਕੂਲਮ 'ਚ ਪਿੱਛੇ ਆਇਆ, ਬਾਅਦ 'ਚ ਐਡ ਹੋਇਆ, ਉਹਨੇ ਉਹਨੂੰ ਹੁਣ ਉਸ ਤਰੀਕੇ ਨਾਲ ਐਡ ਕਰਕੇ ਉਹਨਾਂ ਦੇ ਬਰਾਬਰ ਕਰਨਾ। ਉਹ ਸਰ ਤੂੰ ਮਤਲਬ ਇਸ ਉਹਦੇ 'ਤੇ ਉਸ ਦੌਰ 'ਚ ਹੀ ਮਿਹਨਤ ਕਰਨੀ ਪੈਣੀ। ਹੁਣ ਸਾਡੇ ਬਾਬਿਆਂ ਦੇ ਸਰ ਕੋਈ ਅਗਰ ਸਾਨੂੰ ਨਵੀਂ ਸ਼ੈ ਸਿਖਾ ਵੀ ਦੇਵੇ ਤੇ ਅਸੀਂ ਹੁਣ ਕੀ ਕਰਨੀ। ਭਾਈ ਜਿਹੜਾ ਇਹ ਮਾਮਲਾ ਵੇ ਸਾਡਾ, ਯਾਨੀ ਮੇਰੀ ਇੱਕ ਨਾ ਭਰਜਾਈ ਕੈਨੇਡੀਅਨ ਸੀ, ਤਾਂ ਉਹ ਪਾਕਿਸਤਾਨ ਆਈ ਤੇ ਉਹ ਬੜੀ ਪਰੇਸ਼ਾਨ ਹੋਈ ਕਿ ਉਹ ਕਹਿੰਦੀ ਮੈਂ 14 ਸਾਲ ਦੀ ਸਾਂ ਤੇ ਮੇਰੀ ਮਾਂ ਨੇ ਮੇਰੇ ਕੋਲ ਘਰ ਦਾ ਰੈਂਟ ਮੰਗ ਲਿਆ। ਬਿਲਕੁਲ ਇਦਾਂ ਹੀ ਸਰ। ਸਾਡਾ 40 ਸਾਲ ਦਾ ਵੀ ਹੋ ਜਾਏ ਤੇ ਉਹ ਅੱਬਾ ਕਹਿੰਦਾ ਨਾ ਉਹ ਵੀ ਇਹੀ ਉਮੀਦ ਰੱਖ ਰਿਹਾ ਹੁੰਦਾ ਵੀ ਹੁਣ ਅੱਬਾ ਜੀ ਨੇ ਦੇਣਾ ਜੋ ਦੇਣਾ। ਤੇ ਤੁਹਾਡਾ ਕੀ ਖਿਆਲ ਹੈ ਕਿ ਇਹ ਗੱਲ ਉਹ ਬਿਲਕੁਲ ਉਹ ਸਿਸਟਮ ਅੱਛਾ। ਮੈਂ ਆਪਣੀ ਮਿਸਾਲ ਤੋਂ ਫੇਰ ਗੱਲ ਕਰਨਾ, ਮੇਰੇ ਦੋਨੇ ਬੱਚੇ ਜਿਹੜੇ ਆ
ਇਹ ਜੌਬ ਕਰਦੇ ਰਹੇ, ਇੱਕ ਮੈਕਡੋਨਲਡਸ ਕਰਦਾ ਰਿਹਾ, ਇੱਕ ਟੀਕੇ ਮੈਕਸ, ਇੱਕ ਕੱਪੜਿਆਂ ਦਾ ਸਟੋਰ ਆ, ਉੱਥੇ ਜਾਂਦੇ ਸੀ ਆਪਣੇ ਵੀਕਐਂਡਸ ਤੇ ਜੌਬ ਕਰਦੇ ਸੀ। ਔਰ ਮੈਂ ਉਹਨਾਂ ਨਾਲ 2-3 ਵਾਰੀ ਬੈਠ ਕੇ ਹਿਸਾਬ ਕੀਤਾ ਕਿ ਤੂੰ 4 ਘੰਟੇ ਦੀ ਸ਼ਿਫਟ ਕਰਨ ਗਿਆ, ਬਤੌਰ ਸਟੂਡੈਂਟ ਪੈਸੇ ਥੋੜੇ ਮਿਲਦੇ ਆ, ਹੁਣ ਤੂੰ ਕੈਲਕੂਲੇਟ ਕਰ 1 ਘੰਟਾ ਬੱਸ ਤੇ ਤੂੰ ਗਿਆ, 1 ਘੰਟਾ ਤੂੰ ਬੱਸ ਤੇ ਆਇਆ, 4 ਘੰਟੇ ਦੀ ਤੂੰ ਸ਼ਿਫਟ ਕੀਤੀ ਆ, ਉਸ ਵੇਲੇ ਮੇਰੇ ਹਾਲ ਐਵੇਂ 5 ਪਾਉਂਡ ਸਾਰਾ ਠੀਕ ਹੈ ਸਟੂਡੈਂਟ ਦਾ ਰੇਟ ਸੀ 16 ਵਾਲੇ ਦਾ ਨਾ, ਇੰਨਾ 5.5 ਪਾਉਂਡ, ਉਹ 22 ਪਾਉਂਡ ਦੀ ਉਹਦੀ ਸ਼ਿਫਟ ਬਣੀ ਮੇਰੇ ਐਵੇਂ ਜ਼ੇਨ 'ਚ। ਮੈਂ ਉਹਨੂੰ ਕਿਹਾ ਯਾਰ ਇਹ 22 ਪਾਉਂਡ ਤੇਰੇ 6 ਘੰਟੇ ਦਾ ਮੁੱਲ ਆ, ਠੀਕ ਹੈ, ਹੁਣ ਤੂੰ ਹਿਸਾਬ ਲਾ ਵੀ ਵੈਲਿਊ ਆਫ ਮਨੀ ਕੀ ਹੈ। ਐਂਡ ਆਈ ਐਮ ਪ੍ਰਾਊਡ ਕਿ ਦੇ ਨੋ ਨਾਓ। ਉਹਦੀ ਵਜ੍ਹਾ ਕਿ ਉਹ ਸਾਰੇ ਸਿਸਟਮ 'ਚ। ਮੈਂ ਜਦੋਂ UK ਗਿਆ ਨਾ ਸਰ, ਤੇ ਟੋਨੀ ਬਲੇਅਰ ਉਸ ਵੇਲੇ ਵਜ਼ੀਰ ਆਜ਼ਮ ਸੀ, ਉਹ ਟੋਨੀ ਬਲੇਅਰ ਦਾ ਦੌਰ ਸੀ, ਤੇ ਉਹਦੇ ਉਸ ਵੇਲੇ ਦੋਨੇ ਹੀ ਬੱਚੇ ਜਿਹੜੇ ਸੀ, ਉਹਦੇ 2 ਬੱਚੇ, ਉਹ ਆਈ ਥਿੰਕ ਸੋ ਕਿਸੇ ਨੇ ਦੱਸਿਆ, ਉਹਨੇ ਕਿਹਾ ਜੀ ਮੈਕਡੋਨਲਡ ਤੇ ਜੌਬ ਕਰਦੇ। ਔਰ ਇਹ ਕਾਮਨ ਕਲਚਰ ਆ, ਇਹਦੇ 'ਚ ਕੋਈ ਨਹੀਂ। ਤੇ ਜਿਹੜਾ ਇੱਥੇ ਸਾਡਾ ਬੱਚਾ ਪੈਦਾ ਹੁੰਦੇ ਲੱਗਦਾ ਮੇਰਾ ਪਿਓ ਬੜਾ ਅਮੀਰ ਹੈ। ਹਾਂਜੀ, ਨਹੀਂ ਉੱਥੇ ਵੀ ਇੱਦਾਂ ਕੀ ਕਰੀਏ? ਅਮੀਰ ਹੋਏਗਾ, ਉਹ ਪਿਓ ਦੀ ਜਾਇਦਾਦ ਨੂੰ ਪਹਿਲੀ ਸਮਝਣਾ ਸ਼ੁਰੂ ਕਰ ਦਿੰਦੇ ਨੇ ਕਿ ਸਾਡੀ ਜਾਇਦਾਦ ਹੈ ਪਾਕਿਸਤਾਨੀ। ਅਸੀਂ ਵੀ ਉਹਨੂੰ ਇਹੀ ਹਿਸਾਬ ਦਿੱਤਾ ਨਾ ਕਿ ਤੂੰ ਨਹੀਂ ਹੱਥ ਲਾਉਣਾ, ਤੇਰੇ ਲਈ ਅਸੀਂ ਪੁੱਤ ਕਰ ਲਿਆ। ਉਹ ਸਿਸਟਮ ਹੀ ਐਸਾ ਸਰ। ਬੱਚਾ ਜਿਹੜਾ ਸਕੂਲ, ਹਰ ਬੱਚਾ ਜਿਹੜਾ ਕਾਲਜ ਫਿਨਿਸ਼ ਕਰਦਾ, ਸਕੂਲ ਫਿਨਿਸ਼ ਕਰਦਾ ਨਾ, ਉਹਦੀ ਅੰਦਰ ਹੁੰਦੀ ਹੈ ਕਿ ਨਹੀਂ ਨਹੀਂ ਮੈਂ ਉਹਨੇ ਦਿਨ ਨਾ ਜੌਬ ਕਰਨੀ ਹੈ। ਦੇ ਲਵ ਮੇਨਸ ਕਿ ਗੈਰਤ ਜਿਹੜੀ ਹੈ ਨਾ, ਉਹ ਗੈਰਤ ਉਸ ਸੋਸਾਇਟੀ ਦੇ ਅੰਦਰ ਹੈ ਕਿ ਪਿਓ ਕੋਲ ਵੀ ਲੈ ਕੇ ਨਹੀਂ ਖਾਣਾ। ਬੱਚਾ ਆਪੇ ਹੀ ਜਾਂਦਾ ਸਰ, ਬਿਲਕੁਲ ਆਪੇ ਜਾਂਦਾ। ਮੇਰਾ ਉਹ ਮਤਲਬ ਮੈਨੂੰ ਯਾਦ ਆ, ਬੜੀ ਪੁਰਾਣੀ ਗੱਲ, ਉਹ ਹੋ ਸਕਦਾ ਮੇਰੇ ਬੇਟੇ ਨੂੰ ਵੀ ਯਾਦ ਨਾ ਹੋਏ। ਉਹ ਪਹਿਲੇ ਦਿਨ ਮੈਕਡੋਨਲਡ ਗਿਆ, ਦੂਜੇ ਤੀਜੇ ਦਿਨ ਆਇਆ ਤੇ ਉਹਦੇ ਹੱਥਾਂ ਤੇ ਛਾਲੇ ਪਏ ਸੀ, ਉਹ ਕਿਤੇ ਤੇਲ ਦੇ ਛਿੱਟੇ ਛੁੱਟੇ ਪੈ ਗਏ ਉਹਨੇ। ਉਹਦੀ ਮਾਂ ਮੇਰੇ ਨਾਲ ਅੜ ਪਈ ਕਿ ਤੂੰ ਇਹਦੀ ਕਮਾਈ ਖਾਣੀ ਹੈ। ਉਹ ਮੈਂ ਕਹਿੰਦੀ ਇਹਦੀ ਟ੍ਰੇਨਿੰਗ ਲਈ ਇਹ ਬਹੁਤ ਜ਼ਰੂਰੀ ਹੈ। ਨਹੀਂ, ਮੈਂ ਇੱਕ ਵੀਡੀਓ 'ਚ ਕਹਿ ਦਿੱਤਾ ਕਿ ਬਿਲ ਗੇਟ ਜਿਹੜਾ ਨਾ, ਉਹਨੇ ਆਪਣੀ ਧੀ ਨੂੰ ਵੀ ਪੈਸੇ ਨੇ ਦਿੱਤੇ ਕਾਰੋਬਾਰ ਕਰਨ ਵਾਸਤੇ। ਯੈਸ। ਤਾਂ ਵੀਡੀਓ ਦੇ ਵਿੱਚ ਨਾ ਕਿਸੇ ਨੇ ਤਨਕੀਦ ਕਰਤਾ ਕਿ ਝੂਠੀਆਂ ਸਟੋਰੀਆਂ ਸੁਣਾਈ ਜਾਂਦੇ ਹੋ। ਤੇ ਮਤਲਬ ਉਹ ਕਲਚਰ ਹੈ ਵੇ ਕਿ ਫਿਰ ਮੈਂ ਬਾਅਦ 'ਚੋਂ, ਮੈਂ ਪੁਰਾਣੀ ਗੱਲ ਪੜ੍ਹੀ ਦੀ ਸੀ, ਫਿਰ ਮੈਂ ਬਾਅਦ 'ਚੋਂ ਦੁਬਾਰਾ ਵੈਰੀਫਾਈ ਕੀਤਾ ਚੈਟ GPT ਤੋਂ ਕਿ ਜਨਾਬ ਬਿਲ ਗੇਟ ਦੇ ਕਿੰਨੇ ਬੱਚੇ ਨੇ ਤੇ ਕਿੰਨੇ ਕਿੰਨੇ ਕਾਰੋਬਾਰ ਕਰਨ ਦੀ ਕੋਸ਼ਿਸ਼ ਕੀ, ਤੇ ਕਿਆ ਬਿਲ ਗੇਟ ਨੇ ਪੈਸੇ ਦਿੱਤੇ। ਤੇ ਦੇਖੋ ਦੁਨੀਆ ਦਾ ਰਿਚੈਸਟ ਪਰਸਨ ਜਿਹੜਾ ਕਿ 20 ਸਾਲ ਰਿਚੈਸਟ ਪਰਸਨ ਰਿਹਾ ਹੈ, ਉਹਨੇ ਆਪਣੀ ਔਲਾਦ ਨੂੰ ਕਾਰੋਬਾਰ ਕਰਨ ਵਾਸਤੇ ਪੈਸੇ ਨਹੀਂ ਦਿੱਤੇ। ਸਰ ਕਲਚਰ ਹੀ ਇਹੀ ਹੈ। ਔਰ ਉਹ ਸਭ ਤੋਂ ਵੱਡੀ ਚੈਰਿਟੀ ਕਰਦਾ, ਸਭ ਤੋਂ ਵੱਡੀ ਚੈਰਿਟੀ ਕਰਦਾ। ਹਾਂ, ਔਰ ਸਭ ਤੋਂ ਵੱਡੀ ਚੈਰਿਟੀ ਕਰਦਾ। ਐਸੇ ਤਰ੍ਹਾਂ ਉਹ ਤੁਹਾਡਾ ਜਿਹੜਾ ਵਾਰਨ ਬਫਟ ਹੈ, ਉਹਨੇ ਆਪਣੀ ਨਿਵਾਸੀ ਨੂੰ, ਉਹਨੂੰ ਬੜੀ ਸ਼ਦੀਦ ਲੋਨ ਦੀ ਜ਼ਰੂਰਤ ਸੀ, ਉਹਨੇ ਆਪਣੀ ਨਿਵਾਸੀ ਨੂੰ ਲੋਨ ਨਹੀਂ ਦਿੱਤਾ। ਉਹਦਾ ਕਾਰੋਬਾਰ ਉੱਡ ਰਿਹਾ ਸੀ, ਉਹਨੇ ਕਿਹਾ ਉੱਡ ਜਾਏ। ਹਾਲਾਂ ਪੂਰੀ ਦੁਨੀਆ ਦੇ ਬਿਜ਼ਨੈਸਿਸ ਉਹ ਖਰੀਦਦਾ, ਉਹਦੇ 'ਚ ਇਨਵੈਸਟ ਕਰਦਾ, ਲੇਕਿਨ ਆਪਣੀ ਨਿਵਾਸੀ ਜਿਹੜੀ ਉਹਨੇ ਨਹੀਂ ਲੋਨ ਦਿੱਤਾ। ਤੇ ਇਹਦੇ ਪਿੱਛੇ ਕੀ ਵੈਸੇ ਸਰ ਉਹਨਾਂ ਦੀ ਸਾਈਕੀ ਹੈ, ਉਹਦੀ ਵਜ੍ਹਾ ਨਾਲ ਉੱਤੇ ਨੇ। ਜਦੋਂ ਨਵੇਂ ਜਾਓ ਨਾ ਤੁਸੀਂ ਬਾਹਰ, ਤੁਸੀਂ ਮਾਸ਼ਾਅੱਲਾ ਜਿੰਨਾ ਟਾਈਮ, ਮੇਰਾ ਇਹ ਬੜੀ ਵੱਡੇ ਮੇਰੀ ਇੱਕ ਨਾ ਦਿਲਚਸਪੀ ਹੁੰਦੀ ਸੀ ਵੀ ਯਾਰ ਇਹ ਗੋਰਿਆਂ ਨੇ ਦੁਨੀਆ ਨੂੰ ਰੂਲ ਕੀਤਾ। ਮਤਲਬ ਇੰਗਲੈਂਡ ਦੇਖੋ ਨਾ ਸਰ, ਟੋਟਲ ਸਾਰੇ ਰਲਾ ਕੇ 6 ਕਰੋੜ ਆ, ਤੇ ਚਾਰੇ ਹੀ ਮੁਲਕ ਰਲਾ, ਕੱਲਾ ਇੰਗਲੈਂਡ 3-3.5 ਕਰੋੜ ਆ। ਉਹਦੇ ਵਿੱਚ ਵੀ ਮੇਰੇ ਹਾਲ 50 ਲੱਖ ਇਮੀਗ੍ਰੈਂਟ ਆ ਹੁਣ। ਤੇ ਸਾਰੇ ਸਿਰਫ ਇੰਗਲੈਂਡ ਵਾਲਿਆਂ ਨੇ ਰੂਲ ਕੀਤਾ ਦੁਨੀਆ ਨੂੰ ਕਿ ਯਾਰ ਇਹ ਇੰਨਾ ਕੁ ਮੁਲਕ ਆ। ਅੱਧਾ ਘੰਟਾ ਮੈਨਚੈਸਟਰ ਤੋਂ ਗੱਡੀ ਐ ਨੂੰ ਚਲਾਓ ਸਮੁੰਦਰ, 30 ਮੀਲ ਬਾਅਦ ਐ ਨੂੰ ਚਲਾਓ ਸਮੁੰਦਰ, ਚਾਰੋਂ ਪਾਸੇ ਸਮੁੰਦਰ। ਯਾਰ ਇਹ ਕਿੱਦਾਂ ਨਿਕਲੇ? ਸਰ ਕੰਮ ਕੀਤਾ, ਲੱਖ ਬੰਦਾ ਜੰਗੇ ਅਜ਼ੀਮ 'ਚ ਮਰਵਾਇਆ ਨਾ। ਪਾਕਿਸਤਾਨ ਬੜੇ ਸਗੀਰ ਫਤਹ ਕੀਤਾ ਆ ਕੇ, ਸਰ ਫੌਜ ਲੈ ਕੇ ਆਏ ਤਾਂ ਫਤਹ ਕੀਤਾ ਨਾ। ਅਸੀਂ ਕਹਿੰਦੇ ਜੋ ਸਾਡੇ ਖਿਲਾਫ ਸਾਜ਼ਿਸ਼ ਕੀਤੀ, ਸਾਜ਼ਿਸ਼ ਨਹੀਂ ਕੀਤੀ, ਤਲਵਾਰ ਨਾਲ ਕੀਤਾ। ਜਦੋਂ ਮੁਸਲਮਾਨ ਕੋ ਸਾਇੰਸ ਸੀ ਔਰ ਤਲਵਾਰ ਸੀ ਸਰ, ਦੋਨੇ ਸ਼ਾਵਾਂ ਚਾਹੀਦੀਆਂ। ਇਹ ਤਾਜ਼ਾ ਵਾਕਿਆ ਸਰ, ਮਈ ਤੁਹਾਡਾ 5-6 ਮਈ ਹੋਇਆ। ਵਾਹ ਵਾਹ। ਤਲਵਾਰ ਵੀ ਸੀ, ਸਾਇੰਸ ਵੀ ਸੀ, ਇਹ ਵੀ ਸੀ, ਤਾਂ ਤੁਸੀਂ ਕੀਤਾ। ਆ ਹੁਣ 2 ਹਫ਼ਤੇ ਪਹਿਲੇ ਸਾਇੰਸ ਉਹਨਾਂ ਕੋਲ ਧਾਰੀ ਸੀ, ਪੈਸਿਆਂ ਦੇ ਢੇਰ ਸੀ, ਉਹਨਾਂ ਨੇ ਸਾਇੰਸ ਲਪੇਟ ਕੇ ਦੇ ਦਿੱਤੀ ਉਹਨਾਂ ਨੂੰ। ਹਾਂ ਨਾ, ਹੱਥ ਫੜਾਤੀ ਆ ਲੋ। ਸਰ ਇਹ ਆਪਣੀ ਖੂਨ ਨਹੀਂ, ਇਹ ਖੂਨ ਆਪਣੇ ਨਾਲ ਤੁਸੀਂ ਲੜਨਾ। ਤੇ ਸਾਡੇ ਕੋਲ ਬ੍ਰਿਲੀਅੰਟ ਬਲੱਡ ਹੈ, ਮਿਹਨਤੀ। ਉਹਦੀ ਦੂਸਰੀ ਗੱਲ, ਇਮੀਗ੍ਰੇਸ਼ਨ ਕਿਉਂ ਖੁੱਲਦੀ ਹੈ ਸਰ? ਏਜਿੰਗ ਪਾਪੂਲੇਸ਼ਨ ਆ, ਕੰਮ ਲਈ ਬੰਦੇ ਚਾਹੀਦੇ ਆ। ਤੇ ਸਾਡੀ 60% ਆਬਾਦੀ ਜਿਹੜੀ ਉਹ ਯੰਗ ਆ, ਉਹ ਯੂਥ ਹੈ। ਇਹ ਦੁਨੀਆ ਦੀ ਅੱਲਾਹ ਤਾਲਾ ਦੀ ਐਡੀ ਵੱਡੀ ਨਿਮਤ ਹੈ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਨਾ, ਦੁਨੀਆ ਦੇ ਸਿੰਗਾਪੁਰ ਨੇ ਜਿਹੜਾ ਮੁਲਕਾਂ ਨੇ ਉਹ 2 ਬੱਚੇ ਖੁਸ਼ਹਾਲ ਘਰਾਣਾ ਦਾ ਸਲੋਗਨ ਸੁਣ ਲਿਆ। ਅੱਜ ਉਹਨਾਂ ਦੇ ਵਜ਼ੀਰ ਆਜ਼ਮ ਆ ਕੇ ਟੀਵੀ ਦੇ ਉੱਤੇ ਆ ਕੇ ਰੋਂਡੇ ਨੇ, ਸਿੰਗਾਪੁਰ ਦਾ ਵਜ਼ੀਰ ਆਜ਼ਮ ਰੋਂਡਿਆ, ਚਾਈਨਾ ਵਾਲਿਆਂ ਨੇ ਪਾਲਿਸੀ ਬੋਨਸ ਦੇ ਰਹੇ ਦੂਜੇ ਬੱਚੇ ਤੇ, ਠੀਕ ਹੈ ਜੀ। ਉਹ ਸਤਿਆਨਾਸ਼ ਹੋਇਆ ਪਿਆ ਇਟਲੀ ਦਾ। ਇਟਲੀ ਵਾਲੇ ਕਹਿ ਰਹੇ ਨੇ ਸਾਡੇ ਕੋਲ 20 ਸਾਲਾਂ ਬਾਅਦ ਬਿਜ਼ਨਸ ਚਲਾਉਣ ਵਾਸਤੇ ਯੂਥ ਕੋਈ ਨਹੀਂ, ਠੀਕ ਹੈ।
ਤੇ ਮਿਹਰਬਾਨੀ ਪਾਕਿਸਤਾਨੀਆਂ ਦੀ ਜਿਨ੍ਹਾਂ ਨੇ ਕਿਹਾ ਨਹੀਂ 2 ਬੱਚੇ ਖੁਸ਼ਹਾਲ ਘਰਾਨਾ ਸਾਨੂੰ ਲੋਕ ਉਹਨਾਂ ਨੇ ਕਹਿੰਦੇ ਪਸੰਦ ਕੋਈ ਨਹੀਂ, ਉਹਨਾਂ ਨੇ ਕਿਹਾ ਅੱਲਾ ਦੇ ਅੱਲਾ ਦੇ ਸਪੁਰਦ ਆਉਣ ਦਿਓ। ਹੁਣ ਪੂਰੀ ਦੁਨੀਆ ਦੀ ਲੋੜ ਬਣ ਗਿਆ ਕਿ ਦੇਖੋ ਇੱਥੇ ਆ ਕੇ ਫਿਰ ਥੋੜੇ ਰਿਸੋਰਸਸ ਗਵਰਨਮੈਂਟ ਦੇ ਵਿੱਚ ਚਾਹੀਦੇ ਹੁੰਦੇ, ਲੇਕਿਨ ਜੇ ਗੱਲ ਇਹ ਛੱਡ ਕੇ ਅਸੀਂ ਵੀ ਮਤਲਬ ਸਾਰਾ ਬੰਦਾ ਥੋੜਾ ਥੋੜਾ ਹਿੱਸਾ ਪਾਈਏ ਸਰ। ਮੈਂ ਸਮਝਦਾ ਹੁੰਦਾ ਕਿ ਇੱਕ ਉਹ ਬਾਨੋ ਕੁਦਸੀਆ ਇੱਕ ਜਗ੍ਹਾ ਕਹਿੰਦੀਆਂ ਨੇ, ਅੱਲਾ ਜੀ ਨਸੀਬ ਕਰੇ, ਕਿ ਮੈਂ ਜਦੋਂ ਆਪਣੇ ਬੱਚਿਆਂ ਲਈ ਚੀਜ਼ਾਂ ਖਰੀਦਦੀ ਆ ਨਾ ਤੇ ਮੈਂ ਇੱਕ ਸ਼ਰਟ ਐਕਸਟਰਾ ਲੈਂਦੀ ਆ। ਅੱਛਾ, ਮਤਲਬ ਕਿਸੇ ਹੋਰ ਲਈ। ਕਹਿੰਦੀ ਬਸ ਹਰ ਵਾਰੀ ਜਦੋਂ ਮੈਂ ਕੁਝ ਕਰਦੀ ਆ ਨਾ ਮੈਂ ਉਹ ਇੱਕ ਐਕਸਟਰਾ ਕਰਦੀ ਆ। ਉਹ ਫਿਰ ਕਹਿੰਦੀ ਆ ਜਿਹੜੇ ਮੈਂ ਇਹ ਸਮਝਦੀ ਆ ਕਿ ਆ ਜਿਹੜੇ ਮੈਂ ਆਪਣੇ ਬੱਚਿਆਂ ਤੇ ਜੋ ਕੁਝ ਕੀਤਾ ਨਾ ਇਹਦਾ ਹਿਸਾਬ ਨਹੀਂ ਫਿਰ ਦੇਣਾ ਪੈਣਾ, ਉਹ ਮੈਂ ਇੱਕ ਨਾਲ ਕਰਤਾ। ਤੇ ਉਹ ਬਾਬਾ ਜੀ ਕਹਿੰਦੇ ਬਹੁਤੇ ਨਾ ਕਰ, ਸਿਰਫ ਇੱਕ ਹੀ, ਕਿਸੇ ਇੱਕ ਦੀ ਜ਼ਿੰਦਗੀ ਬਦਲ ਦਿਓ, ਇੱਕ ਨੂੰ ਕੰफर्टेबल कर दो, किसी एक की मदद कर दो। ए अली तेरी बख्शिश के लिए किसी एक का हदायत पे आ जाना काफी है। बस तो किते एक दा बांह फड़ लो ओदी। अच्छा अस मैं ਅਸੀਂ ਆਨੇ ਆਪਣੇ ਬਿਜ਼ਨਸ ਮਾਡਲ। ਹਾਂਜੀ, ਤੁਹਾਡਾ ਬਿਜ਼ਨਸ ਮਾਡਲ ਕੀ ਹੈ? ਤੁਸੀਂ ਮਿਸਾਲ ਦੇ ਤੌਰ ਦੇ ਉੱਤੇ ਪਾਕਿਸਤਾਨੀ ਯੂਥ ਹੈ, ਇਹ ਵੀਡੀਓ ਦੇਖੇਗੀ, ਸੈਂਕੜੋਂ ਹਜ਼ਾਰਾਂ ਲੋਕਾਂ ਤੱਕ ਪੈਗਾਮ ਜਾਏਗਾ, ਤੇ ਉਹ ਬੱਚੇ ਜਿਹੜੇ ਨੇ ਉਹਨਾਂ ਵਾਸਤੇ ਨੰਬਰ 1 ਕੀ ਸਕਿੱਲ ਸੈਟ ਚਾਹੀਦਾ, ਠੀਕ ਹੈ, ਕੀ ਰਿਕੁਆਇਰਮੈਂਟਸ ਨੇ ਤੁਹਾਡੇ ਨਾਲ ਕੰਮ ਕਰਨ ਵਾਸਤੇ ਤੇ ਤੁਹਾਡੀ ਪ੍ਰੋਡਕਟਸ ਵੇਚਣ ਵਾਸਤੇ, ਤੇ ਉਹ ਦੁਨੀਆ ਦੇ ਕਿੱਥੇ ਕਿਹੜੇ ਮੁਲਕ 'ਚ ਵੇਚ ਸਕਦੇ ਨੇ। ਦੇਖੋ ਤੁਸੀਂ ਅਗਰ ਯੂਕੇ 'ਚ ਵੇਚ ਰਹੇ ਹੋ ਤੇ ਸਾਨੂੰ ਪਾਰਟਨਰਸ ਤੇ ਇਟਲੀ 'ਚ ਵੀ ਚਾਹੀਦੇ ਨੇ, ਸਾਨੂੰ ਤੁਰਕੀ 'ਚ ਵੀ ਚਾਹੀਦੇ ਨੇ, ਸਾਨੂੰ ਜਰਮਨੀ 'ਚ ਵੀ ਚਾਹੀਦੇ ਨੇ, ਫਰਾਂਸ 'ਚ ਵੀ ਚਾਹੀਦੇ ਨੇ, ਯੂਕੇ 'ਚ ਵੀ ਚਾਹੀਦੇ ਨੇ, ਬ੍ਰਾਜ਼ੀਲ 'ਚ ਵੀ ਚਾਹੀਦੇ ਨੇ, ਮੈਕਸੀਕੋ 'ਚ ਵੀ ਚਾਹੀਦੇ ਨੇ। ਵਨ ਆਫ ਦਾ ਬੈਸਟ ਫਾਈਨੈਸਟ ਕਾਟਨ ਜਾਂ ਕੱਪੜੇ ਦੀ ਚੀਜ਼ਾਂ ਸਾਡੇ ਮੁਲਕ 'ਚ ਬਣਦੀਆਂ ਨੇ, ਤੇ ਅਸੀਂ ਪੂਰੀ ਦੁਨੀਆ ਦੇ ਵਿੱਚ ਜੇ ਮੈਕਡੋਨਲਡ ਪੂਰੀ ਦੁਨੀਆ 'ਚ ਜਾ ਸਕਦਾ ਹੈ ਤਾਂ ਮੈਨੂੰ ਤੁਹਾਨੂੰ ਕਿੰਨੇ ਰੋਕ ਰੱਖਿਆ? ਨਹੀਂ, ਕਿਸੇ ਨੇ ਨਹੀਂ ਰੋਕਿਆ ਸਰ, ਬਿਲਕੁਲ ਕਿਸੇ ਨੇ। ਕਿਸ ਤਰ੍ਹਾਂ ਤੁਸੀਂ ਇਹਨੂੰ ਕਰੋਗੇ ਸਰ? ਅਸੀਂ ਜਿਹੜਾ ਫਿਲਹਾਲ ਮਾਡਲ ਦਿੱਤਾ ਸੀ ਔਰ ਉਹ ਸਾਡਾ ਐਕਸਪੈਰੀਮੈਂਟਲੀ ਪਿਛਲੇ 2-3 ਸਾਲ ਤੇ ਅਸੀਂ ਬਹੁਤ ਕਾਮਯਾਬ ਹੋਏ ਉਹਦੇ ਤੇ, ਅਲਹਮਦੁਲਿਲਾ। ਕਿ ਜਿੱਦਾਂ ਅਸੀਂ ਕਿਹਾ ਕਿ ਅਸੀਂ ਇੱਕ ਬੱਚਾ ਸਾਡੇ ਕੋਲ ਨਵੀਂ ਕੋਈ ਦੋਸਤ ਆਂਦਾ, ਉਹ ਕਹਿੰਦਾ ਜੀ ਮੇਰੇ ਕੋਲ ਯੂਕੇ 'ਚ ਆਈਡੀ ਹੈ ਜਾਂ ਮੇਰੇ ਕੋਲ ਪ੍ਰਾਈਵੇਟ ਲਿਮਟਿਡ ਕੰਪਨੀ ਚੁੱਕਿ ਯੂਕੇ ਲਈ ਚਾਹੀਦੀ ਹੈ, ਠੀਕ ਹੈ। ਉਹਦੇ ਬਹੁਤ ਸਾਰੇ ਤਰੀਕੇ ਆ, ਪਾਕਿਸਤਾਨ 'ਚ ਉਹਨੂੰ ਬਹੁਤ ਸਾਰੇ ਤਰੀਕੇ ਨਾਲ ਹੈਂਡਲ ਕੀਤਾ ਜਾਂਦਾ, ਲੇਕਿਨ ਅਸੀਂ ਬਹੁਤ ਸਾਰੇ ਚੀਜ਼ਾਂ ਨੂੰ ਅਸੀਂ ਨਹੀਂ ਰਿਕਮੈਂਡ ਕਰਦੇ। ਅਸੀਂ ਕਹਿੰਦੇ ਨਹੀਂ, ਜਿਹੜੀ ਪ੍ਰੋਪਰ ਚੈਨਲ ਆ ਬਿਜ਼ਨਸ ਜਿਹੜਾ ਨਾ ਸਰ, ਇਹਦੀ ਬੁਨਿਆਦ 2 ਨੰਬਰੀ ਤੇ ਨਹੀਂ ਹੋਣੀ ਚਾਹੀਦੀ। ਹਾਏ ਹਾਏ ਹਾਏ, ਬਿਲਕੁਲ। ਬਾਅਦ ਚ ਛੋਟੀ ਮੋਟੀ ਕਈ ਵਾਰੀ 19-21 ਹੁੰਦੀ ਆ, ਹਿੱਸਾ ਹੈ ਸਰ, ਮਜਬੂਰੀ ਵੀ ਹੋ ਜਾਂਦੀ ਗ੍ਰੇ ਏਰੀਆਜ਼ ਤੇ ਹੁੰਦਾ ਨਾ, ਗ੍ਰੇ ਏਰੀਆਜ਼, ਲੇਕਿਨ ਉਹਦੀ ਬੁਨਿਆਦ ਝੂਠ ਤੇ ਨਾ ਰੱਖੋ, ਠੀਕ। ਅਗਰ ਉਹ ਤੁਹਾਡੇ ਕੋਲ ਮੌਜੂਦ ਹੈ, ਠੀਕ ਹੈ, ਦੈਨ ਅਸੀਂ ਉਹਦੇ ਤੇ ਸਾਰੀ ਰਹਿਨਮਾਈ ਤੁਹਾਡੀ ਕਰਾਂਗੇ, ਬਿਲਕੁਲ ਠੀਕ। ਅਸੀਂ ਤੁਹਾਡੇ ਕੋਲ ਸਿਰਫ ਆਪਣੀ ਪ੍ਰੋਡਕਟ ਦੀ ਪ੍ਰਾਈਸ ਲਵਾਂਗੇ ਹੋਲਸੇਲ, ਠੀਕ ਹੈ। ਉਹਦੀ ਜਿਹੜੀ ਸ਼ਿਪਿੰਗ ਕਾਸਟ ਹੈ ਉਹ ਅਸੀਂ ਤੁਹਾਡੇ ਕੋਲ, ਅਗਰ ਤੁਸੀਂ ਸ਼ਿਪ ਆਪ ਕਰਨਾ ਤੇ ਤੁਹਾਡੀ ਕਾਸਟ ਹੋਗੀ, ਸਾਡੀ ਨਹੀਂ ਹੈ, ਠੀਕ ਹੈ। ਅਸੀਂ ਪਿਕ ਐਂਡ ਪੈਕ ਕਰਕੇ ਤੁਹਾਡੇ ਦੇ ਬਿਹਾਫ ਤੇ ਪੋਸਟ ਕਰ ਦਾਂਗੇ। ਤੁਹਾਨੂੰ ਯੂਕੇ 'ਚ ਇੱਕ ਪੀਸ ਵੀ ਇਨਵੈਂਟਰੀ ਖਰੀਦਣ ਦੀ ਜ਼ਰੂਰਤ ਨਹੀਂ। ਵਾਹ 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 ਵਾਹ। ਅਸੀਂ ਕਮ ਸੇ ਕਮ 20 ਕੰਟੇਨਰਸ ਦੇ ਵੋਲੀਅਮ ਦੇ ਮੁਤਾਬਕ ਸਾਡੇ ਕੋਲ ਸਿਸਟਮ 'ਚ ਪਈ ਹੁੰਦੀ ਹੈ। ਅਸੀਂ ਤੁਹਾਡੇ ਬਿਹਾਫ, ਤੁਸੀਂ ਇੱਕ ਵੇਚ ਲਓ, ਹੁਣ ਤੁਹਾਡੀ ਹਿੰਮਤ ਆ 100 ਵੇਚ ਲਓ ਸਰ। ਹੁਣ ਮੇਰੇ ਕੋਲ ਲਾਸਟ 2 to 3 ਮੰਥਸ ਇਹ ਮਿਸਾਲ ਆਈ ਹੈ ਕਿ ਟੀਮੂ ਤੇ ਬ੍ਰਾਂਡ ਨਿਊ ਅਕਾਊਂਟ ਤੇ ਐਵਰੇਜ 30,000 ਸੇਲ ਹੋਈ ਹੈ ਮਹੀਨੇ ਦੀ। 30,000 ਪਾਉਂਡ ਦੀ ਮੈਂ ਗੱਲ ਕਰ ਰਿਹਾ ਸਾਡੀ ਪ੍ਰੋਡਕਟ। ਉਹ ਤੋਂ ਇਲਾਵਾ ਉਹ ਜੋ ਕਰ ਰਿਹਾ ਮੈਨੂੰ ਨਹੀਂ ਪਤਾ, ਠੀਕ। ਮੇਰੀ ਪ੍ਰੋਡਕਟਸ ਉਹਨਾਂ ਨੇ, ਠੀਕ ਹੈ, ਤੁਹਾਡੇ ਕੋਲ ਚੁੱਕੀ ਟੀਮੋ ਤੇ ਲਾਈ, ਵੇਚਤੀ, ਤੁਸੀਂ ਡਿਸਪੈਚ ਕੀਤੀ, ਉਹਨੇ ਸਿਰਫ ਆਪਣਾ ਪ੍ਰੋਫਿਟ ਰੱਖਿਆ, ਉਹਨੇ ਆਪਣਾ ਸਾਡਾ ਉਹਨੇ ਹੋਲਸੇਲ ਸਾਨੂੰ ਦਿੱਤਾ, ਠੀਕ ਹੈ। ਉਹਨਾਂ ਨੇ ਆਪਣੇ ਪ੍ਰੋਫਿਟ ਉਹਨਾਂ ਦੇ, ਪੈਸੇ ਤਾਂ ਉਹਨਾਂ ਦੇ ਅਕਾਊਂਟ 'ਚ ਜਾਣੇ। ਜਿਹੜਾ ਮੇਰੇ ਕੋਲ ਇੱਕ ਐਸਾ ਇਨਵੈਂਟਰੀ ਮੇਨਟੇਨ ਕਰ ਰਹੇ ਹੋ, ਪੈਕ ਵੀ ਕਰ ਰਹੇ ਹੋ, ਹਾਂ, ਪਿਕ ਐਂਡ ਪੈਕ ਇਨਫਰਾਸਟ੍ਰਕਚਰ ਸਾਡਾ ਹੈ। ਵਾਹ ਵਾਹ ਵਾਹ। ਉਹਦਾ ਸਾਫ਼ ਸੁਥਰਾ ਕਹਿ ਲਓ ਮਲਾਈ ਖਾ ਰਿਹਾ, ਠੀਕ ਹੈ। ਹੁਣ ਕਈ ਦਫਾ ਪਿਛਲੇ ਦਿਨਾਂ ਜਦੋਂ ਪ੍ਰੋਬਲਮਸ ਆਏ ਸ਼ਿਪਮੈਂਟ ਦੇ, ਉਹ ਹੌਸੀ ਵਾਲੀ ਜੰਗ ਲੱਗ ਗਈ, ਸ਼ਿਪਮੈਂਟਾਂ ਲੇਟ ਹੋਈਆਂ, ਕਈ ਵਾਰੀ ਅਸੀਂ ਫੀਲ ਕਰਦੇ ਹਾਂ ਕਿ ਯਾਰ ਸਾਡੇ ਇਨਫਰਾਸਟ੍ਰਕਚਰ ਦਾ ਖਰਚਾ ਬਹੁਤ ਜ਼ਿਆਦਾ, ਠੀਕ ਹੈ। ਅਸੀਂ ਬਹੁਤ ਦਫਾ ਸੋਚਿਆ ਕਿ ਇਹ ਮਾਡਲ ਬੰਦ ਕਰ ਦਈਏ, ਸਿਰਫ ਆਪਣੀ ਸੇਲ ਕਰੀਏ, ਮੈਨੂੰ ਇੰਨੀ। ਉਹ ਮੇਰੇ ਅੱਗੇ ਆ ਜਿਹੜੇ 18-20 ਬੱਚੇ ਮੇਰੇ ਨਾਲ ਨਾ, ਇਹ ਖਲੋਂਦੇ ਮੇਰੇ ਅੱਗੇ ਕਿ ਇਹ ਜਿਹੜਾ ਮੈਂ ਅਗਰ ਆਪਣੀ ਸਿਰਫ ਐਮਾਜ਼ੋਨ ਨੂੰ ਸ਼ਿਪਮੈਂਟ ਦੇਵਾਂ ਨਾ ਸਰ, ਤੇ ਮੇਰੀ ਜ਼ਰੂਰਤ ਤੋਂ ਬਹੁਤ ਜ਼ਿਆਦਾ ਪੈਸੇ ਮੈਂ ਲੈ ਸਕਦਾ। ਜ਼ਿਆਦਾ ਨਾ ਕੁਝ ਨਹੀਂ ਕਰਨਾ, ਜਿਵੇਂ ਉਹ ਆਟੋ ਤੇ ਲਾਓ, ਐਮਾਜ਼ੋਨ ਤੁਹਾਨੂੰ ਪਤਾ ਆਟੋ ਤੇ ਚੱਲਦਾ, ਤੇ ਮੇਰੀਆਂ ਲਿਸਟਾਂ 10-10 ਸਾਲ ਪੁਰਾਣੀਆਂ, 10-10 ਹਜ਼ਾਰ ਫੀਡਬੈਕ ਵਾਲੀਆਂ, ਉਹ ਸਿਰਫ ਇਨਵੈਂਟਰੀ ਦੇ ਹੀ ਜਾਓ ਤੇ ਮੇਰਾ ਖੁੱਲਾ ਖਰਚਾ ਮੇਰਾ ਚੱਲਦਾ। ਤੇ ਇਹ ਜਿਹੜੇ ਬੱਚੇ ਅੱਗੇ ਆ ਕੇ ਖਲੋਂਦੇ ਨਾ ਸਰ, ਮੈਂ ਵੀ ਇੰਜੋਏ ਕਰਦਾ ਜਦੋਂ ਉਹ ਛਾਲਾ ਮਾਰਦੇ ਮੇਰੇ ਨਾਲ। ਉਦੋਂ ਚਾਏ ਪਾਉਣ ਤੇ ਸਾਰੋ 8-9 ਜਣੇ ਮੇਰੇ ਨਾਲ ਖੜੇ, ਮੇਰੇ ਸਾਰੋ 8-9 ਜਣੇ ਆ ਜਿਹੜੇ ਮਾਸ਼ਾਅੱਲਾ ਯੰਗ ਬੱਚੇ ਖੜੇ ਆ ਪੋਲੋ ਟੈਕਸਟਾਈਲ ਦੀ ਸ਼ਰਟਾਂ ਪਾ ਕੇ। ਆਈ ਰੀਅਲੀ ਇੰਜੋਇਡ ਇਟ ਕਿ ਇਹ ਦੇਖੋ, ਇਹ ਹੋਰ ਕੋਈ ਨਾ ਵੀ ਹੋਏ ਨਾ ਤੇ ਇਹ 8-10 ਤੇ ਮੈਂ ਸਿੱਧੇ ਕਰਤੇ ਆ, ਇਹ ਰੈਡੀ ਹੋ ਗਿਆ ਜੰਗ ਲੜਨ ਲਈ। ਮੈਂ ਹੁਣ ਕੱਲ ਨੂੰ ਰਵਾਂ ਨਾ ਰਵਾਂ, ਇਹ ਮਾਡਲ ਸਿੱਖ ਗਏ ਇਹਨਾਂ ਨੇ, ਹੁਣ ਆਪਣੀ ਦੁਨੀਆ ਬਣਾ ਲਈ। ਅਸੀਂ ਉਹਨਾਂ ਨੂੰ ਕਹਿੰਦੇ ਕਿ ਤੁਹਾਡੇ ਕੋਲ ਯੂਕੇ 'ਚ
ਕੋਈ ਭੈਣ ਭਰਾ ਰਿਸ਼ਤੇਦਾਰ ਦੋਸਤ ਅਹਿਬਾਬ ਕੋਈ ਹੈ ਬੰਦਾ ਜਿਹਦੇ ਨਾਲ ਤੁਹਾਡਾ ਕੌਨਫੀਡੈਂਸ ਹੈ, ਉਹਨੂੰ ਕੌਨਫੀਡੈਂਸ 'ਚ ਲਵੋ। ਤੁਸੀਂ ਉੱਥੇ ਆਪਣਾ ਇੱਕ ਅਕਾਊਂਟ ਕ੍ਰੀਏਟ ਕਰੋ, ਕੰਪਨੀ ਕ੍ਰੀਏਟ ਕਰੋ, ਉਹਦੇ 'ਚ ਵੀ ਤੁਹਾਨੂੰ ਟੈਕਨੀਕਲੀ ਹੈਲਪ ਕਰਾਂਗੇ। ਉੱਥੇ ਜਿਹੜੀ ਉਹਦੇ 'ਚ ਰਹਿਨਮਾਈ ਚਾਹੀਦੀ ਉਹ ਵੀ ਤੁਹਾਨੂੰ ਦੇਵਾਂਗੇ। ਉਸ ਤੋਂ ਬਾਅਦ ਤੁਹਾਡੇ ਅਕਾਊਂਟ ਕ੍ਰੀਏਸ਼ਨਸ ਦੇ ਵਿੱਚ ਟੈਕਨੀਕਲੀ ਸਾਰੀ ਤੁਹਾਡੀ ਰਹਿਨਮਾਈ ਕਰਾਂਗੇ। ਅੱਗੇ ਤੁਹਾਡੀ ਹਿੰਮਤ ਆ ਸੇਲ ਕਰਨ ਦੀ। ਫਿਰ ਹੁਣ ਇਹ ਆ ਕਿ ਤੁਸੀਂ ਸਮਝਦੇ ਹੋ ਸਾਡੇ ਕੋਲ ਉਹ ਬਹੁਤ ਸਾਰੇ ਦੋਸਤ ਆ, ਕੋਈ ਟੈਕਸੀ ਦਾ ਡਰਾਈਵਰ ਹੈ ਆਪਣਾ ਕੰਮ ਕਰ ਰਿਹਾ, ਕੋਈ ਆਫਿਸ 'ਚ ਕੰਮ ਕਰ ਰਿਹਾ, ਉਹ ਕਹਿੰਦੇ ਯਾਰ ਸਾਡੇ ਕੋਲ ਤਾਂ ਨਹੀਂ ਟਾਈਮ, ਹੁਣ ਆ ABC ਸਿੱਖੀ ਹੈ ਨਵੀਂ, ਅਸੀਂ ਉਹਨੂੰ ਕਹਿੰਦੇ ਚਲੋ ਜੀ ਇਹ ਵੀ ਤੇਰਾ ਮਸਲਾ ਹੱਲ ਕਰਦੇ। ਮੇਰੀ ਟੀਮ ਉਹਨਾਂ ਦੀ ਸੇਲ, ਪਰਚੇਜ਼, ਕਸਟਮਰ ਸਰਵਿਸ, ਈਚ ਐਂਡ ਐਵਰੀਥਿੰਗ ਅਸੀਂ ਕਰਦੇ ਹਾਂ। ਉਹਨਾਂ ਨਾਲ ਮਹੀਨੇ ਬਾਅਦ ਐਨਾਲਿਸਿਸ ਕਰਕੇ ਹਿਸਾਬ ਕਰਦੇ ਹਾਂ। ਠੀਕ ਹੈ। ਉਹਨਾਂ ਦਾ ਪ੍ਰੋਫਿਟ ਉਹਨਾਂ ਨੂੰ ਚੱਲ ਜਾਂਦਾ, ਸਾਡੀ ਕਿਉਂਕਿ ਪੈਸੇ ਉਹਨਾਂ ਦੇ ਅਕਾਊਂਟ 'ਚ ਜਾ ਰਹੇ, ਸਾਡੇ 'ਚ ਨਹੀਂ ਆ ਰਹੇ। ਇੱਕ ਪਾਕਿਸਤਾਨ 'ਚ ਬੜਾ ਵੱਡਾ ਮਾਡਲ ਆ ਕਿ ਜੀ ਉਹ ਲੋਕ ਇੱਥੇ ਆ ਕੇ ਸਾਨੂੰ ਚਾय ਖਾਂਦੇ, ਹਰ ਬੰਦੇ ਨੇ ਸਵਾਲ ਕੀਤਾ ਕਿ ਜੀ ਉਹ ਪੈਸੇ ਉਹਨਾਂ ਨੂੰ ਕਹਿੰਦਾ ਨਹੀਂ ਹੈ ਤੁਸੀਂ UK 'ਚ ਵੇਚਣਾ ਜਾਂ ਇਟਲੀ 'ਚ ਵੇਚਣਾ, ਪੈਸੇ ਤੁਹਾਨੂੰ ਰਾਤ 12 ਵਜੇ ਕਲੀਅਰ ਹੋਣੇ ਆ ਆਰਡਰ ਦੇ। ਅਗਰ ਤੁਹਾਡੇ ਅਕਾਊਂਟ 'ਚ ਪੈਸੇ ਕਲੀਅਰ ਨਾ ਹੋਏ ਤੇ ਜਿਹੜਾ ਵੀ ਸੈਲਿੰਗ ਮਾਰਕੀਟ ਪਲੇਸ ਆ ਉਹਨੇ ਤੁਹਾਨੂੰ ਆਰਡਰ ਅਪੀਅਰ ਹੀ ਨਹੀਂ ਹੋਣਾ ਤੁਹਾਡੀ ਸਕਰੀਨ ਤੇ। ਅਪੀਅਰ ਉਦੋਂ ਹੋਣਾ ਜਦੋਂ ਪੈਸੇ ਤੁਹਾਨੂੰ ਆ ਚੁੱਕੇ। ਤੇ ਤੁਸੀਂ ਸਾਨੂੰ ਦਵੋ, ਅਸੀਂ ਡਿਸਪੈਚ ਕਰ ਦੇਣਾ। ਤੁਸੀਂ ਪੈਸੇ ਜਿਹੜੇ ਆ ਸਾਨੂੰ ਵੇਚ ਕੇ ਦੇਣੇ ਆ, ਵੇਚ ਕੇ ਦੇਣੇ ਨੇ, ਅਸੀਂ ਤੁਹਾਡੇ ਵੀ ਹਫ਼ਤੇ ਡਿਸਪੈਚ ਕਰ ਦੇਣਾ। ਡਿਸਪੈਚ ਕਰ ਦੇਣੇ। ਸਾਡੇ ਕੋਲ ਇੱਕ ਵਿਕਿਆ ਤਾਂ ਸਾਨੂੰ ਇੱਕ ਦੇ ਪੈਸੇ ਦੇ ਦਿਓ, ਦੋ ਵਿਕੇ ਤਾਂ ਦੋ ਦੇ ਪੈਸੇ ਦੇ ਦਿਓ। ਤੁਹਾਡਾ ਪ੍ਰੋਫਿਟ ਪੈਸੇ ਤੇ ਆਲਰੇਡੀ ਤੁਹਾਡੇ ਅਕਾਊਂਟ 'ਚ। ਤੁਸੀਂ ਸਾਡੇ ਕੋਲ ਨਹੀਂ ਪੈਸੇ ਮੰਗਣੇ, ਅਸੀਂ ਤੁਹਾਡੀ ਮਿਹਨਤ ਕਰੀਦੀ ਆ ਵੀ ਤੁਹਾਡੀ ਮਿਹਰਬਾਨੀ ਆ, ਅਸੀਂ ਤੁਹਾਡੀ ਸ਼ੈ ਭੇਜ ਦਿੱਤੀ, ਡਿਲੀਵਰ ਹੋ ਗਈ, ਪੈਸੇ ਵੀ ਤੁਹਾਨੂੰ ਆ ਗਏ ਆ, ਹੁਣ ਸਾਨੂੰ ਦੇ ਦਿਓ, ਪਿਛਲਿਆਂ ਨੂੰ ਪੈਸੇ ਦੇਣੇ ਸਪਲਾਇਰਾਂ ਨੂੰ। ਠੀਕ ਹੋ ਗਿਆ। ਹਾਂਜੀ। ਤੇ ਇਹ ਸਰ ਉਹਦੀ ਮਤਲਬ ਅਗਰ ਉਹ ਨਹੀਂ ਆਪ ਚਲਾ ਸਕਦਾ ਉਹ ਵੀ ਅਸੀਂ ਉਹਨਾਂ ਨੂੰ ਦਿੰਦੇ ਹਾਂ ਸਰਵਿਸਿਜ਼। ਉਹਦੇ 'ਚ ਅਸੀਂ ਦੋ ਮਾਡਲ ਕਰਦੇ ਹਾਂ ਕਿ ਜਾਂ ਆਪ ਚਲਾ ਲਓ, ਸਾਨੂੰ ਸਵੇਰੇ ਆਰਡਰ ਭੇਜ ਦਿਓ। ਉਹਦੇ 'ਚ ਪ੍ਰੋਬਲਮ ਆ ਰਿਹਾ ਤੁਹਾਨੂੰ ਰੈਂਕ ਕਰਨ 'ਚ, ਵੀ ਵਿਲ ਗਾਈਡ ਯੂ। ਨਹੀਂ ਚਲਾ ਸਕਦੇ, ਇਹ ਸਾਰਾ ਕੁਝ ਸਾਡੇ ਹਵਾਲੇ ਕਰੋ, ਇਹਨੂੰ ਮੋਨੀਟਰ ਕਰੋ ਆਪਣੇ ਸਿਸਟਮ ਤੇ ਡੇਲੀ। ਤੁਸੀਂ ਜਿੰਨਾ ਕਹਿ ਰਹੇ ਹੋ ਨਾ, ਉਹਨਾਂ ਨੇ ਕਰਨਾ ਕੁਝ ਨਹੀਂ, ਉਹਨਾਂ ਨੇ ਕਹਿਣਾ ਸਭ ਦਾ ਸਭ ਤੁਸੀਂ ਕਰਨਾ ਵੇ। ਤੁਸੀਂ ਇੰਨਾ ਕੁਝ ਕਹਿ ਦਿੱਤਾ ਸੀ ਤੇ ਮੈਂ ਤੇ ਤੁਹਾਨੂੰ ਅਕਾਊਂਟ ਦੇ ਦਿੱਤਾ, ਹੁਣ ਸੇਲ ਵੀ ਆਪ ਹੀ ਕਰੋ, ਮੇਰੇ ਪੈਸੇ ਵੀ ਮੇਰੇ ਅਕਾਊਂਟ 'ਚ ਆਪ ਹੀ ਪਾ ਦਿਓ। ਬਟ ਐਸੇ ਵੀ ਲੋਕ ਮਿਲਣਗੇ ਤੁਹਾਨੂੰ। ਨਹੀਂ ਸਰ, ਬਹੁਤ ਜ਼ਿਆਦਾ ਉਹ ਨੇ। ਅਸੀਂ ਉਹਨਾਂ ਨੂੰ ਪਹਿਲੀ ਮੋਟੀਵੇਸ਼ਨ ਇਹ ਕਾਫੀ ਕਰਦੇ ਵੀ ਯਾਰ ਇਹ ਤੂੰ ਆਪ ਚਲਾ, ਇਹ ਤੂੰ ਆਪ ਚਲਾ। ਫਿਰ ਉਹਨਾਂ ਨੂੰ ਕਿ ਭਾਈ ਆਪ ਰੋਟੀ ਆਪ ਖਾਣੀ ਹੈ ਨਾ ਤੇ ਹਿੰਮਤ ਵੀ ਆਪ ਹੀ ਮਾਰਨੀ ਹੈ। ਔਰ ਇੱਕ ਐਸਾ ਮਤਲਬ ਸਾਡੇ ਕੋਲ ਦੋਸਤ ਆਇਆ, ਐਸੇ ਬੱਚੇ ਮਿਹਨਤੀ ਆ ਸਰ, ਉਹਨੇ ਟਿਕਟੌਕ ਦੇ ਉੱਤੇ ਸਰ ਤੀਸਰੇ ਮਹੀਨੇ ਸਾਨੂੰ ਉਹਦਾ ਅਕਾਊਂਟ ਵੈਟ ਰਜਿਸਟਰਡ ਕਰਾਉਣਾ ਪਿਆ। ਵੈਟ ਰਜਿਸਟਰਡ ਦਾ ਮਤਲਬ ਇਹ ਹੈ ਕਿ ਉਹ 85,000 ਕ੍ਰਾਸ ਕਰ ਗਈ ਸੇਲ, 85,000 ਸਿਰਫ ਟਿਕਟੌਕ ਤੇ। ਨਾ ਉਹਦਾ ਈਬੇ ਆ, ਨਾ ਉਹਦਾ ਟਿਕਟੌਕ ਆ, ਨਾ ਉਹਦਾ ਟੀਮੋ ਆ। ਟਾਈਮ ਹੀ ਨਹੀਂ ਮਿਲਿਆ ਉਹਨਾਂ ਨੂੰ ਬਣਾਉਣ ਦਾ, ਉੱਥੋਂ ਹੀ ਨਹੀਂ ਸਿਰ ਖੁਰਕਣ ਦਿੰਦੇ ਉਹ ਸਾਨੂੰ। ਓਹੋ ਅੱਛਾ, ਸਮਝ ਆਖਰੀ ਦੋ ਕੁਐਸਚਨਸ। ਬੱਚਿਆਂ ਨੂੰ ਜਿਹੜੀ ਯੂਥ ਹੈ ਸਾਡੀ, ਇਹਨਾਂ ਨੂੰ ਕੀ ਸਿੱਖਣਾ ਚਾਹੀਦਾ? ਸਰ ਵੇਚਣ ਦੀ ਸਕਿੱਲ। ਠੀਕ ਹੈ। ਬਣਾਉਣ ਵਾਲੇ ਸਾਡੇ ਵਰਗੇ ਨਾ ਢੇਰ ਬੈਠੇ ਆ ਸਰ। ਆਏ ਹਾਏ। ਵੇਚਣਾ ਆਉਣਾ ਚਾਹੀਦਾ। ਮੈਂ ਸਮਝਦਾ ਇੱਕੋ ਹੀ ਸਕਿੱਲ ਆ। ਠੀਕ ਹੈ। ਸਕਿੱਲ ਇੱਕ ਵੇਚਣਾ ਆਉਣਾ ਚਾਹੀਦਾ। ਠੀਕ। ਤੁਸੀਂ ਐਲਗੋਰਿਦਮ ਉਹੀ ਆ, ਭਾਵੇਂ ਸੂਈ ਵੇਚ ਲਓ ਤੇ ਭਾਵੇਂ ਜਹਾਜ਼ ਵੇਚ ਲਓ, ਉਹਦੀ ਸਾਇੰਸ ਉਹੀ ਆ। ਵੇਚਣਾ ਆਉਣਾ ਚਾਹੀਦਾ। ਸੂਈ ਵੇਚਣਾ ਨਹੀਂ, ਬੈੱਡ ਸ਼ੀਟ ਵੇਚਣਾ ਨਹੀਂ, ਟੌਏ ਵੇਚਣਾ ਨਹੀਂ, ਸਿਰਫ ਵੇਚਣਾ। ਸਿਰਫ ਵੇਚਣਾ। ਠੀਕ ਹੈ। ਇੱਕੋ ਹੀ ਸਕਿੱਲ ਆ, ਵੇਚਣਾ ਆਉਣਾ ਚਾਹੀਦਾ। ਕੋਈ ਆਸਮ ਆਖਰੀ ਪੈਗਾਮ ਜੋ ਇਸ ਮੁਲਕ ਕੌਮ ਦੇ ਬੱਚਿਆਂ ਨੂੰ ਦੇਣਾ ਚਾਹੋ, ਵੱਡਿਆਂ ਨੂੰ? ਸਰ ਅਸੀਂ ਪੈਗਾਮ ਇਹ ਦੇ ਸਕਦੇ ਕਿ ਜੋ ਸਰ ਸਾਡੇ ਕੋਲ ਦੇਖੋ ਹੋ ਸਕਦਾ ਅਸੀਂ ਸਾਰਿਆਂ ਦੀਆਂ ਉਮੀਦਾਂ ਤੇ ਪੂਰਾ ਨਾ ਉਤਰੀਏ। ਮਸਲਨ ਇਹ 3 ਦਿਨਾਂ 'ਚ ਨਾ 600 ਮੈਸੇਜ ਆ ਜਿਹਨੂੰ ਅਸੀਂ ਰਿਪਲਾਈ ਕਰਨਾ। ਉਹ ਹਰ ਬੱਚਾ ਕਹਿ ਰਿਹਾ ਕਿ ਇੱਕ ਮਜ਼ੇਦਾਰ ਕਮੈਂਟ ਵੀ ਹੈ ਵਿੱਚ। ਉਹਨੂੰ ਅਸੀਂ ਇੱਕ ਜਨਰੇਟਡ ਆਟੋ ਲਾਇਆ ਮੈਸੇਜ ਕਿ 3 to 5 ਵਰਕਿੰਗ ਡੇ 'ਚ ਨਾ ਸਾਡੀ ਟੀਮ ਤੁਹਾਨੂੰ ਰਿਪਲਾਈ ਕਰੇਗੀ, ਪਲੀਜ਼ ਹੌਸਲਾ ਕਰੋ। 100% ਤੁਹਾਨੂੰ ਰਿਪਲਾਈ ਕਰਾਂਗੇ, ਮੁਤਮਿਨ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਸਾਨੂੰ ਥੋੜਾ ਜਿਹਾ ਸਾਹ ਲੈ ਲੈਣ ਦਿਓ, ਚਾਹੇ ਕੌਣ ਦੀ ਥਕਾਵਟ ਲਾ ਲੈਣ ਦਿਓ। ਉਹ ਕਹਿੰਦਾ 5 days ਇਜ਼ ਟੂ ਲੇਟ। ਆਹਾ। ਮੈਂ ਉਹਨੂੰ ਕਿਹਾ, ਮੈਂ ਉਹਨੂੰ ਫਿਰ ਕਾਲ ਕੀਤੀ, ਮੈਂ ਕਿਹਾ ਬੇਟਾ ਮੈਨੂੰ ਇਹ ਕਰਦਿਆਂ 20 ਸਾਲ ਲੱਗੇ ਇੱਥੇ ਤੱਕ ਪਹੁੰਚਦੇ। ਆਏ ਹਾਏ ਹਾਏ ਹਾਏ। ਆਈ ਸਪੈਂਟ 20 years ਤੇ ਤੂੰ 5 ਦਿਨਾਂ ਤੇ। ਹਾਂ, ਇਹ ਹੀ ਤੇਰੇ 'ਚ ਹੋਣਾ ਚਾਹੀਦਾ ਜਜ਼ਬਾ। ਪਰ ਯਾਰ ਸਾਹ ਲੈ ਲੈਣ ਦੇ, ਮਾੜਾ ਜਿਹਾ ਗਲਾ ਸਿੱਧਾ ਹੋ ਲੈਣ ਦੇ, ਤੁਹਾਡਾ ਇਲਾਜ ਕਰਦੇ ਆ। ਮਤਲਬ ਟੀਮ ਵਾਕਈ ਸਰ 4 ਦਿਨ ਇੱਥੇ ਰਹੀ ਹੈ। ਓ ਮਾਈ ਗॉड। ਔਰ ਸਵੇਰੇ 11 ਵਜੇ ਤੋਂ ਲੈ ਕੇ 10 ਵਜੇ ਤੱਕ ਉਹ ਖਲੋਤੇ ਰਹੇ। ਟੂ ਹੈਕਟਿਕ। ਸਾਡੇ ਸਾਨੂੰ ਅੰਦਾਜ਼ਾ ਹੀ ਨਹੀਂ ਸੀ। ਸਾਡਾ ਸਟਾਲ ਸਾਨੂੰ ਉਹਦੇ ਨਾਲ 4 times ਬਿਗਰ ਚਾਹੀਦਾ ਸੀ ਕਿ ਸਾਡਾ ਐਕਸਪੀਰੀਅੰਸ ਹੀ ਨਹੀਂ ਸੀ। ਹਾਂ, ਸਾਡੇ ਨਾਲ ਤਾਂ ਉੱਥੇ ਇਦਾਂ ਹੋਈ ਹੈ ਜਿੱਦਾਂ ਉਹ ਮਤਲਬ ਬਸ ਉਹ ਜਿਹੜਾ ਉੱਥੇ ਮੇਲੇ ਦੇ ਵਿੱਚ ਬੰਦਾ ਜੇਬ ਕੱਟਦਾ ਫੜਿਆ ਜਾਏ ਨਾ ਤੇ ਹਰ ਬੰਦਾ ਨੰਗਦਾ ਕਹਿੰਦਾ ਇਹਨੂੰ ਮਾਰੋ। ਉਹ ਸਰ ਸਾਨੂੰ ਅੰਦਾਜ਼ਾ ਹੀ ਨਹੀਂ ਸੀ। ਤੇ ਉੱਥੇ ਇਦਾਂ ਅੱਲਾਹ ਤਾਲਾ ਨੇ ਉੱਥੇ ਸਾਨੂੰ ਮਤਲਬ ਸਾਡੇ ਕੋਲ ਬੰਦੇ ਖੜੇ ਕੀਤੇ ਆ, ਅਸੀਂ ਕੋਸ਼ਿਸ਼ ਕੀਤੀ ਉਹਨਾਂ ਨੂੰ ਮੁਤਮਿਨ ਕਰਨ। ਅੱਛਾ ਵੀ ਇੱਕ ਸਰ ਹੁਣ ਤੁਸੀਂ ਆਪਣਾ ਤਜਰਬਾ ਦਿਓ। ਵਟ ਆਈ ਉੱਥੋਂ ਮੈਂ ਉਹਦੇ ਤੇ ਡਬਲ ਮਾਈਂਡਡ ਆ, ਮੈਂ ਨਹੀਂ ਕਰ ਸਕਿਆ। ਮੈਂ ਵੀ ਹੁਣ ਇੱਕ ਸਵਾਲ ਮੈਨੂੰ ਕਰਦਾ
80% ਸਾਨੂੰ ਲੋਕਾਂ ਨੇ ਕਿਹਾ ਜੀ ਇਹ ਮੈਨੂੰ ਪ੍ਰੋਡਕਟ ਇੱਥੇ ਦਿਓ, 100 ਪੀਸ ਮੇਰਾ ਲਿਖੋ, ਆਹ ਲਿਖੋ, ਆਹ ਲਿਖੋ। ਮੈਂ ਉਹਨੂੰ ਕਿਹਾ ਯਾਰ ਅਸੀਂ ਪਾਕਿਸਤਾਨ ਵੇਚਦੇ ਹੀ ਨਹੀਂ। ਅੱਛਾ, ਉਹ ਅੱਗਿਓਂ ਅੱਕ ਕੇ ਕਹਿੰਦਾ ਫਿਰ ਇੱਥੇ ਕੀ ਲੈਣਾ ਹੈ? ਉਹ ਕਹਿੰਦਾ ਹਰ ਬੰਦੇ ਨੇ ਉਹਨੇ ਕਿਹਾ ਜੀ ਜੇ ਪਾਕਿਸਤਾਨ ਤੁਸੀਂ ਨਹੀਂ ਵੇਚਣਾ ਇੱਥੇ ਕੀ ਲੈਣਾ ਹੈ? ਮੈਂ ਉਹਨੂੰ ਫਿਰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਇੱਥੇ ਇਹ ਲੈਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇਹੀ ਸ਼ੈ ਸਾਡੇ ਕੋਲ ਉੱਥੇ ਪਈ ਆ, ਉੱਥੇ ਵੇਚੋ। ਕਿਉਂਕਿ ਜਿਹੜਾ ਉੱਥੇ ਵਾਲਾ ਕੋਰੀਅਰ ਆ ਉੱਥੇ ਉਹਨੇ ਜਾ ਕੇ ਬੂਹੇ ਤੋਂ ਪੈਸੇ ਨਹੀਂ ਲੈਣੇ, ਤੁਸੀਂ ਪੈਸੇ ਰਾਤ ਨੂੰ ਲੈਣੇ। ਸਰ ਪਾਕਿਸਤਾਨ ਅਗਰ ਅਸੀਂ ਇਹ ਮਾਡਲ ਦਈਏ, ਤੁਹਾਡਾ ਇੱਥੇ ਦਾ ਐਕਸਪੀਰੀਅੰਸ ਮੇਰੇ ਨਾਲ ਢੇਰ ਜ਼ਿਆਦਾ। ਮੈਂ ਤਾਂ ਜ਼ਿੰਦਗੀ 'ਚ ਕਦੀ ਪਾਕਿਸਤਾਨ ਨਹੀਂ ਕੰਮ ਕੀਤਾ, ਮੈਂ ਜੌਬ ਹੀ ਕੀਤੀ ਨਾ ਪਾਕਿਸਤਾਨ। ਤੇ ਇਹ ਕਿਆ ਮਾਡਲ, ਇਦਾਂ ਦੇ ਮਾਡਲ ਇੱਥੇ ਲੋਕਾਂ ਨੇ ਇੱਥੇ 'ਚ ਕਾਮਯਾਬ ਹੋ ਸਕਦੇ ਆ। ਵੈਸੇ ਤਾਂ ਆਸਮ ਭਾਈ ਕਹਿੰਦੇ ਨੇ ਸਵਾਲ ਦੇ ਉੱਪਰ ਸਵਾਲ ਕਰਨਾ ਨਾ ਇੱਕ ਅੱਛੀ ਰਵਾਇਤ ਨਹੀਂ ਹੁੰਦੀ ਹੈਗੀ। ਹਾਂਜੀ। ਲੇਕਿਨ ਮੈਂ ਅਲਹਮਦੁਲਿਲਾ ਔਨ ਕੈਮਰਾ ਨਾ ਮੇਰੀ ਭੈਣ ਜਿਹੜੀ ਹੈ ਨਾ ਉਹ ਮੈਂ ਘਰ ਜਾਣਾ ਤੇ ਹਰ ਦੂਸਰੇ ਦਿਨ 3-4 ਪਾਰਸਲ ਟੀਮੂ ਦੇ ਆਏ ਹੋਣੇ। ਜਦੋਂ ਜਾਣਾ ਟੀਮੂ ਦੇ ਪਾਰਸਲ, ਰੋਜ਼ 2-3 ਪਾਰਸਲ। ਉਹ ਮੈਂ ਕਿਹਾ ਮੇਰੀ ਭੈਣ ਕਰਦੀ ਕੀ ਹੈ? ਉਹ ਸਾਰਾ ਦਿਨ ਟੀਮੂ ਤੋਂ ਸ਼ਾਪਿੰਗ ਕਰਦੀ ਰਹਿੰਦੀ ਹੈ। ਤੇ ਟੀਮੂ ਦਾ ਤੇ ਇੰਜ ਜਿਸ ਤਰ੍ਹਾਂ ਸਾਡੇ ਘਰ ਜਦੋਂ ਜਾਣਾ ਨਾ, ਯਾਨੀ ਉਹ ਸਮਝ ਲਓ ਕਿ ਮੇਰੇ ਘਰ ਦੇ ਕਮਰੇ ਦੇ ਵਿੱਚ ਨਾ ਨੁੱਕਰ ਪੂਰੀ ਢੇਰ ਲੱਗਾ ਦਾ ਹੀ ਟੀਮੂ ਦਾ। ਉਹਨੇ ਜੁੱਤੀ ਲੈ ਕੇ, ਜਰਾਬਾਂ ਤੋਂ ਲੈ ਕੇ, ਗਿਫਟਾਂ ਤੋਂ ਲੈ ਕੇ, ਠੀਕ ਹੈ ਜੀ, ਮਾਈ ਗॉड ਮੈਂ ਤਾਂ ਤੰਗ ਪੈ ਗਿਆ। ਅਸੀਂ ਈ ਕਾਮਰਸ ਲੈਣੇ ਪ੍ਰੈਸ ਕਾਨਫਰੰਸ ਕਰਨੀ ਸੀ ਤੇ ਮੈਂ ਤੇ ਟੈਕਸ ਦੇ ਹੱਕ 'ਚ ਸਾਂ ਤੇ ਮੈਂ ਕਿਹਾ ਜੀ ਮੈਂ ਤੇ ਟੈਕਸ ਦੇ ਹੱਕ ਤੇ ਆ, ਟੈਕਸ ਈ ਕਾਮਰਸ ਜ਼ਰੂਰ ਲੱਗਣਾ ਚਾਹੀਦਾ, ਲੇਕਿਨ ਜਿਹੜਾ ਟੀਮੂ ਹੈ ਨਾ, ਜਿਹਨੂੰ ਟੀਮੂ ਨੂੰ ਅਸੀਂ ਦਮਾਦ ਬਣਾਇਆ ਦਾ ਹੈ, ਇਹਦਾ ਤਾਂ ਰਸਤਾ ਬੰਦ ਕਰੋ। ਬਿਲਕੁਲ, ਉਹ ਗਵਰਨਮੈਂਟ ਦੀ ਬੜੀ ਮਿਹਰਬਾਨੀ, ਉਹਨਾਂ ਨੇ ਟੈਕਸ ਲਾਤਾ ਤਾਂ 300% ਟੈਕਸ ਲੱਗ ਗਿਆ। ਲੇਕਿਨ ਤੁਹਾਨੂੰ ਗੱਲ ਇਹ ਦੱਸਣਾ ਚਾਹ ਰਿਹਾ ਕਿ ਸਰ ਟੀਮੂ ਰੋਜ਼ ਦੀ 500 ਐਡ ਚਲਾ ਰਿਹਾ ਸੀ। ਮੈਂ ਪੂਰੇ ਪਾਕਿਸਤਾਨ ਨੂੰ ਪੈਗਾਮ ਦੇਣਾ ਚਾਹਨਾ ਵਾਂ ਕਿ ਯਾਰ ਸਾਨੂੰ ਸ਼ਰਮ ਆਣੀ ਚਾਹੀਦੀ ਥੋੜੀ। ਇੱਕ ਚਾਈਨੀਜ਼ ਕੰਪਨੀ ਚਾਈਨਾ ਤੋਂ ਬੈਠ ਕੇ ਉੱਥੋਂ ਦੇ ਛੋਟੇ ਦੁਕਾਨਦਾਰਾਂ ਨੂੰ ਰਲਾ ਕੇ ਉਹਨਾਂ ਦੀ ਪ੍ਰੋਡਕਟਸ ਪਾਕਿਸਤਾਨ ਦੇ ਵਿੱਚ ਐਡ ਕਰਕੇ 500 ਐਡ ਕਮ ਸੇ ਕਮ ਫੇਸਬੁੱਕ ਤੇ ਚੱਲ ਰਹੀ ਸੀ ਉਹਦੀ, ਔਰ ਉਹਨਾਂ ਦੇ ਰੋਜ਼ ਦੇ ਮਿਲੀਅਨਸ ਆਫ ਆਰਡਰਸ ਪਾਕਿਸਤਾਨ ਚ ਡਿਲੀਵਰ ਹੋ ਰਹੇ ਸਨ। ਅਗਰ ਉਹ ਕਰ ਸਕਦੇ ਨੇ ਅਸੀਂ ਨਹੀਂ ਕਰ ਸਕਦੇ ਤਾਂ ਇਹਦਾ ਮਤਲਬ ਹੈ ਵੀ ਜਾਂ ਤਾਂ ਸਾਡੇ 'ਚ ਇਸਤਦਾਦ ਦੀ ਕਮੀ ਹੈ, ਜਾਂ ਅਸੀਂ ਨਕੰਮੇ ਆ, ਜਾਂ ਸਾਡੇ ਕੋਲ ਸਿਸਟਮ ਨਹੀਂ, ਜਾਂ ਸਾਡੇ ਕੋਲ ਵੈਂਡਰ ਨਹੀਂ। ਸਰ ਅਸੀਂ ਇਹ ਹੀ ਦਿੱਤਾ ਸ਼ਾਊਟ ਆਊਟ ਉੱਥੇ ਕਿ ਜਨਾਬ ਅਸੀਂ ਤੁਹਾਨੂੰ ਵੈਂਡਰ ਵੀ ਦਿੰਦੇ ਹਾਂ, ਅਸੀਂ ਤੁਹਾਨੂੰ ਸਿਸਟਮ ਵੀ ਦੱਸਦੇ ਹਾਂ, ਅਸੀਂ ਤੁਹਾਨੂੰ ਤਰੀਕਾ ਵੀ ਦੱਸਦੇ ਹਾਂ, ਰਹਿਨਮਾਈ ਵੀ ਕਰਦੇ ਹਾਂ। ਹੁਣ ਜੇ ਇਸ ਤੋਂ ਬਾਅਦ ਹੁਣ ਨਾ ਮੇਰਾ ਖਿਆਲ ਹੈ ਜੀ ਅਸੀਂ ਤੈਰਨਾ ਆਪੇ ਹੀ ਪੈਣਾ। ਅਸੀਂ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਕਲੋਥਿੰਗ ਦੀ ਇੱਕ ਅਸੀਂ ਟੀਮੂ ਲਾਂਚ ਕਰ ਰਹੇ ਹਾਂ, ਠੀਕ ਹੈ ਜੀ, ਪਾਕਿਸਤਾਨ ਦੇ ਵਿੱਚ ਵੀ ਔਰ ਅਮਰੀਕਾ ਦੇ ਵਿੱਚ ਵੀ, ਕਿ ਪਾਕਿਸਤਾਨ ਦੇ ਜਿਹੜੇ ਨੌਜਵਾਨ ਨੇ ਉਹ ਪਾਕਿਸਤਾਨੀ ਕਲੋਥਿੰਗ ਦੀ ਪ੍ਰੋਡਕਟਸ ਜਿਹੜੀਆਂ ਨੇ ਬਗੈਰ ਕੋਈ ਇਨਵੈਸਟਮੈਂਟ ਕੀਤੇ ਅਮਰੀਕਾ ਦੇ ਵਿੱਚ ਵੀ ਵੇਚ ਸਕਣ, ਵਟਨਾਟ ਤੇ, ਟਿਕਟੌਕ ਤੇ, ਜਿੱਥੇ ਜੀਬੇ ਤੇ, ਵਾਲਮਾਰਟ, ਜਿੱਥੇ ਦਿਲ ਕਰਦਾ ਵੇਚੋ। ਸੇਮ ਤੁਸੀਂ ਪਾਕਿਸਤਾਨ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਕੰਪਨੀਜ਼ ਜਿਸ ਤਰ੍ਹਾਂ ਆਸਮ ਸਾਹਿਬ ਦੀ ਕੰਪਨੀ ਹੈ ਕਿ ਜੀ ਉਹ ਪਾਕਿਸਤਾਨ 'ਚ ਚੰਗੀਆਂ ਚੀਜ਼ਾਂ ਵੇਚਦੇ ਹੀ ਨਹੀਂ। ਅਸੀਂ ਚਾਹਾਂਗੇ ਕਿ ਉਹ ਚੰਗੇ ਸਰਾਣੇ, ਚੰਗੀਆਂ ਚਾਦਰਾਂ, ਮਤਲਬ ਮੈਂ ਤੁਹਾਨੂੰ ਜ਼ਾਤੀ ਤੌਰ ਤੇ ਦੱਸਾਂ ਕਿ ਮੈਂ ਆਸਮ ਸਾਹਿਬ ਦੇ ਸਟਾਲ 'ਤੇ ਜਦੋਂ ਗਿਆ ਤੇ ਮੈਂ ਉੱਥੇ ਨਾ ਜਿਹੜੀ ਚਾਦਰਾਂ ਨੂੰ ਮੈंने ਟੱਚ ਕੀਤਾ ਨਾ, ਉਸ ਫੀਲਿੰਗ ਵਾਸਤੇ ਨਾ ਮੇਰੀ ਅਕਸਰ ਬੇਗਮ ਨੂੰ ਮੈਂ ਕਹਿੰਦਾ ਕਿ ਯਾਰ ਤੈਨੂੰ ਇਹ ਮਤਲਬ ਉਹੋ ਦੀ ਚਾਦਰ ਬਿਸਤਰ ਤੇ ਪਾਉਣ ਵਾਸਤੇ ਤੈਨੂੰ ਪਾਕਿਸਤਾਨ ਨੂੰ ਕਿਉਂ ਨਹੀਂ ਲੱਭਦੀ? ਤੇ ਉਹ ਲੱਭਦੀ ਹੈ ਵੇ, ਲੇਕਿਨ ਬੜੀ ਮੁਸ਼ਕਿਲ ਲੱਭਦੀ ਹੈ, ਢੂੰਡਣੀ ਪੈਂਦੀ ਹੈ। ਸਰ ਉਹ ਕਥਾ ਕਲਾਮੀ ਦੀ ਮਾਫੀ, ਜਿਹੜੇ ਅਸੀਂ ਥਰੋ ਬਲੈਂਕਟ ਔਰ ਕੁਸ਼ਨਸ ਵਗੈਰਾ ਰੱਖੇ ਸੀ ਨਾ, ਸਰ ਉਹ 5-4 ਸਾਡੀਆਂ ਭੈਣਾਂ ਉੱਥੇ ਉਹਨਾਂ ਨੇ ਨਾ ਕਿਹਾ ਕਿ ਜੀ ਜਿੰਨੇ ਮਰਜ਼ੀ ਪੈਸੇ ਲੈ ਲਓ, ਤੁਸੀਂ ਖਤਮ ਹੋਣ ਤੋਂ ਬਾਅਦ ਨਾ ਆ ਪੀਸ ਸਾਨੂੰ ਦੇ ਦਿਓ। ਮੈਂ 2 ਉੱਥੇ ਆਪਣੀਆਂ ਭੈਣਾਂ ਨਾਲ ਵਾਅਦਾ ਕੀਤਾ ਵੀ ਅਸੀਂ ਤੁਹਾਨੂੰ ਨਾ ਭੇਜ ਦਿਆਂਗੇ, ਜਿੰਨੀ ਕਿ ਤੁਸੀਂ ਸਾਡੇ ਤੇ ਜ਼ੋਰ ਲਾਇਆ, ਲੇਕਿਨ ਅਸੀਂ ਤੁਹਾਨੂੰ ਬਤੌਰ ਗਿਫਟ ਹੀ ਭੇਜਾਂਗੇ, ਅਸੀਂ ਇਹਦੇ ਪੈਸੇ ਨਹੀਂ ਲੈਣੇ, ਕਿਉਂਕਿ ਅਸੀਂ ਇੱਥੇ ਇਹ ਰੱਖਦੇ ਨਹੀਂ। ਇਹ ਜਿਹੜੀਆਂ ਪ੍ਰੋਡਕਟਸ ਪਈਆਂ ਨਾ, ਇਹ ਸਾਰੀਆਂ ਸਾਡਾ ਟਿਕਟੌਕ ਲਾਈਵ ਦੀਆਂ। ਹੁਣ ਸਾਡਾ ਸਾਰਾ ਟਿਕਟੌਕ ਲਾਈਵ ਫੈਸਲਾਬਾਦ ਤੋਂ ਹੁੰਦਾ। ਮੈਂ ਕਿਹਾ ਜੀ ਇਹ ਸਾਡੇ ਅਸੀਂ ਆਪਣੇ ਸਟੂਡੀਓ 'ਚੋਂ ਚੁੱਕ ਕੇ ਲਿਆਏ ਹਾਂ, ਔਰ ਇਹ ਅਸੀਂ ਯੂਕੇ ਤੋਂ ਮੈਂ ਆਉਂਦਾ ਜਦੋਂ ਟਰੈਵਲ ਕਰਕੇ ਆਉਂਦਾ ਤੇ ਮੈਂ 40 ਕਿਲੋ ਇਹੀ ਲੈ ਕੇ ਆਉਂਦਾ। ਮੇਰੀ ਤਾਂ ਵਿੱਚ 2 ਪੈਂਟਾਂ ਤੇ 3 ਸ਼ਰਟਾਂ ਹੁੰਦੀਆਂ। ਅਸਮ ਭਾਈ ਉਹ ਜਿਹੜਾ ਮੇਰਾ ਵੀ 1-2 ਚਾਦਰ ਦੇ ਉੱਤੇ ਬੜਾ ਦਿਲ ਆਇਆ ਸੀ। ਸਰ ਹੁਕਮ ਕਰੋ। ਮੈਨੂੰ ਦੱਸੋ ਉਹ ਪਾਕਿਸਤਾਨ ਦੀ ਮੇਡ ਹੈ ਜਾਂ ਨਹੀਂ ਸਰ, ਚਾਈਨਾ ਦੀ ਨਹੀਂ। ਉਹ 'ਚੋਂ ਕੁਝ ਚੀਜ਼ਾਂ ਅਸੀਂ ਪਾਕਿਸਤਾਨ 'ਚ ਬਣਾਉਂਦੇ ਆ, ਫੈਬਰਿਕ ਚਾਈਨਾ ਤੋਂ ਇੰਪੋਰਟ ਕਰਦੇ ਆ। ਕੀ ਵਜ੍ਹਾ ਹੈ? ਉਹ ਤਾਂ ਕਾਟਨ ਸੀ। ਨਹੀਂ ਸਰ, ਕਾਟਨ ਤੋਂ ਇਲਾਵਾ ਵੀ ਉਹ ਸਾਰਾ ਤੁਹਾਨੂੰ ਕਾਟਨ ਲੱਗਾ ਵਾ, ਸਾਰਾ ਪੋਲੀਐਸਟਰ ਸੀ। ਮੈਂ ਤੁਹਾਨੂੰ ਪੋਲੀਐਸਟਰ ਦੀਆਂ ਸ਼ੀਟਾਂ ਭੇਜਾਂਗਾ, ਤੁਸੀਂ ਸਰ ਹੈਰਾਨ ਰਹਿ ਤੁਸੀਂ, ਅਗਰ ਮੈਂ ਤੁਹਾਨੂੰ ਨਾ ਦੱਸਾਂ
ਤੁਹਾਨੂੰ ਲੱਗੇਗਾ ਕਿ ਤੁਸੀਂ ਪਛਾਣ ਹੀ ਨਹੀਂ ਸਕਦੇ ਕਿ ਇਹ ਕਾਟਨ ਆ ਕਿ ਕੀ ਹੈ। ਤੇ ਇਹ ਟੈਕਨੋਲੋਜੀ ਦੇ ਉੱਤੇ ਚਾਈਨੀਜ਼ ਪਹੁੰਚ ਗਏ ਨੇ ਨਹੀਂ ਸਰ, ਬਹੁਤ ਅੱਗੇ ਚਲੇ ਗਏ। ਤੇ ਸਾਡੀ ਫੈਸਲਾਬਾਦ ਇੰਡਸਟਰੀ ਸਾਊਂਡ ਨਹੀਂ ਹੈ ਕੀ ਸਰ ਉਹਨਾਂ ਨਾਲ ਹੋਈ ਥੋੜੀ ਵਿਚਾਰਿਆਂ ਨਾਲ, ਆਏ ਹਾਏ ਹਾਏ ਸਰ ਹੋਈ ਥੋੜੀ ਉਹਨਾਂ ਨਾਲ, ਇੰਡਸਟਰੀ ਵਾਲਿਆਂ ਨਾਲ ਹੁੰਦੀ ਥੋੜੀ। ਸਰ ਰੋਜ਼ ਕਾਨੂੰਨ ਨਵਾਂ ਬਦਲਦਾ, ਇੰਪੋਰਟ ਦਾ ਐਕਸਪੋਰਟ ਦਾ, ਰੋਜ਼ ਨਵੇਂ ਕਾਨੂੰਨ ਆਉਂਦੇ ਆ। ਇੰਡਸਟਰੀਲਿਸਟ ਸਭ ਤੋਂ ਮਜ਼ਲੂਮ ਤਬਕਾ ਹੈ ਸਰ, ਕੋਈ ਸ਼ੱਕ ਨਹੀਂ। ਉਹਨਾਂ ਨੂੰ ਇੱਜ਼ਤ ਦੇਣੀ ਚਾਹੀਦੀ ਸੀ ਸਰ। ਉਹ ਤੁਹਾਡੇ ਜੌਬਸ ਕ੍ਰੀਏਟ ਕਰਦੇ ਆ। ਅਸੀਂ ਉਹਨਾਂ ਨੂੰ ਤੁਸੀਂ ਟੈਕਸ ਪੇਅਰ ਨੇ, ਅਸੀਂ ਉਹਨਾਂ ਨੂੰ ਜ਼ਲੀਲ ਕੀਤਾ। ਅਸੀਂ ਉਹਨਾਂ ਨੂੰ ਸਰ, ਅਸੀਂ ਟੂ ਬੀ ਓਨੈਸਟ, ਮੈਂ ਬਤੌਰ ਇਨਸਲਟ ਨਹੀਂ ਕਹਿ ਰਿਹਾ ਸਰ, 12ਵੇਂ 14ਵੇਂ ਸਕੇਲ ਦਾ ਬੰਦਾ ਆ ਕੇ ਓਏ ਹੋਏ 5 ਅਰਬ ਦੀ ਫੈਕਟਰੀ ਦੇ ਬਾਹਰ ਖਲੋ ਜਾਂਦਾ, ਕਹਿੰਦਾ ਮੈਂ ਤਾਲਾ ਲਾਉਣ ਲੱਗਾ, ਬੰਦ ਕਰਨ ਲੱਗਾ। ਓਏ ਹੋਏ ਹੋਏ ਉਹ ਜਿਹੜੇ ਬੰਦੇ ਨੇ 5 ਅਰਬ ਲਾਇਆ ਨਾ ਸਰ, ਉਹ ਕਹਿੰਦਾ ਲਾਨਤ ਭੇਜੋ ਸਾਰੀਆਂ ਸ਼ੈਵਾਂ ਤੇ ਮੈਂ ਬਾਹਰ ਚੱਲਾਂ। ਮੈਂ ਬਾਹਰ ਚੱਲਾਂ। ਉਹਦੀ ਇੱਜ਼ਤ ਹੈ ਨਫਸ ਸਰ ਮੈਂ ਇਹਦੀ ਮਿਸਾਲ ਬੈਠਾ ਤੁਹਾਡੇ ਧਰੂ ਛੱਡਨੇ ਆ, ਕੰਡਿਆਂ ਛੱਡ ਦੇ ਉਹਨੂੰ ਸਰ। ਉਹਨੂੰ ਇੱਜ਼ਤ ਦੇਣੀ ਚਾਹੀਦੀ ਹੈ ਤੁਹਾਨੂੰ। ਉਹਨੇ ਦੇਖੋ ਉਹਦੀ ਫੈਕਟਰੀ 'ਚ 5-400 ਬੰਦਾ, ਉਹਦੇ ਪਿੱਛੇ 5-400 ਫੈਮਿਲੀ ਆ, ਉਹ ਜੋ ਗਰੋ ਹੋ ਰਹੀ ਆ, ਉਹ ਜਨਰੇਟ ਕਰਕੇ ਦੇ ਰਿਹਾ। ਹਰ ਐਕਸਪੋਰਟਰ ਤੁਹਾਨੂੰ ਪੈਸੇ ਬਾਹਰੋਂ ਲਿਆ ਕੇ ਦੇ ਰਿਹਾ। ਪਰ ਮਸਲਾ ਤੇ ਇਹ ਵੇ ਕਿ ਜਦੋਂ ਸਾਡੇ ਵਜ਼ੀਰੇ ਖਜ਼ਾਨਾ ਜਿਹੜੇ ਨੇ ਉਹ ਹੀ ਗਵਰਨਮੈਂਟ ਅਕਾਊਂਟੈਂਟ ਲਾ ਕੇ ਲਾ ਲੇ, ਤੇ ਅਕਾਊਂਟੈਂਟ ਦਾ ਦਿਮਾਗ ਤੇ ਅਕਾਊਂਟੈਂਟਾਂ ਵਾਲਾ ਸਰ ਪ੍ਰੋਬਲਮ ਹੈ ਨਾ। ਤੁਸੀਂ ਕੋਈ ਇੰਡਸਟਰੀਲਿਸਟ ਲਾਓ ਜਾਂ ਮਾਰਕੀਟਿੰਗ ਦਾ ਬੰਦਾ ਲਾਓ, ਉਹਨੂੰ ਪਤਾ ਚੱਲੇ ਕਿ ਇੰਡਸਟਰੀ ਲਾ ਹੋਏਗਾ, ਉਹਨੂੰ ਪਤਾ ਚੱਲੇਗਾ ਇੰਡਸਟਰੀ ਦੀ ਪ੍ਰੋਬਲਮ ਕੀ ਹੈ। ਮਾਰਕੀਟਿੰਗ ਲਾ ਹੋਏਗਾ, ਉਹਨੂੰ ਪਤਾ ਚੱਲੇਗਾ ਕਿ ਵੇਚਣਾ ਕਿੰਨੇ ਹੈ। ਅਕਾਊਂਟੈਂਟ ਦਾ ਕੰਮ ਤੇ ਆਡਿਟ ਕਰਨਾ ਹੈ, ਉਹ ਮੁਲਕ ਨੂੰ ਵੀ ਆਡਿਟ ਦੇ ਤਰੀਕੇ ਦੇ ਮੁਤਾਬਕ ਇੰਡਸਟਰੀ ਨੂੰ ਵੀ ਚਲਾਉਣਾ ਸ਼ੁਰੂ ਕਰ ਦਿੰਦੇ ਨੇ। ਉਸ ਵੇਲੇ ਦੇਖੋ ਨਾ, ਅਸੀਂ ਜਿਹੜਾ ਸਾਡਾ ਬਿਜ਼ਨਸ ਵਾਲਾ ਤਬਕਾ ਵਾ, ਨੋ ਡਾਊਟ ਮੈਂ ਉਹ ਛੋਟੀ ਮੋਟੀ ਚਲਾਕੀ ਕਰਦਾ ਹੋਊ, ਪਰ ਸਰ ਉਹ ਚਲਾਕੀ, ਸਰ ਤੁਸੀਂ ਚਲਾਕੀ ਹਰ ਦੁਨੀਆ 'ਚ ਹਰ ਜਗ੍ਹਾ ਨਹੀਂ ਸਰ। ਤੁਸੀਂ ਆਪਣੇ ਸਿਸਟਮ ਨੂੰ ਥੋੜਾ ਬਿਹਤਰ ਰਿਫਾਈਨ ਕਰਕੇ ਨਾ, ਉਹਨੂੰ ਰਿਫਾਈਨ ਕਰ ਲਓ, ਪਰ ਉਹਨੂੰ ਇੱਜ਼ਤ ਦਿਓ। ਉਹ ਇੱਥੇ ਇਨਵੈਸਟ ਕਰੇ, ਮਤਲਬ ਉਹ ਕਿਉਂ ਕਰੇ ਸਰ। ਇੱਕ ਤੁਸੀਂ ਕਸਮ ਨਾ ਇੱਦਾਂ ਹੁੰਦੀ ਸਰ, ਅਰਬਾਂ ਰੁਪਏ ਦੀ ਫੈਕਟਰੀ ਆ, ਉਹਦੇ 10ਵੇਂ 12ਵੇਂ ਸਕੇਲ ਦਾ ਬੰਦਾ ਬਾਹਰ ਆ ਕੇ ਖਲੋ ਜਾਂਦਾ, CD70 ਲੈ ਕੇ ਇੱਕ ਲਾਲ ਫਾਈਲ ਪੜ੍ਹ ਕੇ, ਉਹ ਕਹਿੰਦਾ ਜੀ ਮੈਂ ਸੀਲ ਕਰਨ ਲੱਗਾ, ਬੰਦ ਕਰਨ ਲੱਗਾ। ਉਹਦੇ ਕੋਲ ਮਤਲਬ ਤੂੰ ਯਾਰ ਕਿੰਨੇ ਬੰਦਿਆਂ ਦਾ ਅੰਦਰ ਰੋਜ਼ਗਾਰ ਆ। ਉਹ ਇੰਡਸਟਰੀਲਿਸਟ ਨੂੰ ਇੱਜ਼ਤ ਦਿਓ। ਇਕੱਲੀ ਸਿਆਲਕੋਟ ਤੇ ਫੈਸਲਾਬਾਦ ਤੇ ਕਰਾਚੀ, 3 ਸ਼ਹਿਰਾਂ ਨੂੰ ਤੁਸੀਂ ਅਗਰ ਥੋੜਾ ਜਿਹਾ ਮਾਡਲ ਕਰ ਦਵੋ ਸਰ, ਇਹ ਪੂਰੇ ਪਾਕਿਸਤਾਨ ਦਾ ਬਹੁਤ ਚੁੱਕ ਲੈਣ। ਮੈਂ ਕਹਿਣਾ ਵਾ ਕਿ ਸਿਰਫ ਗੁਜਰਾਂਵਾਲਾ ਚੁੱਕ ਸਕਦਾ ਵੇ, ਗੁਜਰਾਂਵਾਲਾ ਇੱਕ ਸ਼ਹਿਰ ਚੁੱਕ ਸਕਦਾ ਸਿਰਫ। ਗੁਜਰਾਂਵਾਲਾ ਪਾਕਿਸਤਾਨ ਦਾ ਗੁਜਰਾਤ ਬਣ ਸਕਦਾ ਵੇ, ਜਿਸ ਤਰ੍ਹਾਂ ਇੰਡੀਆ ਜਿਹੜਾ ਹੈ ਨਾ, ਪੂਰੇ ਇੰਡੀਆ ਨੂੰ ਗੁਜਰਾਤ ਨੇ ਟਰਨ ਕਰ ਦਿੱਤਾ, ਕਹਿ ਲਓ ਕਿ ਤਰੱਕੀ ਦੇ ਰਾਸਤੇ ਦੀ ਤਰਫ। ਖੈਰ ਗੱਪਾਂ ਸਾਡੀਆਂ ਲੱਗਦੀਆਂ ਰਹਿਣਗੀਆਂ। ਆਸਮ ਸਾਹਿਬ ਕੋਲ ਮੈਂ ਸਿੱਖਦਾ ਰਹਾਂਗਾ। ਆਸਮ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਸਰ। ਜਜ਼ਾਕੱਲਾ ਸਰ। ਸਾਰਾ ਫਿਕਰਾ ਚੇਂਜ ਕਰੋ ਸਰ, ਉਸਤਾਦ ਤੁਸੀਂ ਹੋ। ਨਹੀਂ ਸਰ, ਆਈ ਲਰਨ ਫਰੋਮ ਯੂ। ਨਹੀਂ, ਜਿਹੜੀ ਤੁਹਾਡੀ ਫੀਲਡ ਸੀ ਨਾ ਸਰ, ਦੇਖੋ ਅਸੀਂ ਇਹਦੇ ਨਾ ਨਹੀਂ ਸੀਗੇ, ਵੀ ਲਰਨਡ ਫਰੋਮ ਯੂ। ਮੈਂ ਜਿੰਨੀ ਦੇਰ ਤੋਂ ਤੁਹਾਡੀ ਜਿਹੜੀ ਚੀਜ਼ਾਂ ਸੀ, ਟਿਪਸ ਜਿਹੜੀਆਂ ਬਿਜ਼ਨਸ ਦੇ ਡਿਵੈਲਪਮੈਂਟ ਕਿੱਦਾਂ ਕਰਨੀ, ਗਰੋ ਕਿੱਦਾਂ ਕਰਨਾ, ਹੈਟਸ ਆਫ ਟੂ ਸ਼ਾਹਿਦ ਜੋਈਆ। ਮੈਂ ਉਹਨਾਂ ਨੂੰ ਕਦੀ ਨਹੀਂ ਮਿਲਿਆ। ਅਕਾਊਂਟਿੰਗ ਚੀਜ਼ਾਂ ਕਿ ਯਾਰ ਬਿਜ਼ਨਸ ਫੇਲ ਕਿਉਂ ਹੁੰਦੇ। ਮੈਂ ਨਵੇਂ ਬੱਚੇ ਜਿਹੜੇ ਉਹਨਾਂ ਨੂੰ ਇੱਕ ਕਹਾਂਗਾ ਕਿ ਉਹਨਾਂ ਦੀਆਂ 1-2 ਵੀਡੀਓਜ਼ ਆ ਕਿ ਬਿਜ਼ਨਸ ਫੇਲ ਕਿਉਂ ਹੁੰਦੇ। ਉਹਦੀ ਕਿਤਾਬ ਹੀ ਪੜ੍ਹ ਲਓ, ਸੇਲਜ਼ ਬੀਤੀ ਪੜ੍ਹ ਲਓ, ਉਹਦੀ ਕਿ ਉਹ ਕਾਮਯਾਬ ਬੇਸ਼ੱਕ ਨਾ ਪੜੋ, ਇਹ ਪੜੋ ਕਿ ਫੇਲ ਕਿਉਂ ਹੁੰਦੇ ਨੇ। ਉਹਦੀਆਂ ਉਹਨਾਂ ਦੇ 2-3 ਛੋਟੇ ਕਲਿੱਪਸ ਚੀਜ਼ਾਂ ਜਿਹੜੀਆਂ ਸੁਣਨ ਵਾਲੀਆਂ। ਤੇ ਇਹ ਸਰ ਹੈਟਸ ਆਫ ਯੂ, ਕਿਉਂਕਿ ਇੱਥੇ ਤੁਸੀਂ ਸ਼ਾਊਟ ਆਊਟ ਕਰ ਰਹੇ ਹੋ। ਅਸੀਂ ਤੇ ਉੱਥੇ ਆ ਕੇ ਦੇਖਿਆ ਸਰ ਕਿ ਤੁਹਾਡਾ ਉਹ ਲੋਕਾਂ ਦਾ ਜਿਹੜਾ ਸੀ ਨਾ, ਉਦੋਂ ਚਾਹੇ ਕੌਣ ਜਿਹੜਾ ਸੀ ਨਾ, ਹੁਣ ਉਹਦਾ ਉਹ ਫਰੂਟ ਸੀ ਸਰ। ਹੁਣ ਇਹ ਦਰਖਤ ਬਣ ਗਿਆ ਸਰ, ਇਨਸ਼ਾਅੱਲਾ ਅਜ਼ੀਜ਼ ਇਹ ਦਰਖਤ ਹੀ ਹੁਣ ਹੈਟਸ ਆਫ ਟੂ ਆਜ਼ਾਦ ਚਾਏ ਵਾਲਾ। ਔਰ ਸਰ ਤੁਸੀਂ ਜੋ ਉਹਦੇ 'ਚ ਐਫਰਟਸ ਕੀਤੀਆਂ, ਇਹ ਮਤਲਬ ਉੱਥੇ ਜਿਹੜੀ ਪਬਲਿਕ ਸੀ ਸਰ, 12 ਵਜੇ ਤੋਂ ਬਾਅਦ ਗੇਟ ਬੰਦ ਸੀ। ਮਤਲਬ ਸਾਡੇ ਜਿਹੜੇ ਦੋਸਤ ਆਏ ਨੇ ਇੱਕ ਸਰ, ਮਜ਼ੇ ਵਾਲੀ ਗੱਲ, ਉਹ ਸਾਡੇ ਖਾਣਾ ਲੈ ਕੇ ਆਏ ਇਤਵਾਰ ਵਾਲੇ ਦਿਨ। ਉਹ ਕਹਿੰਦੇ ਜੀ ਕਿ ਜਿਹੜਾ ਇੱਕ ਮਾਲ ਆ ਮਸ਼ਹੂਰ ਜਿਹਾ ਨੇੜੇ, ਉਹਦੇ ਮਾਲ ਤੋਂ ਅੱਗੇ ਜਾ ਕੇ ਗੱਡੀ ਖੜੀ ਕਰਕੇ ਆਏ। ਉਹ ਕਹਿੰਦੇ ਜੀ 1 ਕਿਲੋਮੀਟਰ ਦੂਰ ਹੈ। ਉਹ ਕਹਿੰਦੇ ਜੀ ਉਸ ਤੋਂ ਪਿੱਛੇ ਗੱਡੀ ਖੜੀ ਕੀਤੀ ਆ। ਉਹ ਆ ਕੇ ਉਹ ਕਹਿੰਦਾ ਤੁਸੀਂ ਵੇਚ ਕੀ ਰਹੇ ਹੋ, ਕਿ ਤੁਸੀਂ ਕੀ ਵੰਡ ਰਹੇ ਇੱਥੇ ਅੰਦਰ 'ਚ। ਅੱਲਾਹੁ ਅਕਬਰ। ਤੇ ਲੈਣਾ ਲਾ ਕੇ ਬਾਹਰੋਂ ਲੈਣਾ ਲਾ ਕੇ ਅੰਦਰ ਆਏ ਉਹ। ਤੇ ਮੈਂ 2 ਮੇਰੇ ਜਿਹੜੇ ਨਾ ਇੱਥੇ ਮੈਂ ਘਰਾਂ 'ਚ ਜਾਣਾ ਸੀ ਮਿਲਣ ਆ ਭਾਈ ਨੂੰ। ਮੈਂ 12 ਵਜੇ 2 ਵਜੇ 2 ਦਿਨ ਸੋਚਿਆ, ਮੈਂ ਬਾਹਰ ਆਇਆ, ਫਿਰ ਮੈਂ ਹਿਸਾਬ ਲਾਇਆ ਕਿ ਮੈਂ ਗੱਡੀ ਕੱਢਣੀ ਕਿੱਦਾਂ। ਓਏ ਹੋਏ। ਫਿਰ ਮੈਂ ਅੰਦਰ ਚਲਾ ਗਿਆ ਕਿ ਮੈਂ ਇੱਥੋਂ ਨਿਕਲਣਾ ਕਿੱਦਾਂ 10 ਵਜੇ ਤੋਂ ਪਹਿਲੇ। ਸਾਫ ਸੂਬ ਲਾ ਕੇ ਮੈਂ ਕਹਿੰਦਾ ਨਹੀਂ, ਮੈਂ ਨਿਕਲ ਹੀ ਨਹੀਂ ਸਕਦਾ, ਨਹੀਂ ਨਿਕਲ ਸਕਦਾ, ਮੈਂ ਨਿਕਲ ਨਹੀਂ ਸਕਦਾ। ਤੇ ਜਨਾਬ ਅਸੀਂ ਚਾਏ ਕਾਨ ਦੇ ਉੱਤੇ ਨਾ ਵੰਡੀ ਹੈ ਸਿਰਫ ਉਮੀਦ, ਔਰ ਸਾਰੀ ਇਹੀ ਹੁੰਦੀ ਹੈ। ਦੇਖੋ ਉਮੀਦ ਸਰ ਬੰਦਾ ਉਹਦੇ ਤੇ ਚੱਲਦਾ ਨਾ, ਔਰ ਉਮੀਦ ਅੱਛੀ ਰੱਖਣਾ ਤਾਂ ਹੁਕਮ ਵੀ ਹੈ ਨਾ ਸਾਨੂੰ ਕਿ ਤੁਸੀਂ ਮੂਮਨ ਜਿਹੜਾ ਨਾ ਉਮੀਦ ਨਹੀਂ ਹੁੰਦਾ, ਉਮੀਦੀ ਕੁਫਰ ਹੈ। ਕੁਫਰ ਹੈ। ਤੇ ਫਿਰ ਉਮੀਦ ਕੀ ਹੈ? ਤੇ ਉਮੀਦ ਇਮਾਨ ਹੈ। ਇਮਾਨ ਤੇ ਇਹੀ ਹੈ ਕਿਉਂ ਮੂਮਨ। ਸਰ ਮੈਂ ਸਮਝਦਾ ਫੇਲੀਅਰ ਸਟੋਰੀਆਂ ਨਾ ਮੇਰੇ ਤੋਂ ਜ਼ਿਆਦਾ ਸ਼ਾਇਦ ਕਿਸੇ ਦੀਆਂ ਹੋਣ। ਮੇਰੀ ਫੈਮਿਲੀ ਕਹਿੰਦੇ ਸੀ
ਕਿ ਮੇਰੀ ਘਰ ਵਾਲੀ ਮੈਨੂੰ ਹੱਸਦੀ ਹੁੰਦੀ ਆ ਕਿ ਮੈਨੂੰ ਨਾ ਕਈ ਵਾਰੀ ਸਾਡੇ ਭੈਣ ਭਰਾ ਪੁੱਛਦੇ ਸੀ ਕਿ ਹੁਣ ਆਸਮ ਕਿਹੜਾ ਕੰਮ ਕਰ ਰਿਹਾ ਕਿਉਂ ਸਰ ਮੇਰੀ ਕੋਈ ਰਹਿਨਮਾਈ ਨਹੀਂ ਸੀ। ਜਿੱਧਰ ਵਾਲਾ ਸਾਹਿਬ ਜਿੰਨੇ ਲਾਇਆ ਗੱਲੀ ਉਹਦੇ ਨਾਲ ਹੀ ਤੁਰ ਚੱਲੀ। ਵਾਲਾ ਸਾਹਿਬ ਛੋਟੇ ਜਿਹੇ ਜ਼ਿਮੀਂਦਾਰ ਸੀ ਜੋ ਕਿ ਚਾਚੇ ਤਾਏ ਉਹ ਵੀ ਜ਼ਿਮੀਂਦਾਰ ਸੀ। ਘਰ 'ਚ ਕੋਈ ਬਿਜ਼ਨਸ ਦੀ ਸਮਝ ਦੇਣ ਵਾਲਾ ਨਹੀਂ ਸੀ। ਇਹ ਤਜਰਬੇ ਕਰ ਉਹ ਮੈਰਿਟ ਤੇ ਨਹੀਂ ਹੁੰਦੇ ਸੀ, ਸਮਝ ਨਹੀਂ ਸੀ ਆਉਂਦੀ। ਜਿਹੜਾ ਵੀ ਫੈਸਲਾ ਮੈਰਿਟ ਤੇ ਬਿਜ਼ਨਸ ਦਾ ਨਹੀਂ ਹੋਏਗਾ ਉਹ ਕਾਮਯਾਬ ਨਹੀਂ ਹੋਏਗਾ। ਜਿਹੜਾ ਲਾਲਚ ਦੇ ਤਹਿਤ ਹੋਏਗਾ ਕਾਮਯਾਬ ਨਹੀਂ ਹੋਏਗਾ। ਕਿ ਤੁਸੀਂ ਸਾਡਾ ਪ੍ਰੋਬਲਮ ਇਹ ਆ ਕਿ ਜਿਹੜੀਆਂ ਬਿਜ਼ਨਸ ਫੈਮਿਲੀਆਂ ਹੁੰਦੀਆਂ ਉਹਨਾਂ ਦੇ ਅੰਦਰ ਜੀਨਸ ਹੁੰਦੇ ਉਹ ਪਹਿਲੇ ਲੱਖ ਨੂੰ ਮਹਿਫੂਜ਼ ਕਰਦੇ ਆ, ਜਿਹੜਾ 2000 ਉੱਤੇ ਬਚਣਾ ਨਾ ਉਹਨੂੰ ਨਹੀਂ। ਮੇਰੇ ਵਰਗਾ ਜਿਹੜਾ ਜ਼ਿਮੀਂਦਾਰਾਂ ਦਾ ਬੱਚਾ ਆਉਂਦਾ ਉਹ ਪਹਿਲੇ 2000 ਦਾ ਸੋਚਦਾ, ਉਹ ਕਹਿੰਦਾ ਇਹਦੇ 'ਚ ਮੈਨੂੰ 2000 ਬਚ ਜਾਣਾ, ਉਹ ਸ਼ਾਮ ਨੂੰ ਖਰਚ ਵੀ ਲੈਂਦਾ। ਹਾਲੇ ਬਚਿਆ ਨਹੀਂ ਹੁੰਦਾ, ਉਹ ਕਹਿੰਦਾ 2 ਤੇ 'ਚ ਬਚ ਜਾਣਾ ਨਾ, ਉਹ ਸ਼ਾਮ ਨੂੰ ਖਰਚ ਲੈਂਦਾ 2000 ਤੇ ਲੱਖ ਰਿਸਕ ਤੇ ਲਾ ਆਉਂਦਾ। ਜਿਹੜਾ ਸ਼ੇਖਾਂ ਦਾ ਬੱਚਾ ਹੈ ਮਾਸ਼ਾਅੱਲਾ, ਇਹ ਸਾਡੀਆਂ ਮਤਲਬ ਉਹ ਸ਼ੇਖਾਂ ਤੋਂ ਮਰਾਦ ਜਿਹੜੀਆਂ ਬਿਜ਼ਨਸ ਫੈਮਲੀਆਂ, ਉਹ ਪਹਿਲੀ ਉਹਦੀ ਟ੍ਰੇਨਿੰਗ ਹੋਈ ਹੁੰਦੀ ਆ, ਉਹ ਸਭ ਤੋਂ ਪਹਿਲਾਂ ਸੋਚਦਾ ਵੀ ਲੱਖ ਮੁੜਨਾ ਕਿ ਨਹੀਂ ਮੁੜਨਾ। 2000 ਉਹ ਕਹਿੰਦਾ ਕੋਈ ਗੱਲ ਨਹੀਂ ਰਿਸਕ ਤੇ ਪਾਉਂਦਾ ਮੈਂ, ਇਹ ਲੱਖ ਵਾਪਸ ਆਉਣਾ ਕਿ ਨਹੀਂ ਆਉਣਾ। ਸਾਡੀ ਸੋਚ ਇੱਥੋਂ ਸ਼ੁਰੂ ਹੁੰਦੀ ਵੀ 2 ਬਚ ਜਾਣਾ ਨਾ, ਉਹਦੇ 'ਚ ਇਹ 2 ਮਤਲਬ ਸਕੀਮ ਲਾਈ ਆ, 2 ਬਚਣਾ ਇਹਦੇ 'ਚ 2000, ਇਹ 2 ਤੇ ਸ਼ਾਮ ਨੂੰ ਖਰਚੋ ਨਾ ਤੇ ਲੱਖ ਰਿਸਕ ਤੇ ਲਾ ਆਉਣਾ। ਹੁਣ ਉਹ ਅੱਲਾ ਦੀ ਰਹਿਮਤ ਆ ਜੇ ਉਹ ਵਾਪਸ ਆ ਜਾਏ, ਅੱਲਾ ਦੀ ਰਹਿਮਤ, ਅਸੀਂ ਉਹ ਸੁੱਟਾਣਾ ਤੇ ਉੱਥੇ ਚਾਹੇ ਕੌਣ ਤੇ 50% ਤੋਂ ਜ਼ਿਆਦਾ ਲੋਕ ਹੋ ਸੀ ਕਿ ਜੀ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਕਿੱਦਾਂ। ਉਹਨੂੰ ਕਿਹਾ ਨਹੀਂ ਯਾਰ ਪੈਸੇ ਨਹੀਂ ਚਾਹੀਦੇ। ਅਸੀਂ ਤੁਹਾਨੂੰ ਜਿਹੜੀ ਪਾਰਟਨਰਸ਼ਿਪ ਕਹਿ ਰਹੇ ਨਾ ਕਿ ਸਾਡੇ ਪਾਰਟਨਰਸ ਆ, ਅਸੀਂ ਉਹਨਾਂ ਕੋਲ ਇੱਕ ਪੈਨੀ ਵੀ ਨਹੀਂ ਲਈ। ਅਸੀਂ ਉਹਨਾਂ ਨੂੰ ਪਾਰਟਨਰਸ਼ਿਪ ਇਹ ਦਿੱਤੀ ਕਿ ਦੇਖੋ ਇਹ ਸਾਡੇ ਕੋਲ ਰਿਸੋਰਸਿਸ ਨੇ, ਇਹਨਾਂ ਨੂੰ ਤੁਸੀਂ ਇਸਤੇਮਾਲ ਕਰੋ। ਮੈਨੂੰ ਉੱਥੇ ਬਹੁਤ ਲੋਕਾਂ ਦਾ ਪਹਿਲਾ ਹੀ ਸਵਾਲ ਆਉਂਦਾ ਸਰ ਕਿ ਮੈਂ ਵੀ ਐਮਾਜ਼ੋਨ ਤੇ ਸੈਲਰ ਹਾਂ, ਮਾਸ਼ਾਅੱਲਾ ਕਾਫੀ ਸਾਰੇ ਬ੍ਰਾਂਡ ਆ ਐਂਡ ਹੈਂਡਸਮ ਸੇਲ ਕਰਦੇ। ਇੱਕ ਆਮ ਸਵਾਲ ਹੈ, ਉਹ ਕਹਿੰਦਾ ਜੀ ਤੁਹਾਡੇ ਮੁਕਾਬਲੇ 'ਚ ਕਿੱਦਾਂ ਵੇਚਾਂਗਾ ਤੁਹਾਡੇ ਕੋਲ ਲੈ ਕੇ। ਮੈਂ ਉਹਨੂੰ ਕਹਿੰਦਾ ਯੈਸ, ਇਹ ਤੇਰਾ ਅੱਛਾ ਸਵਾਲ ਹੈ ਕਿ ਤੂੰ ਇਹ ਸੋਚਿਆ ਕਿ ਮੈਂ ਵੇਚਾਂਗਾ, ਮੈਂ ਖੁਦ ਮੈਨੂਫੈਕਚਰਰ ਹਾਂ, ਇੰਪੋਰਟਰ ਹਾਂ, ਤੂੰ ਮੇਰੇ ਮੁਕਾਬਲੇ 'ਚ ਕਿੱਦਾਂ ਵੇਚੇਂਗਾ। ਯੈਸ, ਇਹ ਤੇਰਾ ਸਵਾਲ ਆ ਕਿ ਜਿੱਥੇ ਤੈਨੂੰ ਵੇਚਣ ਦਾ ਸਮਝ ਆ ਰਹੀ, ਅਸੀਂ ਤੈਨੂੰ ਉਨੀ ਸਪੇਸ ਦੇਵਾਂਗੇ ਪਹਿਲੇ ਇਨਸ਼ਾਅੱਲਾ ਕਿ ਇਹ ਤੂੰ ਸਾਡੇ ਮੁਕਾਬਲੇ 'ਚ ਵੇਚ। ਅਸੀਂ ਆਪਣਾ ਸੈਲਿੰਗ ਥੱਲੇ ਲੈ ਜਾਂਦੇ ਹਾਂ, ਅਸੀਂ ਆਪਣੇ 'ਚੋਂ ਸਟਾਕ ਕੱਢ ਲੈਂਦੇ ਹਾਂ। ਕਿਉਂ? ਮੇਰਾ ਤਾਂ ਤੁਸੀਂ ਵੇਚ ਦਿੱਤਾ, ਅਲਟੀਮੇਟਲੀ ਮੇਰਾ ਤਾਂ ਵਿਕ ਗਿਆ। ਮੇਰੇ ਮਾਲ ਤੁਸੀਂ ਵੇਚ ਦੇਵੋ, ਇਹ ਬੱਚਾ ਵੇਚ ਦੇਵੇ, ਮੇਰਾ ਤਾਂ ਵਿਕ ਗਿਆ ਨਾ ਸਰ। ਮੇਰਾ ਤਾਂ ਵਿਕ ਗਿਆ, ਅਸੀਂ ਤਾਂ ਵੇਚਣਾ, ਮੇਰਾ ਤਾਂ ਵਿਕ ਗਿਆ। ਤੇ ਮੈਂ ਕਹਿੰਦਾ ਮੈਂ ਜੋ ਉਹ ਵੇਚਾਂਗਾ 10 ਪੀਸ ਸਰ। ਜਦੋਂ ਦੀ ਮੈਂ ਟੀਮ ਇਕੱਠੀ ਕੀਤੀ ਆ ਉਹ ਵੇਚਦੇ 100 ਤੇ ਬਰਕਤ ਆਪੇ ਆ ਜਾਂਦੀ। ਤੇ ਬਰਕਤ ਦੀ ਖੇਡ ਹੈ। ਮੈਂ ਸਮਝਣਾ ਵਾ ਚਾਈਨਾ ਨੇ ਵੀ ਆਈ ਮੇਰੇ ਖਿਆਲ ਨਾਲ ਟੈਕਨੀਕ ਅਪਣਾਈ ਕਿ ਪੂਰੀ ਦੁਨੀਆ ਵਾਸਤੇ ਨਾ ਉਹਨਾਂ ਨੇ ਸਾਨੀਆਂ ਕ੍ਰੀਏਟ ਕੀਤੀਆਂ ਤੇ ਰੱਬ ਨੇ ਉਹਨਾਂ ਨੂੰ ਵੀ ਦੁਨੀਆ ਦੀ ਵੇਖੋ ਵੱਡੀ ਪਾਵਰ, ਇਕਨੋਮਿਕਲ ਪਾਵਰ ਬਣਾ ਦਿੱਤਾ। ਸਾਰੋ ਇਸ ਵੇਲੇ ਦੁਨੀਆ ਦੀ ਵਰਕਸ਼ਾਪ ਆ, ਉਹਨਾਂ ਤੋਂ ਬਗੈਰ ਗੁਜ਼ਾਰਾ ਹੀ। ਮੇਰਾ ਖਿਆਲ ਨਾ ਉਹ ਇਨਸ਼ਾਅੱਲਾ ਕਹਿੰਦੇ ਨੇ ਤੇ ਨਾ ਉਹ ਮਾਸ਼ਾਅੱਲਾ ਕਹਿੰਦੇ ਨੇ, ਨਾ ਆਪਣੀ ਦੁਕਾਨ ਦਾ ਨਾਮ ਬਿਸਮਿਲ੍ਲਾ ਰੱਖਦੇ ਨੇ ਤੇ ਨਾ ਹੀ ਮਾਸ਼ਾਅੱਲਾ ਰੱਖਦੇ ਨੇ। ਬਸ ਉਹ ਕੰਮ ਕਰਦੇ ਨੇ, ਠੀਕ ਹੈ ਨਾ। ਤੇ ਉਹ ਕੰਮ ਕਰਦੇ ਨੇ ਤੇ ਟਾਈਮ ਤੇ ਡਿਲੀਵਰੀ ਕਰਦੇ ਨੇ, ਪ੍ਰੋਮਿਸਿਸ ਆਪਣੇ ਪੂਰੇ ਕਰਦੇ ਨੇ, ਕੁਆਲਿਟੀ ਜਿਹੜੀ ਜੋ ਕਹਿੰਦੇ ਨੇ ਉਹੀ ਡਿਲੀਵਰ ਕਰਦੇ ਨੇ। ਤੇ ਪੂਰੀ ਦੁਨੀਆ ਉਹਨਾਂ ਦੀ ਗਰਵੀਦਾ ਵੇ, ਉਹਨਾਂ ਕੋਲ ਮਾਲ ਲੈਣਾ ਚਾਹੁੰਦੀ ਹੈ। ਤੇ ਸਾਨੂੰ ਸੋਚਣਾ ਪਏਗਾ ਕਿ ਅਸੀਂ ਇਨਸ਼ਾਅੱਲਾ ਵੀ ਕਹਿੰਦੇ ਆ, ਮਾਸ਼ਾਅੱਲਾ ਵੀ ਕਹਿੰਦੇ ਆ, ਬਿਸਮਿਲ੍ਲਾ ਵੀ ਪੜ੍ਹਨੇ ਆ, ਨਮਾਜ਼ਾਂ ਵੀ ਪੜ੍ਹਨੇ ਆ, ਤੇ ਫਿਰ ਸਾਡੀ ਫੈਕਟਰੀ ਸਾਰੋ ਕੂਲਰ ਦੇ ਨਾਲ ਗਲਾਸ ਬੰਨ ਕੇ ਉਹਨੂੰ ਤਾਲਾ ਵੀ ਲਾਉਂਦੇ ਆ। ਉਹ ਤਾਂ ਖੈਰ ਵੈਸੇ ਮੇਰਾ ਹਾਲ ਉਹ ਤਾਂ ਪੂਰੀ ਉੱਥੇ ਵੀ ਨਹੀਂ ਲਾਉਂਦੇ ਸਰ, ਚਾਈਨਾ 'ਚ ਤਾਂ ਨਹੀਂ, ਲੇਕਿਨ ਅਮਰੀਕਾ 'ਚ ਤੇ ਯੂਕੇ 'ਚ ਤੇ ਤੁਹਾਨੂੰ ਪਤਾ ਸਾਈਕਲਾਂ ਨੂੰ ਐਡੇ ਵੱਡੇ ਤਾਲੇ ਲਾਏ ਹੁੰਦੇ ਨੇ। ਹਾਂ, ਉਹ ਚੋਰਾਂ ਲਈ ਲਾਏ ਹੁੰਦੇ, ਲੇਕਿਨ ਆ ਜਿਹੜਾ ਛੋਟੇ ਸਾਡੇ ਛੋਟੇ ਚੋਰ ਨੇ ਨਾ, ਸਾਡੇ ਛੋਟੇ ਚੋਰ ਨੇ। ਮੈਨੂੰ ਦੇਖੋ ਸਾਡੇ ਗਲਾਸ ਚੋਰੀ ਕਰਦੇ ਨੇ ਨਾ, ਸਾਈਕਲ ਚੋਰੀ ਨਹੀਂ ਹੁੰਦੀ। ਉੱਥੇ ਤੇ ਸਾਈਕਲਾਂ ਨੂੰ ਮੈਂ ਐਡਾ ਵੱਡਾ ਸੰਗਲ ਲੱਗਾ ਵੇਖਿਆ ਯੂਕੇ ਵਿੱਚ ਤੇ ਅਮਰੀਕਾ ਵਿੱਚ। ਉਹ ਆਖਰ ਤੇ ਫਰੇਮ ਤੇ ਸੰਗਲ ਪਿਆ ਹੁੰਦਾ, ਟਾਇਰ ਲਾ ਕੇ ਲੈ ਲੈਂਦੇ ਸਰ। ਇਹ ਦੇਖੋ ਹਰ ਜਗ੍ਹਾ, ਲੇਕਿਨ ਕੰਮ ਚੋਰ ਦੇਖੋ ਹਰ ਜਗ੍ਹਾ ਨੇ। ਤੇ ਖੈਰ ਸਾਡੇ ਵੱਡੇ ਚੋਰ ਨਹੀਂ ਹੈ, ਠੀਕ ਹੈ, ਅੱਲਾ ਦੀ ਰਹਿਮਤ ਤੇ ਅੱਲਾ ਦਾ ਕਰਮ ਹੈ। ਮੈਂ ਸਮਝਣਾ ਵਾ ਜੇ ਨਿਊਯਾਰਕ ਤੇ ਅੱਧੇ ਘੰਟੇ ਵਾਸਤੇ ਬੱਤੀ ਜਾਂਦੀ ਹੈ ਨਾ ਤਾਂ ਦੁਨੀਆ ਦੀ ਰਿਕਾਰਡ ਡਕੈਤੀਆਂ ਤੇ ਚੋਰੀਆਂ ਉੱਥੇ ਹੁੰਦੀਆਂ ਨੇ, ਕਤਲ ਹੁੰਦੇ ਨੇ। ਤੇ ਪਾਕਿਸਤਾਨ ਤੇ ਮੈਂ ਸਾਡੇ ਜਦੋਂ ਅੱਧਾ ਘੰਟਾ ਬੱਤੀ ਆਉਂਦੀ ਹੈ ਨਾ ਉਦੋਂ ਹੁੰਦੀ ਵਾਰਦਾਤ। ਤੇ ਗੱਲ ਹੈ ਜੀ, ਤੁਸੀਂ ਸਿੱਖਦੇ ਰਹੋ, ਮਾਸ਼ਾਅੱਲਾ, ਖੁਸ਼ ਰਹੋ, AI ਨੂੰ ਇਸਤੇਮਾਲ ਕਰੋ, ਮੰਡੀਆਂ ਨੂੰ ਐਕਸਪਲੋਰ ਕਰੋ, ਮਾਰਕੀਟ ਪਲੇਸਿਸ ਨੂੰ ਐਕਸਪਲੋਰ ਕਰੋ। ਉਹਨਾਂ ਲੋਕਾਂ ਨੂੰ ਦੇਖੋ ਜੋ ਈਬੇ ਦੇ ਉੱਤੇ, ਐਟਸੀ ਦੇ ਉੱਤੇ, ਟਿਕਟੌਕ ਦੇ ਉੱਤੇ, ਵਟਨਾਟ ਦੇ ਉੱਤੇ ਵੇਚਣ ਡੇ ਨੇ, ਵਾਲਮਾਰਟ ਤੇ ਵੇਚਣ ਡੇ ਨੇ, ਕੀ ਵੇਚਣ ਡੇ ਨੇ,
ਠੀਕ ਹੈ ਇਹ ਸੁਨਨਤ ਨਬਵੀ ਹੈ ਤੇ ਸੁਨਨਤ ਹਜ਼ਰਤ ਅਬਦੁਰਰਹਿਮਾਨ ਬਿਨ ਔਫ ਹੈ ਔਫ। ਕਿ ਮੈਨੂੰ ਮੰਡੀ ਦਾ ਰਸਤਾ ਦਿਖਾਓ ਮੈਨੂੰ ਮਾਲ ਬਣਾਉਣਾ ਆਂਦਾ ਵੇ ਤੇ ਸਾਨੂੰ ਬੱਚਿਓ ਪਹਿਲੀ ਤੇ ਆਖਰੀ ਗੱਲ ਹੈ ਵੇ ਕਿ ਜੋ ਕੰਮ ਕਰਨਾ ਵੇ ਉਹਦੇ 'ਚ ਕੋਈ ਉਸਤਾਦ ਲੱਭ ਲਓ ਮੈਂਟਰ ਲੱਭ ਲਓ ਜੇ ਨਹੀਂ ਹੈ ਤੇ ਜਾ ਕੇ ਮੰਡੀ 'ਚ ਉਂਝ ਹੀ ਬਹਿ ਜਾਓ ਇਨਸ਼ਾਅੱਲਾ ਲਜ਼ੀਜ਼ ਤੁਸੀਂ ਆਪਣੀ ਤੇ ਆਪਣੇ ਘਰ ਵਾਸਤੇ ਇੱਕ ਹਲਾਲ ਰੋਜ਼ੀ ਕੱਢ ਲੋਗੇ। ਆਸਮ ਸਾਹਿਬ ਬੜਾ ਮਜ਼ਾ ਆਇਆ ਜੀ ਗੱਪਸ਼ਪ ਲਾ ਕੇ। ਜਜ਼ਾਕੱਲਾ ਉਸਮਾਨ ਭਾਈ ਲਵ ਟੂ ਹਾਂ ਸੀ ਯੂ देयर ਔਰ ਤੁਹਾਡੇ ਨਾਲ ਗੱਪਸ਼ਪ ਹੋਈ ਜਿਹੜੀ ਔਰ ਲਾਸਟ ਸ਼ਾਊਟ ਆਊਟ ਹੈ ਕਿ ਸਰ ਮੈਂ ਜਿਹੜੀ ਚੀਜ਼ ਉਥੋਂ ਆਇਆ ਸੀ ਉਹਦੇ ਨਾਲੋਂ ਅਸੀਂ ਬਹੁਤ ਜ਼ਿਆਦਾ ਪਾਇਆ ਸੀ। ਅੱਛਾ ਆਸਮ ਵੀ ਜਿਹੜੇ ਲੋਕਾਂ ਨੇ ਤੁਹਾਡੇ ਨਾਲ ਕੰਮ ਕਰਨਾ ਚਾਹ ਰਹੇ ਨੇ ਉਹਦਾ ਕੀ ਪ੍ਰੋਸੀਜਰ ਹੈ ਤੁਹਾਡੀ ਕੰਪਨੀ ਦੇ ਨਾਲ ਰਾਬਤਾ ਕਰਨ ਦਾ ਜਾਂ ਸਿੱਖਣ ਦਾ ਜਾਂ ਕਿਸ ਤਰ੍ਹਾਂ ਉਹ ਪ੍ਰੋਸੀਡ ਕਰ ਸਕਦੇ ਨੇ? ਸਰ ਉਹ ਮੇਰੇ ਇੱਕ ਨੰਬਰ ਆ ਦੇਵਾਂਗੇ ਅਸੀਂ ਉਹਦੇ ਤੇ ਉਹ WhatsApp ਕਰਨ ਠੀਕ ਹੈ ਤੇ ਕਾਈਂਡਲੀ ਥੋੜੀ ਜੀ ਪੇਸ਼ੈਂਸ ਕਰਨ। ਠੀਕ ਹੈ 3 to 5 ਵਰਕਿੰਗ ਡੇਜ਼ ਸਾਡੀ ਟੀਮ ਉਹਨਾਂ ਨਾਲ ਕਮਿਊਨੀਕੇਟ ਕਰੇਗੀ ਠੀਕ ਹੈ ਉਹ ਤਾਂ ਕਿ ਉਹਨਾਂ ਨਾਲ ਥੋੜਾ ਜਿਹਾ ਬਿਹਤਰ ਇਹ ਹੈ ਕਿ ਜਿਹੜਾ ਮੈਸੇਜ ਕਰਨਾ ਉਹਦੇ ਚੋਂ ਬਰੀਫ ਜਿਹਾ ਇੱਕ ਮੈਸੇਜ ਲਿਖ ਦੇਣ ਕਿ ਉਹ ਆਲਰੇਡੀ ਸੈਲਰਸ ਨੇ ਠੀਕ ਹੈ ਬਿਲਕੁਲ ਨਿਊ ਕਮਰਸ ਨੇ ਠੀਕ ਹੈ ਸਟੂਡੈਂਟ ਨੇ ਠੀਕ ਹੈ ਦੇ ਆਰ ਫॉर ਜੌਬ। ਠੀਕ ਹੈ ਇਹ ਅਸੀਂ ਤੁਹਾਡੀ ਵੈਬਸਾਈਟ ਦੇ ਉੱਤੇ ਫਾਰਮ ਬਣਾ ਦਾਂਗੇ ਹਾਂਜੀ। ਤੁਸੀਂ ਆਪਣੀ ਵੈਬਸਾਈਟ ਦਾ ਨਾਮ ਦੱਸੋ ਅਸੀਂ ਉਸ ਤੇ ਇਹ ਸੈਲਰ ਜਿਹੜੇ ਨੇ ਨਾ ਪਾਰਟਨਰਸ਼ਿਪ ਦਾ ਇੱਕ ਪੂਰਾ ਫਾਰਮ ਬਣਾ ਕੇ ਕ੍ਰੀਏਟ ਕਰ ਦਾਂਗੇ ਤਾਂ ਕਿ ਤੁਹਾਡੇ ਨਾਲ ਕੁਆਲੀਫਾਈਡ ਇਨਕੁਆਇਰੀਜ਼ ਜਾਂ WhatsApp ਨੰਬਰ ਦੇਣ ਦਾ ਨਾ ਮੇਰਾ ਜ਼ਾਤੀ ਤੌਰ ਤੇ ਮੈਸੇਜ ਆਇਆ ਵੇ ਕਿ ਕੌਮ ਵੀਡੀਓ ਵੇਖਦੀ ਹੈ ਤੇ WhatsApp ਦੇ ਉੱਤੇ ਉਂਝ ਹੀ ਹੈਲੋ ਹਾਈ ਭੇਜ ਛੱਡਦੀ ਹੈ। ਅੱਛਾ ਅੱਧੇ ਮੈਸੇਜ ਹੁਣ ਵੀ ਆ ਰਿਹਾ ਹੈਲੋ ਸਰ ਹਾਊ ਆਰ ਯੂ ਹਾਊ ਆਰ ਯੂ ਉਹ ਮੈਂ ਉਹਨਾਂ ਨੂੰ ਮਤਲਬ ਇੱਕ ਪੈਗਾਮ ਇਹ ਵੀ ਹੈ ਕਿ ਕਹਿੰਦਾ ਉੱਤੇ ਥੋੜਾ ਜਿਹਾ ਲਿਖੋ ਕਿ ਵਾਟ ਯੂ ਵਾਂਟ ਫਰਮ ਅਸ। ਹਾਂ ਕੀ ਭਾਈ ਚਾਹੀਦਾ ਕੀ ਹੈ? ਹਾਂਜੀ ਸਾਨੂੰ ਦੱਸੋ ਅਸੀਂ ਤੁਹਾਡੀ ਕੀ ਲੋਗੇ ਖਿਦਮਤ ਕੀ ਕਰੀਏ। ਦੋਗੇ ਕੀ? ਹਾਂ ਹਾਲ ਸਾਡਾ ਠੀਕ ਹੈ ਹਾਂ ਸਾਡਾ ਠੀਕ ਹੈ ਅਸੀਂ ਓਵਰਆਲ ਦੱਸ ਦਿੰਦੇ ਵੀ ਅਸੀਂ ਤੁਹਾਡੀ ਬੜੀ ਮਿਹਰਬਾਨੀ ਹਾਲ ਸਾਡਾ ਠੀਕ ਹੈ ਲੈਣਾ ਕੀ ਹੈ ਦੇਣਾ ਕੀ ਹੈ ਦੱਸੋ ਉਹ ਦੱਸੋ। ਬੜੀ ਮਿਹਰਬਾਨੀ। ਪੋਲੋ ਟੈਕਸਟਾਈਲ ਅਗਰ ਸਰਚ .uk ਠੀਕ ਹੈ poloTextile.uk ਜਿਹੜੀ ਆ ਉਹ ਸਾਡੀ ਵੈਬਸਾਈਟ ਹੈ। ਹਾਂ ਗੂਗਲ ਕਰ ਲਓ sunshinecomforts.co.uk ਵੀ ਹੈ ਬ੍ਰਾਂਡ ਦੀ ਠੀਕ ਹੋ ਗਿਆ ਤੇ ਉਹ ਅਗਰ ਪੋਲੋ ਟੈਕਸਟਾਈਲ ਗੂਗਲ ਤੇ ਵੀ ਲਿਖੋਗੇ ਤੇ ਉਹ ਅੱਲਾ ਦੀ ਰਹਿਮਤ ਆ ਸਾਰਾ ਕੁਝ ਨਿਕਲ ਆਉਂਦਾ ਉੱਥੇ। ਆਲਰਾਈਟ ਜਸਮ ਸਾਹਿਬ ਬਹੁਤ ਸ਼ੁਕਰੀਆ ਸਾਹਿਬ। ਹਾਂਜੀ ਤੇ ਵਰਨਾ ਨੰਬਰ ਜਿਹੜੇ ਉਹ ਅਸੀਂ ਨੰਬਰ ਵੀ ਇੱਥੇ ਡਿਸਪਲੇ ਕਰ ਦੇਣਾ ਠੀਕ ਹੈ ਨੰਬਰ ਵੀ ਡਿਸਪਲੇ ਕਰ ਤੇ ਦਾਂਗੇ ਉਹਦੇ ਤੇ ਉਹ WhatsApp ਕਰ ਲਓ ਕਿਉਂਕਿ ਅਸਲ 'ਚ ਸਾਡੇ ਬੱਚੇ ਜਿਹੜੇ ਨੇ ਇੱਕ ਬੜੀ ਵੱਡੀ ਆ ਉਹ ਨਾ WhatsApp ਕਰਨਾ ਬੜਾ ਆਸਾਨ ਸਮਝਦੇ ਆ। ਈਮੇਲ ਤੇ ਜਾ ਕੇ ਲੌਗਇਨ ਕਰਕੇ ਈਮੇਲ ਪ੍ਰੋਫੈਸ਼ਨਲੀ ਕਰਨੀ ਜਾਂ ਚੀਜ਼ਾਂ ਕਰਨੀਆਂ ਉਹ ਇੱਥੋਂ ਹੀ ਦੌੜ ਜਾਂਦੀ ਅੱਧੇ ਕੌਮ। ਮੈਂ ਚਾਹਨਾ ਹੀ ਆ ਮੈਂ ਦੌੜ ਜਾਣ ਮੈਂ ਤਦ ਹੀ WhatsApp ਦਿੰਦਾ ਨਹੀਂ ਆਪਣਾ ਖੈਰ ਬਹਰਾਲ ਤੁਹਾਡੀ ਆਪਣੀ ਪਾਲਿਸੀ ਹੈ। ਹਾਂਜੀ ਉਹ ਹਾਲਾਂਕਿ ਉਹ ਅੱਧੇ ਉੱਥੋਂ ਦੌੜ ਜਾਂਦੇ ਆ ਜਿਹੜੇ ਨਾ ਉਹ ਜਿਹਨਾਂ ਨੇ ਜਿਹੜੇ ਉੱਥੋਂ ਦੌੜ ਜਾਂਦੇ ਉਹਨਾਂ ਨੇ ਕੰਮ ਵੀ ਨਹੀਂ ਕਰਨਾ ਉਹਨਾਂ ਨੇ ਕੰਮ ਵੀ ਨਹੀਂ ਕਰਨਾ ਹੁੰਦਾ ਜਿਨ੍ਹਾਂ ਕੋਲ ਇੰਨਾ ਪੇਸ਼ੈਂਸ ਨਹੀਂ ਹੈ ਫਾਰਮ ਸਬਮਿਟ ਕਰਨ ਉਹਨਾਂ ਨੇ ਸਫਰ ਕੀਤਾ ਕਰਨਾ ਨਹੀਂ ਕਰਦਾ। ਠੀਕ ਹੈ ਜੀ ਬਹਰਾਲ ਚੰਦ ਲੋਕ ਚਾਹਨਾ ਤਾਂ ਮੁਲਕੋ ਕੌਮ ਦੀ ਕਿਸਮਤ ਬਦਲ ਸਕਦੇ ਨੇ ਤੇ ਆਜ਼ਾਦ ਤੂੰ ਥਕਣਾ ਕੋਈ ਨਹੀਂ ਅਗਲੇ ਸਾਲ ਫੇਰ ਅਸੀਂ ਐਕਸਪੋ ਲਾਣੀ ਹੈ ਤੇ ਸ਼ਾਇਦ ਥਕਣਾ ਤੂੰ ਵੀ ਕੋਈ ਨਹੀਂ ਤੇ ਰਹਾਨ ਸਾਹਿਬ ਥਕਣਾ ਤੁਸੀਂ ਵੀ ਕੋਈ ਨਹੀਂ ਔਰ ਹਰ ਉਹ ਸ਼ਖਸ ਜੋ ਇਸ ਮੁਲਕੋ ਕੌਮ ਵਾਸਤੇ ਕੁਝ ਕਰਨਾ ਚਾਹ ਰਿਹਾ ਨਾ ਥਕਣਾ ਕੋਈ ਨਹੀਂ। ਠੀਕ ਹੈ ਆਇਆ ਕਾਸਿਮ ਸਨਾਰ ਰਾਮੇ ਵੇ ਜਾਂ ਹੁਜ਼ੈਫਾ ਵੇ ਤੇ ਥਕਣਾ ਕੋਈ ਨਹੀਂ ਅਸੀਂ ਰਲ ਮਿਲ ਕੇ ਨਾ ਕੋਈ ਰਸਤਾ ਕੱਢ ਲਾਂਗੇ ਤੇ ਪਾਕਿਸਤਾਨ ਜ਼ਿੰਦਾਬਾਦ ਜੀ ਇਨਸ਼ਾਅੱਲਾ ਇਹ ਜ਼ਿੰਦਾਬਾਦ ਔਰ ਪਾਇੰਦਾਬਾਦ ਪਾਇੰਦਾਬਾਦ ਇਨਸ਼ਾਅੱਲਾ ਜੀ ਹਾਂ।